ਬਾਲੀਵੁੱਡ ਤੋਂ ਮੁੜ ਪੰਜਾਬ ਆਉਣਾ, ਪੰਜਾਬ 'ਚ ਮੁੜ ਸਥਾਪਨਾ ਕਰਨੀ, ਇਹ ਕਿਵੇਂ ਬਣਿਆ ਜੀ? ਦਲੀਪ ਸਾਹਿਬ ਫਿਲਮ ਬਣਾ ਰਹੇ ਸੀ ਕਾਲਿੰਗਾ, ਔਰ ਉਹ 'ਚੋਂ ਸਨੀ ਦਿਓਲ ਪਹਿਲਾਂ ਕਰ ਰਿਹਾ ਸੀ ਹੀਰੋ, ਮੇਰੇ ਵਾਲਾ ਰੋਲ। ਫਿਰ ਸਨੀ ਦੀ ਕੁਝ ਪ੍ਰੋਬਲਮ ਹੋ ਗਈ ਉਸ ਫਿਲਮ 'ਚੋਂ, ਉਹ ਬਾਹਰ ਸੀਗੇ, ਜੋ ਸਕਰੀਨ ਟਾਈਮ ਸੀਗੇ ਉਹ ਬਾਕਮਾਲ ਹੋਏ ਕਿ ਦਲੀਪ ਸਾਹਿਬ ਨੇ ਕਹਿੰਦੇ ਯਾਰ ਆਹੀ ਮੁੰਡਾ ਅੱਛਾ ਹੈ, ਚਾਹੇ ਉਹਨਾਂ ਦੇ ਰਿਸ਼ਤੇਦਾਰ ਸੀ ਉਹ 'ਚ ਸ਼ਾਮਲ। ਯਸ਼ ਜੀ ਨੇ ਡਰ, ਇਹ ਦਿਲ ਲਗੀ, ਜਿਹੜੇ ਡਰ ਬਾਅਦ 'ਚ ਸ਼ਾਹਰੁਖ ਨੇ ਕੀਤੀ, ਔਰ ਇਹ ਦਿਲ ਲਗੀ ਅਕਸ਼ੇ ਨੇ। ਇਹ ਫਿਲਮਾਂ ਮੈਨੂੰ ਆਫਰ ਹੋਈਆਂ ਸੀ। ਖਲਨਾਇਕ ਜੋ ਸੰਜੇ ਉਦੋਂ ਜੇਲ੍ਹ 'ਚ ਚਲਿਆ ਗਿਆ ਸੀ, ਤੇ ਇੱਕ ਟਾਈਮ ਤੇ ਉਸ ਵਾਸ਼ਕੀ ਨੇ ਵੀ ਕੰਸੀਡਰ ਕੀਤਾ ਕਿ ਜੋ ਦਲੀਪ ਸਾਹਿਬ ਜਿਸ ਲੜਕੀ ਨੂੰ ਲੈ ਰਹੇ ਮੈਂ ਲੈ ਲਾਂ। ਉਹ ਵੀ ਗੱਲ ਫਿਰ ਵਿੱਚ ਹੀ ਰਹਿ ਗਈ, ਆਪਾਂ ਕੋਈ ਇਨੀਸ਼ੀਏਟਿਵ ਵੀ ਨਹੀਂ ਲਿਆ। ਹਰਭਜਨ ਮਾਨ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਸਿਨੇਮੇ ਨੂੰ ਦੁਬਾਰਾ ਮੁੜ ਸਰਜੀਵਿਤ ਕਰਨ ਦਾ। ਇੱਕ ਮੌਕਾ ਐਸਾ ਆ ਗਿਆ ਸੀ ਕਿ ਪੰਜਾਬੀ ਸਿਨੇਮਾ ਲੋਕਾਂ ਨੇ ਦੇਖਣਾ ਬੰਦ ਕਰਤਾ ਸੀ, ਕਿਉਂਕਿ ਉਹੀ ਫਿਲਮਾਂ, ਉਹੀ ਜੱਟਵਾਦ ਵਾਲੀਆਂ ਫਿਲਮਾਂ ਟ੍ਰੈਂਡ ਜਿਹਾ ਚੱਲ ਪਿਆ ਸੀ। ਉਸ ਤੋਂ ਬਾਅਦ ਹਰਭਜਨ ਮਾਨ ਜੀ ਨੇ ਇਹਨੂੰ ਦੁਬਾਰਾ ਮੁੜ ਸਰਜੀਵਿਤ ਕੀਤਾ। ਹਰਭਜਨ ਤੇ ਟੀ ਸੀਰੀਜ਼ ਦੀ ਆਵੇ ਦੀ ਕੁਝ ਅੰਡਰਸਟੈਂਡਿੰਗ ਹੋਈ, ਔਰ ਇਹਨਾਂ ਨੇ ਜੀ ਆਇਆਂ ਸ਼ੁਰੂ ਕੀਤੀ। ਉਸੇ ਸਮੇਂ ਦੌਰਾਨ ਕਿਉਂਕਿ ਮੈਂ ਬੱਬੂ ਦੇ ਗਾਣੇ ਬਹੁਤ ਕੀਤੇ ਸੀ, ਬੱਬੂ ਮਾਨ ਹੋਰਾਂ ਦੀ ਪੂਰੀ ਸੌਣ ਦੀ ਝੜੀ ਦੀ ਐਲਬਮ ਦੇ 4-5 ਗਾਣੇ ਸੀ, ਤਾਂ ਸਾਡੀ ਇੱਕ ਅੰਡਰਸਟੈਂਡਿੰਗ ਦੋਸਤੀ ਤੋਂ ਵੀ ਵੱਧ ਕੇ ਬਹੁਤ ਵਧੀਆ ਦੋਸਤੀ ਦੇ ਲੈਵਲ ਤੇ ਆ ਗਈ ਸੀ। ਹੁਣ ਮੈਂ ਉਸ ਕੰਪਨੀ ਦਾ ਨਾਂ ਤਾਂ ਕੀ ਲੈਣਾ, ਉਹਨੇ ਅਸੀਂ ਸੁਣਾਈ, ਦੇ ਆਰ ਵੈਰੀ ਮੱਚ ਐਗਰੀ ਕਿ ਅਸੀਂ ਫਿਲਮ ਕਰਨਾ ਚਾਹੁੰਦੇ ਤੁਹਾਡੇ ਨਾਲ। ਪਰ ਜਦੋਂ ਉਹਨੇ ਸਬਜੈਕਟ ਸੁਣਿਆ ਤਾਂ ਜੀ ਸਬਜੈਕਟ ਇਹ ਨਾ ਬਣਾਓ, ਸਬਜੈਕਟ ਕੋਈ ਹੋਰ ਲੈ ਲਓ। ਨਹੀਂ ਭਾਈ, ਸਬਜੈਕਟ ਤਾਂ ਆਹੀ ਬਣੋ। ਅੱਜ ਦਾ ਦੌਰ ਇਹ ਪੈਦਾ ਹੋ ਗਿਆ ਹੈ ਕਿ ਲੋਕੀ ਸ਼ਬਦਾਂ ਨੂੰ ਤਰਜੀਹ ਨਹੀਂ ਦੇ ਰਹੇ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਦੀ ਮੈਂ ਗੱਲ ਕਰ ਰਿਹਾ, ਯੂਥ ਦੀ ਗੱਲ ਕਰ ਰਿਹਾ ਮੈਂ, ਸ਼ਬਦਾਂ ਨੂੰ ਤਰਜੀਹ ਨਹੀਂ ਦੇ ਰਹੇ। ਜਿਹੜਾ ਮਿਊਜ਼ਿਕ ਹੈ ਡਮ ਆਪਾਂ ਕਹਿ ਲਈਏ, ਜਾਂ ਉਹ ਢੋਲ ਢਮੱਕੇ ਵਾਲਾ, ਸਿਰਫ ਉਹਨੂੰ ਹੀ ਤਰਜੀਹ ਕਿਉਂ ਦੇ ਰਹੇ? ਕਿਉਂ ਮਤਲਬ ਇਹ ਜ਼ਮਾਨਾ ਕਿਉਂ ਪੈਦਾ ਹੋ ਗਿਆ? ਤਾਂ ਮੈਂ ਕਹੂੰਗਾ ਖੋਖਲਾਪਨ ਆ ਗਿਆ ਅੰਦਰ। ਨਾ ਤਾਂ ਤੁਹਾਨੂੰ ਲਿਟਰੇਚਰ ਦਾ ਪਤਾ ਹੈ, ਤੁਹਾਨੂੰ ਨਹੀਂ ਪਤਾ ਕਿਸੇ ਨੇ ਕੀ ਲਿਖਿਆ ਹੈ, ਨਾ ਤੁਸੀਂ ਆਪਦੇ ਵੱਡੇ ਤੋਂ ਕਿਸ ਤੋਂ ਸਿੱਖਿਆ ਹੈ। ਅੱਜ ਮੈਂ ਤੁਹਾਨੂੰ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਨਾਲ ਇਸਤੇਮਾਲ ਕਰਕੇ ਪੁੱਛ ਲਓ ਕੀ ਹੈ। ਸ਼ਿਵ ਕੁਮਾਰ ਦਾ ਬਹੁਤ ਸਾਰਾ ਕਲਾਮ ਹੈ, ਸੁਣਾ ਲਓ, ਕਹਿ ਦੇਣਗੇ ਇਹ ਕੀ ਹੈ। ਤੁਸੀਂ ਨਾ ਤਾਂ ਤੁਹਾਨੂੰ ਵਰਲਡ ਇਕੋਨਮੀ ਦਾ ਪਤਾ ਹੈ, ਨਾ ਵਰਲਡ ਲਿਟਰੇਚਰ ਦਾ ਪਤਾ ਹੈ। ਮੈਂ ਨਾ ਸਪੋਰਟਸ ਦੀ ਵੀ ਗੱਲ, ਇੱਥੇ ਤਾਂ ਪਤੰਦਰ ਗੱਲਾਂ ਹੀ ਜਾਂ ਤਾਂ ਗੱਡੀ ਤੇ ਜਾਂ ਹਥਿਆਰ ਜਾਂ ਕੁਛ ਕਰਦੇ ਰਹਿੰਦੇ ਨੇ। ਤੁਸੀਂ ਹਮੇਸ਼ਾ ਇੱਕ ਤੱਤ ਪਰ ਰਹਿੰਦੇ ਹੋ, ਇੱਕ ਕਿਸਾਨ ਦਾ ਪੁੱਤ ਹੋਣ ਕਰਕੇ, ਇੱਕ ਪੰਜਾਬੀਅਤ ਤੁਹਾਡੀ ਦੀ ਗੱਲ ਹੈ, ਤੇ ਕਿਵੇਂ ਦੇਖਦੇ ਹੋ ਕਿਸਾਨੀ ਸੰਘਰਸ਼ ਨੂੰ ਅੱਜ ਦੇ ਦੌਰ 'ਚ? ਇੱਕ ਲਫ਼ਜ਼ ਹੈ ਰੱਦ, ਮਤਲਬ ਰਿਪੀਲ, ਇੱਕ ਹੈ ਸਸਪੈਂਸ਼ਨ, ਇਹਦੇ ਤੇ ਉਲਝਾਈ ਬੈਠੇ ਨੇ। ਉਹਦੇ ਪਿੱਛੇ ਲੇਕਿਨ ਬਹੁਤ ਸਾਰੀਆਂ ਗੱਲਾਂ ਨੇ ਇਹਨਾਂ ਦੇ ਲਈ ਵੀ। ਜੇ ਤੁਸੀਂ ਹੁਣ ਇਹਦੇ 'ਚ ਕੁਛ ਕਰੈਕਸ਼ਨਸ ਕਰਤੀਆਂ, ਤਰਮੀਮ ਕਰਤੀਆਂ, ਤਾਂ ਬਾਅਦ 'ਚ ਵੀ ਤਾਂ ਕਰ ਸਕਦੇ ਹੋ। ਹੁਣ ਸਾਡੀਆਂ ਮੰਨ ਕੇ ਕਰਤੀਆਂ, ਬਾਅਦ 'ਚ ਆਪਦੇ ਹਿਸਾਬ ਨਾਲ ਕਰ ਦਿਓਗੇ, ਫਿਰ ਕੀ ਹੋਊਗਾ? ਕੀ ਅਸੀਂ ਫਿਰ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਬੈਠਾਂਗੇ ਇੱਥੇ? ਕੱਲ ਪਰਸੋਂ ਚੜੂਨੀ ਸਾਹਿਬ ਦਾ ਬਿਆਨ ਵੀ ਆਇਆ ਸੀ ਕਿ ਉਹਨਾਂ ਨੇ ਖੁੱਲ੍ਹ ਕੇ ਕਿਹਾ ਆਪਣੇ ਬਿਆਨ ਦੇ ਵਿੱਚ, ਚੜੂਨੀ ਸਾਹਿਬ ਨੇ, ਕਿ ਮੈਂ ਚਾਹੁੰਦਾ ਹਾਂ ਜਿੰਨੇ ਵੀ ਕਿਸਾਨ ਆਗੂ ਨੇ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ, ਔਰ ਅਸੀਂ ਇੱਕ ਤੀਜੀ ਧਿਰ ਵਾਂਗੂ ਉੱਭਰ ਕੇ ਸਾਹਮਣੇ ਆਈਏ। ਅਸੀਂ ਕਹਿੰਦੇ ਹਾਂ ਆਹ ਲੀਡਰ ਮਾੜਾ, ਆਹ ਗਾਉਣ ਵਾਲਾ ਮਾੜਾ, ਆਹ ਫਿਲਮ ਬਣਾਉਣ ਵਾਲਾ ਮਾੜਾ, ਇਹ ਕਮ ਸੇ ਕਮ ਇਹ ਤਿੰਨੇ ਚੀਜ਼ਾਂ ਪਬਲਿਕ ਨਾਲ ਜੁੜੀਆਂ ਨੇ। ਉਹ ਜ਼ਬਰਦਸਤੀ ਲੀਡਰ ਬਣ ਕੇ ਜਾਂ ਫਿਲਮ ਬਣਾ ਲਈ ਜਾਂ ਚਲਾ ਲਈ, ਤੁਸੀਂ ਉਹ ਕਰਨ ਵਾਲੇ, ਇਹ ਲੋਕ ਨੇ, ਇਹਨਾਂ ਦੇ ਹੱਥ 'ਚ ਆ ਸਾਰਾ ਕੁਝ। ਤੁਸੀਂ ਚੰਗਾ ਚੁਣ ਲਓ। ਸਿਨੇਮਾ ਇੱਕ ਐਸਾ ਮਾਧਿਅਮ ਹੈ ਜਿਸ ਦੇ ਜ਼ਰੀਏ ਇੱਕ ਗੱਲ, ਚੰਗੀ ਗੱਲ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ। ਯੂਥ ਹੋਵੇ, ਬਜ਼ੁਰਗ ਲੈਵਲ ਹੋਵੇ, ਕਿਸੇ ਵਰਗ ਦੇ ਲੋਕ ਹੋਣ, ਸਿਨੇਮਾ ਨੂੰ ਬਹੁਤ ਪਿਆਰ ਕਰਦੇ ਨੇ। ਅੱਜ ਜਿਹੜੀ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹ ਇੱਕ ਬੜੇ ਬਾਪ ਦੇ ਬੜੇ ਬੇਟੇ ਨੇ। ਮੇਰੀ ਮੁਰਾਦ ਹੈ ਅਮਤੋਜ ਮਾਨ ਜੀ ਨਾਲ। ਅਮਤੋਜ ਜੀ, R90 ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ, ਬਾਲੀਵੁੱਡ ਹੀ ਤੁਸੀਂ ਰਹੇ ਹੋ, ਟ੍ਰੈਜਡੀ ਕਿੰਗ ਦਲੀਪ ਕੁਮਾਰ ਸਾਹਿਬ ਬਹੁਤ ਵੱਡੇ ਨਾਂ ਨੇ ਇਹ ਫਿਲਮ ਇੰਡਸਟਰੀ ਦੇ ਵਿੱਚ। ਹਿੰਦੁਸਤਾਨ ਦੀ ਨਹੀਂ ਆਪਾਂ ਗੱਲ ਕਰਦੇ, ਪਾਕਿਸਤਾਨੀ ਵਿਸ਼ਵ ਵਿੱਚ ਕਾਫੀ ਸਿੱਧ ਰਹੇ ਨੇ ਉਹ। ਤੁਸੀਂ ਉਹਨਾਂ ਨਾਲ ਕੰਮ ਕੀਤਾ। ਬਾਲੀਵੁੱਡ ਤੋਂ ਮੁੜ ਪੰਜਾਬ ਆਉਣਾ, ਪੰਜਾਬ 'ਚ ਮੁੜ ਸਥਾਪਨਾ ਕਰਨੀ, ਇਹ ਕਿਵੇਂ ਬਣਿਆ ਜੀ? ਮੈਂ ਬਹੁਤ ਪਹਿਲਾਂ ਅਸਲ 'ਚ ਉੱਥੇ ਥੀਏਟਰ ਕਰਦਾ ਹੁੰਦਾ ਸੀਗਾ ਜੀ।
ਤੇ ਥੀਏਟਰ ਕਰਦਿਆਂ ਮੈਂ ਹੋਰ ਕਿਤੇ ਸਟਰਗਲ ਨਹੀਂ ਕੀਤੀ ਸੀ ਤਾਂ ਮੈਨੂੰ ਪਤਾ ਲੱਗਿਆ ਦਲੀਪ ਸਾਹਿਬ ਫਿਲਮ ਬਣਾ ਰਹੇ ਸੀ ਕਾਲਿੰਗਾ, ਔਰ ਉਹ 'ਚੋਂ ਸਨੀ ਦਿਓਲ ਪਹਿਲਾਂ ਕਰ ਰਿਹਾ ਸੀ ਹੀਰੋ ਮੇਰੇ ਵਾਲਾ ਰੋਲ। ਫਿਰ ਸਨੀ ਦੀ ਕੁਝ ਪ੍ਰੋਬਲਮ ਹੋ ਗਈ ਉਸ ਫਿਲਮ 'ਚੋਂ, ਉਹ ਬਾਹਰ ਸੀਗੇ। ਉਸ ਤੋਂ ਬਾਅਦ ਇਹਨਾਂ ਕੋਲੇ ਨਾਮ ਬਹੁਤ ਸੀਗੇ ਐਸਟੈਬਲਿਸ਼ ਵੀ, ਜਿਵੇਂ ਨਾਗਾ ਅਰਜੁਨ ਸੀ ਉਦੋਂ, ਹੋਰ 2-3 ਨਾਂ ਸੀਗੇ, ਬਟ ਦਲੀਪ ਸਾਹਿਬ ਪ੍ਰੈਫਰਿੰਗ ਕਿ ਨਹੀਂ ਯਾਰ ਮੈਂ ਨਾ ਨਵਾਂ ਮੁੰਡਾ ਦੇਖਦਾ ਕੋਈ। ਤਾਂ ਬਹੁਤ ਸਾਰੇ ਸਕਰੀਨ ਟੈਸਟ ਹੋਏ ਸੀਗੇ, ਤਾਂ ਮੇਰੀਆਂ ਫੋਟੋਗ੍ਰਾਫ ਸੀਗੀਆਂ ਮੀਨਾਕਸ਼ੀ ਕੋਲੇ, ਮੀਨਾਕਸ਼ੀ ਸ਼ੇਸ਼ਾਦਰੀ ਕੋਲੇ। ਉਦੋਂ ਇੰਡਸਟਰੀ 'ਚ ਉੱਥੇ ਸ਼੍ਰੀ ਔਰ ਉਹ 1 ਐਂਡ 2 ਸੀਗੀਆਂ, ਔਰ ਉਹ ਫੋਟੋਗ੍ਰਾਫਸ ਉਦੋਂ ਉਹਨਾਂ ਨੇ, ਕਿਉਂਕਿ ਮੀਨਾਕਸ਼ੀ ਹੀਰੋਇਨ ਸੀ ਉਸ ਫਿਲਮ ਦੀ, ਉਹਨੇ ਦਲੀਪ ਸਾਹਿਬ ਨੂੰ ਦੇਤੀਆਂ। ਦਲੀਪ ਸਾਹਿਬ ਨੇ ਜਦੋਂ ਦੇਖੀਆਂ ਤਾਂ ਉਹਦੇ ਯਾਰ ਮੁੰਡਾ ਪ੍ਰੋਮਿਸਿੰਗ ਲੱਗ ਰਿਹਾ, ਇਹਦੇ ਵੀ ਸਕਰੀਨ ਟੈਸਟ ਲਿਓ ਜਿੱਥੇ ਬਾਕੀਆਂ ਦਾ ਲੈ ਰਹੇ ਹੋ। ਤਾਂ ਮੇਰਾ ਸਕਰੀਨ ਟੈਸਟ ਉਹਨਾਂ ਨੇ, ਫਿਰ ਉੱਥੇ 200-300 ਮੁੰਡੇ ਦਾ ਸਕਰੀਨ ਟੈਸਟ ਹੋਇਆ ਸੀ। ਉਹ 200-300 'ਚ ਉਹਨਾਂ ਨੇ 10 ਸਿਲੈਕਟ ਕੀਤੇ, ਫਿਰ 10 ਦਾ ਹੋਇਆ, ਫਿਰ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਸੀ। ਸੋ ਇਹ ਤਾਂ ਪ੍ਰੋਸੈਸ ਸੀਗਾ ਉਹਨੂੰ ਫਿਲਮ ਨੂੰ ਹਾਸਿਲ ਕਰਨ ਦਾ। ਔਰ ਕਿਉਂਕਿ ਮੈਂ ਥੀਏਟਰ ਤੋਂ ਸੀ, ਔਰ ਵਿਚਾਰੇ ਥੀਏਟਰ ਵਾਲੇ ਜਦੋਂ ਤੱਕ ਪ੍ਰਵੀਨ ਹੁੰਦੇ ਨੇ ਆਪਦੇ ਕੰਮ 'ਚ, ਉਦੋਂ ਹੀਰੋ ਵਾਲੀ ਉਮਰ ਨਿਕਲ ਜਾਂਦੀ ਹੈ। ਸੋ ਮੇਰੇ ਨਾਲ ਇਹ ਦੋਨੇ ਚੀਜ਼ਾਂ ਜੁੜ ਗਈਆਂ ਸੀ ਕਿ ਮੈਂ ਉਮਰ ਦੇ ਵੀ ਉਸ ਪੜਾਅ 'ਚ ਸੀ, ਸ਼ਕਲ ਸੂਰਤ ਵੀ ਕਿਉਂਕਿ ਪੰਜਾਬ ਤੋਂ ਗਿਆ ਸੀ ਚੰਗੀ ਸੀ, ਤੇ ਨਾਲ ਕੁਝ ਕੰਮ ਦੀ ਵੀ ਵਾਕਫੀਅਤ ਹੋ ਚੁੱਕੀ ਸੀ। ਤਾਂ ਫਿਰ ਇਸ ਤਰ੍ਹਾਂ ਨਾਲ ਕੰਮ ਹੋਇਆ ਕਿ ਜੋ ਸਕਰੀਨ ਟੈਸਟ ਸੀ ਉਹ ਬਾਕਮਾਲ ਹੋਏ ਕਿ ਦਲੀਪ ਸਾਹਿਬ ਨੇ ਕਿਹਾ ਨਹੀਂ ਯਾਰ ਆਹੀ ਮੁੰਡਾ ਅੱਛਾ ਹੈ। ਚਾਹੇ ਉਹਨਾਂ ਦੇ ਰਿਸ਼ਤੇਦਾਰ ਸੀ ਉਹ 'ਚ ਸ਼ਾਮਲ, ਬਹੁਤ ਸਾਰੇ, ਜਿਵੇਂ ਅਯੂਬ ਖਾਨ ਉਹਨਾਂ ਦਾ ਭਤੀਜਾ ਸੀ, ਉਦੋਂ ਅਪਕਮਿੰਗ ਸੀ, 2 ਫਿਲਮਾਂ ਵੀ ਕਰ ਰਿਹਾ ਸੀ, ਸੁਮੀਤ ਸਹਿਗਲ ਸੀ, ਸ਼ਾਹਰੁਖ ਸੀ, ਨਾਗਾ ਅਰਜੁਨ ਸੀ, ਬੜੇ ਨਾਂ ਸੀ ਇਹੋ ਜਿਹੇ। ਉਹਨਾਂ ਨੇ ਸਾਰਿਆਂ ਨੂੰ ਪਾਸੇ ਕਰਦੇ ਹੋਏ ਫਿਰ ਮੈਨੂੰ ਸਿਲੈਕਟ ਕੀਤਾ ਸੀ। ਕਿਹੜੀ ਵਾਲੀ ਫਿਲਮ ਸੀ ਜੀ ਇਹ ਕਾਲਿੰਗਾ? ਇਹ ਗੱਲ ਹੈਗੀ 91 ਐਂਡ ਦੀ। ਅੱਛਾ ਜੀ। ਇਹ ਪ੍ਰੋਸੈਸ ਉਦੋਂ ਸ਼ੁਰੂ ਹੁੰਦਾ ਹੈ, ਤੇ ਫਿਰ 92 'ਚ ਜਾ ਕੇ ਮੈਂ ਉਹ ਫਿਲਮ ਸਾਈਨ ਕਰਦਾ, ਔਰ ਫਿਰ ਉਹਨਾਂ ਨਾਲ ਸ਼ੂਟਿੰਗ ਤੇ ਜਾਣਾ ਹੈ। ਉਸ ਤੋਂ ਪਹਿਲਾਂ ਮੈਂ ਇੱਕ ਫਿਲਮ ਪੰਜਾਬੀ ਦੀ ਨਸੀਬੋ ਦਾ ਪਹਿਲਾ ਸ਼ਡਿਊਲ ਕਰ ਚੁੱਕਿਆ ਸੀ, ਬਲਕਿ ਜੋ ਰਾਈਟਰ ਸੀਗੇ ਉਸ ਫਿਲਮ ਦੇ, ਡਾਇਲੌਗ ਰਾਈਟਰ ਸੀ ਬਲਦੇਵ ਗਿੱਲ, ਉਹ ਵੀ ਉਦੋਂ ਬੈਠੇ ਸੀ ਉੱਥੇ। ਜਦੋਂ ਫੋਟੋਗ੍ਰਾਫਸ ਦਿਖਾਈ ਗਈਆਂ ਤਾਂ ਉਹਨਾਂ ਨੇ ਕਿਹਾ ਜੀ ਇਹ ਤਾਂ ਮੇਰੀ ਫਿਲਮ 'ਚ ਹੀਰੋ ਆ ਮੁੰਡਾ। ਤਾਂ ਉਹ ਦਲੀਪ ਸਾਹਿਬ ਨੇ ਯਾਰ ਮੈਨੂੰ ਰਸ਼ਿਜ਼ ਦਿਖਾ ਲਾ ਕੇ, ਫਿਰ ਉਹਨਾਂ ਨੇ ਪੰਜਾਬੀ ਫਿਲਮ ਦੇ ਨਸੀਬੋ ਦੇ ਥੋੜ੍ਹੇ ਜਿਹੇ ਮੇਰੇ ਪਾਰਟਸ ਦੇ ਰਸ਼ਿਜ਼ ਵੀ ਦੇਖੇ ਸੀਗੇ। ਰਸ਼ਿਜ਼ ਹੁੰਦੇ ਜਿਹੜਾ ਰॉ ਸ਼ੂਟ ਹੋਵੇ ਤੁਹਾਡਾ, ਤਾਂ ਉਹ ਵੀ ਉਹਨਾਂ ਨੂੰ ਅੱਛੇ ਲੱਗੇ ਸੀ। ਉਸ ਤੋਂ ਬਾਅਦ ਫਿਰ ਸਕਰੀਨ ਟੈਸਟ ਵਾਲੀ ਗੇਮ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਕੀ ਹੋਈ। ਸਿਲਸਿਲਾ ਚੱਲਦਾ ਰਿਹਾ ਤੁਹਾਡਾ ਬਾਲੀਵੁੱਡ ਦਾ, ਕਾਫੀ ਫਿਲਮਾਂ ਤੁਸੀਂ ਫਿਰ ਕੀ ਹੋਇਆ ਕਿ ਬਾਲੀਵੁੱਡ ਦੇ ਵਿੱਚ ਫਿਰ ਕਿਉਂਕਿ ਮੇਰਾ ਕੰਟਰੈਕਟ ਵੀ ਸੀਗਾ, ਸੁਦਾਕਰ ਬਕਾੜੇ ਇਸ ਫਿਲਮ ਦੇ ਪ੍ਰੋਡਿਊਸਰ ਸੀਗੇ। ਇਮੀਡੀਏਟਲੀ ਬਾਅਦ ਜਦੋਂ ਮੈਂ ਇਹ ਫਿਲਮ ਸਾਈਨ ਕਰਦਾ ਤਾਂ ਮੈਨੂੰ ਯਸ਼ ਚੋਪੜਾ ਜੀ ਨੇ ਅਪਰੋਚ ਕੀਤੀ ਜਾਂ ਬੁਲਾਇਆ। ਮਨਮੋਹਨ ਸਿੰਘ ਜੋ ਆਪਣੇ ਬਹੁਤ ਅੱਛੇ ਡਾਇਰੈਕਟਰ ਵੀ ਨੇ, ਸਿਨੇਮੈਟੋਗ੍ਰਾਫਰ ਵੀ ਨੇ, ਇਹਨਾਂ ਨੇ ਮੈਨੂੰ ਮੈਸੇਜ ਦਿੱਤਾ ਔਰ ਮੈਂ ਗਿਆ। ਔਰ ਉਦੋਂ ਮੈਨੂੰ ਯਸ਼ ਜੀ ਨੇ ਡਰ, ਇਹ ਦਿਲ ਲਗੀ, ਜਿਹੜੇ ਡਰ ਬਾਅਦ 'ਚ ਸ਼ਾਹਰੁਖ ਨੇ ਕੀਤੀ, ਔਰ ਇਹ ਦਿਲ ਲਗੀ ਅਕਸ਼ੇ ਨੇ, ਇਹ ਫਿਲਮਾਂ ਮੈਨੂੰ ਆਫਰ ਹੋਈਆਂ ਸੀ। ਜਦਕਿ ਉਦੋਂ ਡਰ ਬਣਾ ਰਿਹਾ ਸੀ ਨਰੇਸ਼ ਮਲਹੋਤਰਾ, ਔਰ ਇਹ ਦਿਲ ਲਗੀ ਯਸ਼ ਜੀ ਬਣਾ ਰਹੇ ਸੀ। ਮੈਂ ਸੀ ਯਸ਼ਰਾਜ ਪ੍ਰੋਡਕਸ਼ਨ ਹੀ, ਪਰ ਡਾਇਰੈਕਟਰ ਅੱਡ ਕਰ ਰਹੇ ਸੀ। ਤਾਂ ਮੈਨੂੰ ਉਹਨਾਂ ਨੇ ਫਾਈਨਲ ਕਰ ਲਿਆ। ਮੈਨੂੰ ਕਿਉਂਕਿ ਮੇਰੀ ਉਦੋਂ ਇੱਕ ਕੁਆਲੀਫਿਕੇਸ਼ਨ ਹੀ ਬਣ ਗਈ ਆਪਣੇ ਆਪ 'ਚ ਕਿ ਜੋ ਦੁਨੀਆ ਦਾ ਸਭ ਤੋਂ ਬੈਸਟ ਪਰਫਾਰਮਰ ਹੈ ਉਹ ਕਿਸੇ ਹੀਰੋ ਲਈ ਲੈ ਰਿਹਾ ਹੈ, ਤਾਂ ਯਾਰ ਇਹ ਬੜੀ ਵੱਡੀ ਗੱਲ ਹੈ। ਤਾਂ ਯਸ਼ ਜੀ ਨੇ ਮੈਨੂੰ ਕਿਹਾ ਯਾਰ ਇਸ ਤੋਂ ਵੱਡਾ ਮੈਨੂੰ ਤਾਂ ਕੋਈ ਲੋੜ ਵੀ ਨਹੀਂ ਤੇਰਾ ਸਕਰੀਨ ਟੈਸਟ ਲੈਣ ਦੀ, ਕਿਉਂਕਿ ਆਲਰੇਡੀ ਦਲੀਪ ਸਾਹਿਬ ਫਾਈਨਲ ਕਰ ਚੁੱਕੇ, ਔਰ ਮੈਨੂੰ ਤੁਹਾਡੇ ਨਾਲ ਜੋ ਗੱਲਾਂ ਕਰਕੇ ਮੇਰੇ ਨਾਲ ਅਸੀਂ ਬੈਠੇ ਕਾਫੀ ਦੇਰ ਜਾ ਕੇ ਉੱਥੇ, ਤਾਂ ਇਹ ਮੇਰੇ ਵੱਲੋਂ ਫਾਈਨਲ ਹੈ, ਬਟ ਪਲੀਜ਼ ਇੱਕ ਮੇਰੀ ਰਿਕੁਐਸਟ ਹੈ ਕਿ ਦਲੀਪ ਸਾਹਿਬ ਨਾਲ ਗੱਲ ਕਰ ਲਾ ਕਿ ਬਾਈ ਚਾਂਸ ਸਾਡੀ ਫਿਲਮ ਪਹਿਲਾਂ ਰਿਲੀਜ਼ ਹੋ ਗਈ, ਬਣ ਗਈ, ਤਾਂ ਅਸੀਂ ਰਿਲੀਜ਼ ਵੀ ਪਹਿਲਾਂ ਕਰ ਸਕੀਏ। ਮੈਂ ਫਿਰ ਹੁਣ ਉਦੋਂ ਪੰਜਾਬ ਤੋਂ ਸੀ, ਜੱਟ ਬੁੱਧੀ ਸੀ ਕਿ ਮੈਂ ਕੋਈ ਪਰਵਾਹ ਹੀ ਨਹੀਂ ਕੀਤੀ ਇਸ ਗੱਲ ਦੀ, ਜਦ ਕਿ ਮੈਂ ਕਰ ਲੈਂਦਾ ਹੋ ਜਾਣਾ ਸੀ। ਇਵਨ ਮੈਂ ਬਾਅਦ 'ਚ ਦਲੀਪ ਸਾਹਿਬ ਨੂੰ ਦੱਸਿਆ ਤਾਂ ਦਲੀਪ ਸਾਹਿਬ ਟੈਲਿੰਗ ਮੀ ਕਿ ਅਮਿਤੋਜ ਤੂੰ ਮੈਨੂੰ ਦੱਸ ਦਿੰਦਾ, ਯਸ਼ ਮੇਰਾ ਹੀ ਛੋਟੇ ਭਰਾ ਵਾਂਗੂ ਸੀ, ਮੈਂ ਕਹਿ ਦੇਣਾ ਸੀ ਉਹਨੂੰ ਕਿ ਕੋਈ ਗੱਲ ਨਹੀਂ ਯਾਰ। ਤੇ ਯਸ਼ ਜੀ ਨੂੰ ਵੀ ਮੈਂ ਕਿਹਾ ਤੁਸੀਂ ਕਿਉਂ ਨਹੀਂ ਗੱਲ ਕਰ ਲੈਂਦੇ, ਤਾਂ ਯਸ਼ ਜੀਆਂ ਦੇ ਯਾਰ ਡੇਂਜਰ ਜ਼ੋਨ ਆ ਉਹ, ਮੈਂ ਉਹਨਾਂ ਨਾਲ ਇੱਕ ਵਾਰੀ ਗੱਲ ਕਰ ਲਾ ਫਿਰ ਕਰ ਲੂੰਗਾ। ਸੋ ਦੈਟਸ ਦੀ ਰੀਜ਼ਨ ਮੈਂ ਇਹ ਨਹੀਂ ਕਰ ਪਾਇਆ। ਫਿਰ ਖਲਨਾਇਕ ਜੋ ਸੰਜੇ ਉਦੋਂ ਜੇਲ੍ਹ 'ਚ ਚਲਿਆ ਗਿਆ ਸੀ, ਤਾਂ ਇੱਕ ਟਾਈਮ ਤੇ ਉਸ ਵਾਸ਼ਕੀ ਨੇ ਵੀ ਕੰਸੀਡਰ ਕੀਤਾ ਕਿ ਜੋ ਦਲੀਪ ਸਾਹਿਬ ਜਿਸ ਲੜਕੇ ਨੂੰ ਲੈ ਰਹੇ ਮੈਂ ਲੈ ਲਾਂ, ਉਹ ਵੀ ਗੱਲ ਫਿਰ ਵਿੱਚ ਹੀ ਰਹਿ ਗਈ, ਆਪਾਂ ਕੋਈ ਇਨੀਸ਼ੀਏਟਿਵ ਹੀ ਨਹੀਂ ਲਿਆ। ਐ ਬਹੁਤ ਸਾਰੀਆਂ ਫਿਲਮਾਂ ਮੈਨੂੰ ਆਈਆਂ ਜਿਹੜੀਆਂ ਮੈਂ ਸਾਈਨ ਹੀ ਨਹੀਂ ਕੀਤੀਆਂ, ਕਿਉਂਕਿ ਦੈਟ ਟਾਈਮ ਆਈ ਡੋਂਟ ਨੋ ਕਿ ਜੋ ਦੇਸ਼ ਦੀ ਸਭ ਤੋਂ ਵੱਡੀ ਫਿਲਮ ਹੈ
ਜਾਂ ਸਬ ਕੰਟੀਨੈਂਟ ਦੀ, ਉਹ ਕਿਸੇ ਕਾਰਨ ਵਸ਼ ਰੁਕ ਵੀ ਸਕਦੀ ਹੈ। ਹਾਂ, ਇਹ ਤਾਂ ਕਿਸੇ ਦੇ ਦਿਲੋਂ ਦਿਮਾਗ 'ਚ ਜ਼ਹਿਨ 'ਚ ਹੀ ਨਹੀਂ ਸੀ, ਬਟ ਉਹ ਹੋ ਗਿਆ। ਤਾਂ ਆਈ ਮਿਸ ਦੀ ਟ੍ਰੇਨ ਦੈਟ ਟਾਈਮ। ਔਰ ਜਦੋਂ ਤੁਸੀਂ ਇਸ ਲੈਵਲ ਦਾ ਕੰਮ ਕਰ ਚੁੱਕੇ ਹੋ, ਮੇਰੀ ਹੀਰੋਇਨ ਮੀਨਾਕਸ਼ੀ ਸ਼ਾਹਦਰੀ ਜੋ ਉਸ ਵਕਤ ਨੰਬਰ 2 ਹੈ, ਮੇਰੇ ਡਾਇਰੈਕਟਰ ਉਹ ਜਿਹਨੂੰ ਦੁਨੀਆ ਮੰਨਦੀ ਹੈ, ਤਾਂ ਫਿਰ ਮੈਂ ਛੱਡ ਯਾਰ ਇਹੋ ਜਿਹੇ ਕੰਮ ਨਹੀਂ ਕਰਨੇ। ਜੋ ਤੁਸੀਂ ਉੱਪਰ ਬੈਠੇ ਹੋਵੋ ਤਾਂ ਕੰਮ ਤਾਂ ਉਹੀ ਕਰਾਂਗੇ। ਬਟ ਇਸ ਦੌਰਾਨ ਕਿਉਂਕਿ ਮੈਂ ਥੀਏਟਰ ਤੋਂ ਵੀ ਸੀ, ਥੀਏਟਰ ਵੀ ਕਰ ਰਿਹਾ ਸੀ, ਪਹਿਲਾਂ ਵੀ ਕੀਤਾ ਸੀ, ਬਾਅਦ 'ਚ ਵੀ ਕੁਛ ਉਹਨਾਂ ਦੀ ਸੋਬਤ ਹੋ ਗਈ, ਤਾਂ ਮੈਂ ਡਾਇਰੈਕਸ਼ਨ ਵਾਲੇ ਪਾਸੇ ਆ ਗਿਆ ਸੀ। ਸੋਚਣਾ ਸ਼ੁਰੂ ਕਰਤਾ ਹੀ, ਪੜ੍ਹਨਾ ਸ਼ੁਰੂ ਕਰਤੀ, ਐਂਡ ਦੈਨ ਹਵਾਈ ਸੀ ਫਸਟ। ਬਟ ਹਵਾਈ ਤੋਂ ਪਹਿਲਾਂ ਮੈਂ ਬਹੁਤ ਸਾਰੇ ਗਾਣੇ ਡਾਇਰੈਕਟ ਕੀਤੇ ਸੀ, ਹਰਭਜਨ, ਬੱਬੂ, ਸਰਦੂਲ, ਸਾਰਿਆਂ ਦੇ ਇਹਨਾਂ ਦੇ। ਹਰਭਜਨ ਮਾਨ ਜੀ ਦਾ ਤੁਸੀਂ ਨਾਂ ਲਿਆ, ਔਰ ਡਾਇਰੈਕਸ਼ਨ ਤੁਸੀਂ ਕਾਫੀ ਫਿਲਮਾਂ ਵੀ ਕਰ ਚੁੱਕੇ ਹੋ, ਪੰਜਾਬ ਦੀਆਂ ਕਾਫੀ ਫਿਲਮਾਂ ਦੇ ਬਹੁਤ ਬੜੇ ਬੜੇ ਚਿਹਰੇ ਜਿਹੜੇ ਨਾਮ ਨੇ ਉਹ ਤੁਸੀਂ ਹਰਭਜਨ ਜਦੋਂ ਫਿਲਮਾਂ ਦੇ ਵਾਲੇ ਪਾਸੇ ਆਕਰਸ਼ਿਤ ਹੋਇਆ, ਉਸ ਤੋਂ ਪਹਿਲਾਂ ਮੇਰਾ ਇੱਕ ਗਾਣਾ ਸੀ ਮਿਰਜ਼ਾ ਜੀ, ਬੜਾ ਮਸ਼ਹੂਰ ਹੋਇਆ ਸੀ, ਬਲਕਿ ਐਲਬਮ ਸ਼ੂਟ ਹੁੰਦੀਆਂ ਸੀ ਉਸ ਤੋਂ ਪਹਿਲਾਂ। ਉਹ ਐਲਬਮ ਦਾ ਗਾਣਾ ਸੀ ਜਿਸ ਤੋਂ ਬਾਅਦ ਗਾਣੇ ਦੇ ਵਿੱਚ ਇੱਕ ਕਹਾਣੀ ਵੀ ਹੋ ਸਕਦੀ ਹੈ, ਤੇ ਜਿਹੜਾ ਐਕਟ ਕਰ ਰਿਹਾ ਉਹਨੂੰ ਸਿੰਗਰ ਹੈ, ਉਹ ਖੁਦ ਮਾਡਲ ਵੀ ਹੋ ਸਕਦਾ ਜਾਂ ਐਕਟਰ ਵੀ ਹੋ ਸਕਦਾ। ਇਹ ਉਸ ਗਾਣੇ 'ਚ ਬਣਾਇਆ ਸੀ ਮੈਂ। ਇਹ ਮਤਲਬ ਟ੍ਰੈਂਡ ਤੁਸੀਂ ਲੈ ਕੇ ਆਏ ਉਸ ਗਾਣੇ ਥਰੂ? ਔਰ ਉਸੇ ਨੇ ਇਹਨੂੰ ਇੰਨਾ ਇੰਸਪਾਇਰ ਕੀਤਾ ਔਰ ਲੋਕ ਇੰਨੇ ਪ੍ਰਭਾਵਿਤ ਹੋਏ ਕਿ ਉਸ ਤੋਂ ਬਾਅਦ ਜੀ ਆਇਆਂ ਨੂੰ ਬਣਦੀ ਹੈ। ਜੀ ਆਇਆਂ ਨੂੰ, ਮਨਮੋਹਨ ਸਿੰਘ ਦੀ ਜੀ ਆਇਆਂ ਨੂੰ ਬਣਦੀ ਹੈ ਜੀ। ਟੀ ਸੀਰੀਜ਼ ਨੇ ਕਿਹਾ ਬਣਾਓ ਫਿਲਮ ਜੀ। ਤੇ ਹਰਭਜਨ ਮਾਨ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਸਿਨੇਮੇ ਨੂੰ ਦੁਬਾਰਾ ਮੁੜ ਸਰਜੀਵਿਤ ਕਰਨ ਦਾ। ਇੱਕ ਮੌਕਾ ਐਸਾ ਆ ਗਿਆ ਸੀ ਕਿ ਪੰਜਾਬੀ ਸਿਨੇਮਾ ਲੋਕਾਂ ਨੇ ਦੇਖਣਾ ਬੰਦ ਕਰਤਾ ਸੀ, ਕਿਉਂਕਿ ਉਹੀ ਫਿਲਮਾਂ, ਉਹੀ ਜੱਟਵਾਦ ਵਾਲੀਆਂ ਫਿਲਮਾਂ ਟ੍ਰੈਂਡ ਜਿਹਾ ਚੱਲ ਪਿਆ ਸੀ। ਉਸ ਤੋਂ ਬਾਅਦ ਹਰਭਜਨ ਮਾਨ ਜੀ ਨੇ ਇਹਨੂੰ ਦੁਬਾਰਾ ਮੁੜ ਸਰਜੀਵਿਤ ਕੀਤਾ। ਫਿਰ ਤੁਸੀਂ ਹਵਾਵੇਂ ਬਣਾਈ ਬੱਬੂ ਮਾਨ ਜੀ ਦੇ ਨਾਲ। ਜਦੋਂ ਜੀ ਆਇਆਂ, ਪਹਿਲਾਂ ਮੈਂ ਇਹਨਾਂ ਨੇ ਸਾਰਿਆਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇੱਕ ਪੰਜਾਬੀ ਫਿਲਮ ਬਣਾਓ, ਤਾਂ ਮੈਂ ਉਹੀ ਆਪਦਾ ਆਰਾਮ ਨਾਲ ਜਿਵੇਂ ਕਰਦਾ ਹੁੰਦਾ, ਬਟ ਇੰਨੇ 'ਚ ਮਨ ਜੀ, ਹਰਭਜਨ ਤੇ ਟੀ ਸੀਰੀਜ਼ ਦੀ ਆਵੇ ਦੀ ਕੁਛ ਅੰਡਰਸਟੈਂਡਿੰਗ ਹੋਈ ਔਰ ਇਹਨਾਂ ਨੇ ਜੀ ਆਇਆਂ ਸ਼ੁਰੂ ਕੀਤੀ। ਉਸੇ ਸਮੇਂ ਦੌਰਾਨ ਕਿਉਂਕਿ ਮੈਂ ਬੱਬੂ ਦੇ ਗਾਣੇ ਬਹੁਤ ਕੀਤੇ ਸੀ, ਬੱਬੂ ਮਾਨ ਹੋਰਾਂ ਦੀ ਪੂਰੀ ਸੌਣ ਦੀ ਝੜੀ ਦੀ ਐਲਬਮ ਦੇ 4-5 ਗਾਣੇ ਸੀ, ਤਾਂ ਸਾਡੀ ਇੱਕ ਅੰਡਰਸਟੈਂਡਿੰਗ ਦੋਸਤੀ ਤੋਂ ਵੀ ਵੱਧ ਕੇ ਬਹੁਤ ਵਧੀਆ ਦੋਸਤੀ ਦੇ ਲੈਵਲ 'ਤੇ ਆ ਗਈ ਸੀ। ਐਂਡ ਦੈਟ ਟਾਈਮ ਵੀ ਡਿਸਕਸ ਦਿਸ ਸਬਜੈਕਟ ਹਵਾਏਂ। ਉਸ ਤੋਂ ਪਹਿਲਾਂ ਮੇਰੇ ਨਾਲ ਇੱਕ ਇਨਸੀਡੈਂਟ ਹੋ ਚੁੱਕਿਆ ਸੀ ਕਿ ਮੈਨੂੰ ਕਿਸੇ ਬੰਦੇ ਨੇ ਬੁਲਾਇਆ ਸੀ, ਤੇ ਜੋ ਖਾੜਕੂ ਲਹਿਰ ਚੱਲੀ ਸੀ ਉਸ ਲਹਿਰ ਨਾਲ ਜੋੜ ਕੇ ਇੱਕ ਕਹਾਣੀ ਸੁਣਾਈ ਮੈਨੂੰ ਉਹਨਾਂ ਨੇ। ਮੇਰੇ ਦੋਸਤ ਸੀਗੇ, ਉਹ ਰਾਈਟਰ ਸੀਗੇ, ਮੇਰੇ ਨਾਲ ਥੀਏਟਰ ਕਰਦੇ ਹੁੰਦੇ ਸੀ, BM ਵਿਆਸ, ਔਰ ਰਮਨ ਕੁਮਾਰ ਸੀ ਜੋ ਡਾਇਰੈਕਟ ਕਰ ਰਹੇ ਸੀ ਉਹ ਫਿਲਮ। ਮਨੀਸ਼ਾ ਗੋਰਾਲਾ ਉਹਦੀ ਹੀਰੋਇਨ ਹੋਣੀ ਸੀ, ਔਰ ਡਿੰਪਲ ਕਵਾੜੀਆ ਔਰ ਨਸੀਰ ਭਾਈ ਵੀ ਸੀ ਉਹਦੇ 'ਚ। ਤੇ ਜੋ ਮੈਨੂੰ ਕਹਾਣੀ ਸੁਣਾਈ ਉਹ ਬਹੁਤ ਅਜੀਬ ਸੀ। ਉਹ ਬਹੁਤ ਹੀ ਇੱਕ ਪਾਸੇ ਦਾ ਪਾਸਾ ਵਿਖਾ ਰਹੀ ਸੀ ਔਰ ਉਹ ਸੱਚ ਦੇ ਨੇੜੇ ਨਹੀਂ ਸੀ। ਤਾਂ ਮੈਂ ਉਹਨਾਂ ਨੂੰ ਉੱਥੇ ਬੈਠੇ ਕਿਹਾ, ਮੈਂ ਯਾਰ ਇਹ ਤਾਂ ਕਹਾਣੀ ਸੱਚ ਨਹੀਂ ਗਈ, ਇਹ ਤਾਂ ਝੂਠ ਹੈ। ਮੈਂ ਉਸ ਜਗ੍ਹਾ ਦਾ ਰਹਿਣ ਵਾਲਾ, ਮੈਨੂੰ ਪਤਾ ਹੈ ਜਿਸ ਬੰਦੇ ਨੂੰ ਤੁਸੀਂ ਹੀਰੋ ਬਣਾ ਰਹੇ ਹੋ ਇਸ ਫਿਲਮ 'ਚ, ਉਹਨੂੰ ਤਾਂ ਬੁੱਚੜ ਕਹਿੰਦੇ ਆ ਉੱਥੇ, ਤੁਸੀਂ ਆ ਕੀ ਬਣਾਉਣ ਜਾ ਰਹੇ ਹੋ? ਆਂਦੇ ਨਹੀਂ। ਉਹਨਾਂ ਨੇ ਖੈਰ ਮੇਰੀ ਗੱਲ ਕਾਹਤੋਂ ਸੁਣਨੀ ਸੀ, ਪਰ ਉਹ ਹੈਰਾਨ ਹੋਏ ਕਿ ਜਿਸ ਬੰਦੇ ਦਾ ਕੈਰੀਅਰ ਇੱਕ ਵਾਰੀ ਲੀਓਂ ਲੱਥ ਗਿਆ ਹੈ, 5-6 ਸਾਲ ਬਾਅਦ ਅਸੀਂ ਉਹਨੂੰ ਇੱਕ ਉਸੇ ਲੈਵਲ ਦਾ ਰੋਲ ਦੇ ਰਹੇ ਹਾਂ, ਇਹ ਨਾ ਕਰਕੇ ਜਾ ਰਿਹਾ। ਕਿਉਂਕਿ ਮੈਂ ਕਿਹਾ ਮੈਂ ਮੰਨ ਹੀ ਨਹੀਂ ਸਕਦਾ, ਮੈਂ ਆਪਦੇ ਉਸ ਜਗ੍ਹਾ ਦੇ ਲੋਕਾਂ ਨੂੰ, ਆਪਦੇ ਯਾਰਾਂ ਦੋਸਤਾਂ ਨੂੰ ਮੂੰਹ ਕੀ ਦਿਖਾਊਂਗਾ ਜੇ ਮੈਂ ਇਹ ਫਿਲਮ ਕਰ ਲਈ? ਇਹ ਤਾਂ ਟੋਟਲ ਝੂਠ ਹੈ। ਪਰ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਵੇਖ ਲਓ, ਇਹ ਫਿਲਮ ਬਣਨੀ ਨਹੀਂ, ਉਹ ਬਣੀ ਨਹੀਂ ਅੱਜ ਤੱਕ। ਮਤਲਬ ਕੰਮ ਨਾਲ ਸਮਝੌਤਾ ਨਹੀਂ ਕੀਤਾ ਤੁਸੀਂ? ਨਾ, ਉਹ ਫਿਲਮ ਨਹੀਂ ਬਣੀ। ਮੈਂ ਲੇਕਿਨ ਉਸ ਦਿਨ ਆ ਤਾਂ ਗਿਆ, ਪਰ ਮੈਂ ਸੋਚਿਆ ਕਿ ਯਾਰ ਇਹ ਫਿਲਮ ਗਲਤ ਹੈ, ਤਾਂ ਫਿਰ ਕੀ ਫਿਲਮ ਹੋਣੀ ਚਾਹੀਦੀ ਹੈ ਉਸ ਜਿਹਦੇ 'ਚ 50-60 ਹਜ਼ਾਰ ਮੁੰਡਾ ਮਾਰਿਆ ਗਿਆ ਹੈ, 12 ਸਾਲ ਅਸੀਂ ਸਫ਼ਰ ਕੀਤਾ ਹੈ, ਕੀ ਕਤਲੇਆਮ ਮਚਿਆ ਉਹਦੇ ਵਿੱਚੋਂ, ਦਿੱਲੀ ਔਰ ਕਾਨਪੁਰ 'ਚ ਜਾਂ ਹੋਰ ਸਾਰੇ ਥਾਵਾਂ 'ਤੇ ਕੀ ਕੁਛ ਹੋਇਆ, ਸਾਡਾ ਸਭ ਤੋਂ ਅਕੀਦੇ ਵਾਲੀ ਜਗ੍ਹਾ 'ਤੇ ਇੱਕ ਹਮਲਾ ਹੋਇਆ ਹੈ, ਤਾਂ ਫਿਰ ਕੀ ਹੋ ਸਕਦਾ ਹੈ? ਫਿਰ ਉਸ ਤੋਂ ਬਾਅਦ ਮੈਂ ਹਵਾਏਂ ਲਿਖੀ। ਨਹੀਂ, ਫਿਰ ਲੱਗਿਆ ਕਿ ਜੇ ਇਹ ਨਹੀਂ ਤਾਂ ਫਿਰ ਕੀ, ਤਾਂ ਫਿਰ ਉਹ ਮੈਂ ਕੀ ਕਰਾਂ, ਜੇ ਕਰਾਂ ਤਾਂ ਫਿਰ ਉਹ ਲਿਖੀ, ਫਿਰ ਹਵਾਏਂ ਲਿਖੀ। ਔਰ ਫਿਰ ਮੈਂ ਤੇ ਬੱਬੂ ਵੀ ਡਿਸਕਸ ਕਰਦੇ ਰਹਿਣਾ ਅਸੀਂ। ਤਾਂ ਹੁਣ ਮੈਂ ਉਸ ਕੰਪਨੀ ਦਾ ਨਾਂ ਤਾਂ ਕੀ ਲੈਣਾ, ਉਹਨੇ ਅਸੀਂ ਸੁਣਾਈ, ਦੇ ਆਰ ਵੈਰੀ ਮੱਚ ਐਗਰੀ ਕਿ ਅਸੀਂ ਫਿਲਮ ਕਰਨਾ ਚਾਹੁੰਦੇ ਤੁਹਾਡੇ ਨਾਲ। ਪਰ ਜਦੋਂ ਉਹਨੇ ਸਬਜੈਕਟ ਸੁਣਿਆ ਤਾਂ ਜੀ ਸਬਜੈਕਟ ਇਹ ਨਾ ਬਣਾਓ, ਸਬਜੈਕਟ ਕੋਈ ਹੋਰ ਲੈ ਲਓ। ਮੈਂ ਕਿਹਾ ਨਹੀਂ ਭਾਈ, ਸਬਜੈਕਟ ਤਾਂ ਆਹੀ ਬਣੂਗਾ। ਤਾਂ ਫਿਰ ਇੱਕ ਹੋਰ ਪ੍ਰੋਡਿਊਸਰ ਆਇਆ, ਉਹਨੇ ਸਾਡੀ ਰਿਕਾਰਡਿੰਗ ਕਰਵਾਤੀ, ਫਿਰ ਆਪ ਭੱਜ ਗਿਆ। ਮੈਂ ਤੇ ਬੱਬੂ ਫਿਰ ਸ਼ਾਮਲ ਰਹਿ ਗਏ। ਅਸੀਂ ਫਿਰ ਆਪ ਹੀ ਪੈਸੇ ਪੂਸੇ ਲਾਏ, ਸਾਡੇ ਕੋਲ ਇੰਨੇ ਹੈ ਨਹੀਂ ਸੀ। ਫਿਰ ਆ ਕੇ ਅਸੀਂ ਇੱਥੋਂ ਬੰਦੇ ਯਾਰ ਦੋਸਤੀ ਭਾਲੇ, ਫਿਰ ਉਹਨਾਂ ਨੂੰ ਜੋੜਿਆ, ਐਂਡ ਦੈਨ ਵੀ ਮੇਕ ਹਵਾਏਂ।
ਔਰ ਕਾਫੀ ਹਿੱਟ ਰਹੀ ਹਵਾਵੇਂ ਹਵਾएं ਉਸ ਦੌਰ 'ਚ ਬਹੁਤ ਹਿੱਟ ਰਹੀ ਹੈ ਤੁਹਾਡੀ ਜਿਹੜੀ ਉਹਦੇ 'ਚ ਦਿਸ਼ਾ ਨਿਰਦੇਸ਼ ਤੁਸੀਂ ਕੀਤਾ ਸੀਗਾ ਨਿਰਦੇਸ਼ਨ ਵੀ ਕੀਤਾ ਉਹ ਵੀ ਕਾਫੀ ਲੋਕਾਂ ਨੇ ਸਲਾਹਿਆ ਮੈਂ ਲਿਖੀ ਵੀ ਸੀ ਨਿਰਦੇਸ਼ਕ ਵੀ ਸੀ ਐਕਟਰ ਵੀ ਸੀ ਤੇ ਵਨ ਆਫ ਦੀ ਜੋ ਸਾਰੇ ਬਾਕੀ ਮੇਰੇ ਯਾਰ ਦੋਸਤ ਸੀਗੇ ਨਿਰਭਜੀਤ ਤਨੋਏ ਹਰੀ ਭੱਟੀ ਸਾਹਿਬ ਹੋਰੀ ਬੱਬੂ ਖੁਦ ਮੈਂ ਸਾਰਿਆਂ ਨੇ ਰਲ ਕੇ ਪ੍ਰੋਡਿਊਸ ਵੀ ਕੀਤੀ ਸੀ ਔਰ ਬੜੇ ਯਾਰ ਦੋਸਤ ਖੰਗਲ ਕੀਤੇ ਅਸੀਂ ਪੈਸੇ ਮੰਗ ਕੇ ਸਾਡੇ ਕੋਲੇ ਤਾਂ ਇਹ ਨਹੀਂ ਸੀ ਇੰਨੇ ਤੇ ਬਹੁਤ ਐਪਰੀਸ਼ੀਏਟ ਹੋਈ ਸੀ ਬਹੁਤ ਬਲਕਿ ਅਸੀਂ ਤਾਂ ਉਹ 'ਚ ਬੜੇ ਰੌ ਤਰੀਕੇ ਨਾਲ ਚੱਲੇ ਸੀ ਰੌ ਤਰੀਕਾ ਕੀ ਕਿ ਓਵਰਸੀਜ਼ ਦੇ ਵਿੱਚ ਡਿਸਟ੍ਰੀਬਿਊਟਰ ਬੜੇ ਅਜੀਬ ਤਰੀਕੇ ਨਾਲ ਤੁਹਾਡੇ ਨਾਲ ਬਿਹੇਵ ਕਰਦੇ ਸੀ ਉਹਨਾਂ ਦਿਨਾਂ 'ਚ ਰਿਲੀਜ਼ ਦਾ ਇੱਕ ਸਿਸਟਮ ਅਲੱਗ ਹੁੰਦਾ ਸੀ ਅਸੀਂ ਕਹਿੰਦੇ ਸੀ ਚੱਲ ਯਾਰ ਨਹੀਂ ਤਾਂ ਨਾ ਅਸੀਂ ਆਪੇ ਹੀ ਕਰਾਂਗੇ ਉਹ ਕਹਿ ਤਾਂ ਬੈਠੀ ਦਾ ਸੀ ਫਿਰ ਉਹਨੂੰ ਨਿਭਾਉਣ 'ਚ ਬੜੀ ਜਾਨ ਗਵਾਚਦੀ ਸੀ ਪਰ ਫਿਰ ਕੀਤਾ ਸਾਰਾ ਕੁਝ ਕੀਤਾ ਇਸ ਲਈ ਉਹ ਪਾਰਟਸ ਦੇ ਵਿੱਚ ਰਿਲੀਜ਼ ਹੋਈ ਸੀ ਪਹਿਲੀ ਵਾਰੀ ਪੰਜਾਬ ਤੇ ਕੈਨੇਡਾ 'ਚ ਰਿਲੀਜ਼ ਹੋਈ ਫਿਰ ਇੱਥੇ ਕਮਾਲ ਦਾ ਰਿਸਪੌਂਸ ਮਿਲਿਆ ਤਾਂ ਯੂਕੇ 'ਚ ਰਿਲੀਜ਼ ਹੋ ਗਈ ਉਹ ਸਾਰਾ ਰਿਸਪੌਂਸ ਵੇਖ ਕੇ ਫਿਰ ਬਾਕੀ ਹਿੰਦੁਸਤਾਨ 'ਚ ਰਿਲੀਜ਼ ਹੋ ਗਈ ਹਵਾएं ਕਾਫੀ ਸੁਪਰ ਹਿੱਟ ਰਹੀ ਹੈ ਤੁਹਾਡੀ ਫਿਲਮ ਸੁਪਰ ਹਿੱਟ ਵੀ ਸੀ ਬੈਨ ਵੀ ਹੋਈ ਕੇਸਸ ਵੀ ਹੋਏ ਸਾਡੇ ਤੇ ਬੜੇ ਰੌਲੇ ਰੱਪੇ ਵੀ ਪਏ ਇੱਕ ਪ੍ਰੋਡਿਊਸਰ ਸਾਡਾ ਵਿਚਾਰੇ ਨੂੰ ਫੜ ਵੀ ਲਿਆ ਉਸ ਤੋਂ ਬਾਅਦ ਬੜਾ ਕੁਝ ਹੋਇਆ ਬਟ ਉਹ ਮੈਨੂੰ ਅੱਜ ਵੀ ਫਖਰ ਆ ਉਹ ਕੀਤੇ ਹੋਏ ਕੰਮ ਤੇ ਕਿ ਅਸੀਂ ਮੈਨੂੰ ਬੜੇ ਬੰਦੇ ਆਂਦੇ ਸੀ ਕਿ ਤੁਸੀਂ ਉਹੀ ਸਬਜੈਕਟ ਕਿਉਂ ਚੁਣਿਆ ਮੈਂ ਕਿਹਾ ਜਦੋਂ ਮੈਨੂੰ ਫਿਲਮ ਬਣਾਉਣੀ ਆਈ ਤਾਂ ਮੈਂ ਉਹੀ ਚੁਣਨਾ ਸੀ ਕਿਉਂਕਿ ਜੋ ਪੀੜ ਸਾਡੇ ਹੋਈ ਹੈ ਉਹ ਸਪੀਡ ਦੀ ਗੱਲ ਸਪਿਲਬਰਗ ਨੇ ਤਾਂ ਨਹੀਂ ਕਰਨੀ ਜੇਮਸ ਕੈਮਰੂਨ ਨੇ ਤਾਂ ਨਹੀਂ ਕਰਨੀ ਮੈਂ ਹੀ ਕਰੂੰਗਾ ਤਾਂ ਮੈਂ ਕੀਤੀ ਨਾਲੇ ਤੁਹਾਡੇ ਪਿਤਾ ਜੀ ਵੀ ਕਾਫੀ ਵੱਡਾ ਨਾਮ ਹੈ ਸਰਦਾਰ ਬਾਬੂ ਸਿੰਘ ਮਾਨ ਉਹਨਾਂ ਦਾ ਉਹ ਇਸ ਦੁਖਾਂਤ ਨੂੰ ਲਿਖਦੇ ਵੀ ਰਹੇ ਨੇ ਉਹਨਾਂ ਦੇ ਗਾਣੇ ਤਕਰੀਬਨ ਹਰ ਪੰਜਾਬੀ ਸਿੰਗਰ ਨੇ ਗਾਏ ਨੇ ਔਰ ਜੇ ਇਹ ਪੀੜ ਤੁਹਾਡੇ ਵਿੱਚ ਨਹੀਂ ਉੱਠਦੀ ਤਾਂ ਫਿਰ ਕਿਹਦੇ 'ਚ ਉੱਠਦੀ ਇਹ ਵੀ ਗੱਲ ਹੈ ਦੇਖੋ ਜੋ ਅਸੀਂ ਵੇਖਿਆ ਮੈਂ ਤਾਂ ਮੇਰੇ ਬਹੁਤ ਸਾਰੇ ਦੋਸਤ ਨੇ ਜੋ ਉਸ ਪੂਰੇ ਦਹਾਕੇ 'ਚ ਸ਼ਹੀਦ ਹੋਏ ਨੇ ਉਹ ਇੱਧਰ ਵੀ ਸੀ ਉੱਧਰ ਵੀ ਸੀ ਤੇ ਉਹਦਾ ਜ਼ਿਕਰ ਜੇ ਮੈਂ ਨਾ ਕਰਾਂ ਤਾਂ ਬੇਈਮਾਨੀ ਹੋਊਗੀ ਤੁਸੀਂ ਇੱਧਰ ਉੱਧਰ ਦੀਆਂ ਕਹਾਣੀਆਂ ਨਾ ਪਾਲੋ ਦੇਖੋ ਤੁਸੀਂ ਅੱਜ ਹੁਣੀ ਮੈਂ ਆਪਣੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨੂੰ ਕਹਿ ਰਹੀ ਸੀ ਇੱਕ ਖਬਰ ਬਾਰੇ ਐਜ਼ ਅ ਜਰਨਲਿਸਟ ਤੁਸੀਂ ਰਿਐਕਟ ਕਰ ਰਹੇ ਹੋ ਨਾ ਤਾਂ ਮੇਕਰ ਦਾ ਵੀ ਇਹੀ ਕੰਮ ਹੁੰਦਾ ਹੈ ਕਿਸੇ ਵੀ ਹੋਣ ਵਾਲੀ ਵੱਡੀ ਘਟਨਾ ਨੂੰ ਰਿਐਕਟ ਕਰਨਾ ਹਾਂ ਅਸੀਂ ਉਸ ਘਟਨਾ ਨੂੰ ਬਣਾਉਣ 'ਚ ਰਿਐਕਟ ਕਰਨ 'ਚ ਥੋੜਾ ਟਾਈਮ ਲੈਂਦੇ ਹਾਂ ਬਟ ਸਾਡੇ ਰਿਐਕਸ਼ਨ ਦਾ ਅਸਰ ਸਦੀਵੀ ਹੁੰਦਾ ਹੈ ਸਦੀਵੀ ਲੰਬਾ ਅਸਰ ਹੁੰਦਾ ਹੈ ਔਰ ਤੁਸੀਂ ਇੱਕ ਬੜੀ ਸੋਹਣੀ ਇੰਟਰੋਡਕਸ਼ਨ 'ਚ ਗੱਲ ਕਹਿ ਰਹੀ ਸੀ ਸਿਨੇਮਾ ਇੱਕ ਜ਼ਮਾਨਾ ਸੀ ਜਦੋਂ ਤਲਵਾਰਾਂ ਨਾਲ ਬਦਲਿਆ ਜਾਂਦਾ ਸੀ ਫਿਰ ਕਲਮਾਂ ਨਾਲ ਅੱਜ ਜ਼ਮਾਨੇ ਕੈਮਰੇ ਨਾਲ ਬਦਲੇ ਜਾਂਦੇ ਨੇ ਇਹ ਬਹੁਤ ਤਾਕਤਵਰ ਚੀਜ਼ ਹੈ ਔਰ ਇਹਦੇ ਰਾਹੀਂ ਜੋ ਫਿਲਮ ਬਣਦੀ ਹੈ ਉਹ ਵੀ ਬਟ ਜੇ ਇਹਦਾ ਸਹੀ ਇਸਤੇਮਾਲ ਹੋਵੇ ਤਾਂ ਇੱਕ ਫਿਲਮ ਤੁਸੀਂ ਸੁਣੀ ਹੋਣੀ ਲਾਇਨ ਆਫ ਡੈਜ਼ਰਟ ਉਮਰ ਮੁਖਤਾਰ ਐਂਥਨੀ ਕੁਇਨ ਸੀ ਉਹਦੇ 'ਚ ਮੈਨੂੰ ਉਹਦਾ ਉਹ ਥਾਟ ਕਿ ਇਹ ਆਈ ਥਿੰਕ ਲਿਬੀਆ ਦੀ ਗੱਲ ਹੈ ਕਿ ਉਮਰ ਮੁਖਤਾਰ ਉੱਥੇ ਹੋਏ ਨੇ ਆਜ਼ਾਦੀ ਦੇ ਬਹੁਤ ਵੱਡੇ ਘੁਲਾਟੀ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਇੱਕ ਪੂਰੇ ਸੰਘਰਸ਼ ਤੋਂ ਬਾਅਦ ਤੇ ਆਖਿਰ 'ਚ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਫਾਂਸੀ ਦੇ ਕੇ ਜੋ ਲੋਕਾਂ 'ਚ ਜਨਤਕ ਫਾਂਸੀ ਸੀ ਲੋਕ ਤੇ ਗੋਰੇ ਅੰਗਰੇਜ਼ ਚਲੇ ਜਾਂਦੇ ਨੇ ਜਾਂ ਜੋ ਵੀ ਉੱਥੇ ਹੁਕਮਰਾਨ ਸੀ ਮਿਲਦਾ ਫ੍ਰੈਂਚ ਦਾ ਕਬਜ਼ਾ ਸੀ ਉੱਥੇ ਸ਼ਾਇਦ ਤੇ ਉਹਨਾਂ ਦਾ ਚਸ਼ਮਾ ਡਿੱਗ ਪੈਂਦਾ ਹੈ ਫਾਂਸੀ ਉਹ ਇੱਕ ਥਾਟ ਹੈ ਤਾਂ ਇੱਕ ਬੱਚਾ ਆਉਂਦਾ ਹੈ ਔਰ ਉਸ ਚਸ਼ਮੇ ਨੂੰ ਲਾ ਲੈਂਦਾ ਹੈ ਔਰ ਫਿਲਮ ਉੱਤੇ ਖਤਮ ਹੋ ਜਾਂਦੀ ਹੈ ਕਿ ਤੁਸੀਂ ਇੱਕ ਨੂੰ ਤਾਂ ਮਾਰਤਾ ਦੂਸਰਾ ਪੈਦਾ ਹੋ ਗਿਆ ਮੇਰੇ ਸਾਹਮਣੇ ਕਿਰਾ ਦਲੀਪ ਸਾਹਿਬ ਨੇ ਜਦੋਂ 92 ਦੇ ਰਾਈਟਸ ਹੋਏ ਸੀ ਦੰਗੇ ਹੋਏ ਸੀ ਉੱਥੇ ਰਿਐਕਟ ਕਰ ਰਹੇ ਸੀ ਉਹਨਾਂ ਗੱਲਾਂ ਦਾ ਅਸਰ ਸੀਗਾ ਮੇਰੇ ਤੇ ਵੀ ਕਿਉਂਕਿ ਮੈਨੂੰ ਜਦੋਂ ਤੁਸੀਂ ਕਿਸੇ ਆਪ ਦੇ ਰਿਲੇਟ ਕਰ ਲੈਂਦੇ ਹੋ ਮੈਨੂੰ ਐਂ ਲੱਗਿਆ ਜੋ ਮੈਂ ਉੱਥੇ ਦੇਖ ਰਿਹਾ ਸ਼ਾਇਦ 84 ਚ ਵੀ ਤਾਂ ਹੀ ਹੋਇਆ ਹੋਣਾ ਮੈਂ ਇੱਕ ਹਵਾएं ਚ ਹੀ ਇਸੇ ਥਾਟ ਤੋਂ ਪ੍ਰਭਾਵਿਤ ਹੋ ਕੇ ਇੱਕ ਚੀਜ਼ ਰੱਖੀ ਸੀ ਕਿ ਮੇਰਾ ਕਰੈਕਟਰ ਆਉਂਦਾ ਹੈ ਦਿੱਲੀ 'ਚ ਉਹਦੇ ਮਾਂ-ਬਾਪ ਸਾਰੇ ਮਾਰੇ ਜਾ ਚੁੱਕੇ ਨੇ ਭੈਣ ਭਾਈ ਤਾਂ ਉਹਦਾ ਫਾਦਰ ਕਿਉਂਕਿ ਬ੍ਰਿਗੇਡੀਅਰ ਸੀ ਦੇਸ਼ ਲਈ ਲੜੇ ਵੀ ਸੀ ਬਟ ਉਹਨਾਂ ਦੇ ਗਲੇ 'ਚ ਟਾਇਰ ਪਾ ਕੇ ਸਾੜਿਆ ਗਿਆ ਔਰ ਉਹਨਾਂ ਦੀ ਪੱਗ ਪਈ ਆ ਉੱਥੇ ਅੱਧ ਜਲੀ ਜੀ ਤਾਂ ਇੰਨੇ 'ਚ ਕੁਛ ਬੰਦੇ ਲੱਗਦੇ ਨੇ ਕੋਲ ਦੀ ਤੋਆਂ ਦੇ ਯਾਰ ਬੜਾ ਮਾੜਾ ਹੋਇਆ ਸਾਰੇ ਮਾਰੇ ਗਏ ਤਾਂ ਇਹ ਦਵਾ ਦਵਨ ਉਹਨਾਂ ਦਾ ਨਹੀਂ ਇੱਕ ਜਿਉਂਦਾ ਹੈ ਔਰ ਪੱਗ ਚੱਕ ਕੇ ਆਪਦੇ ਸਿਰ ਤੇ ਬੰਨ ਲੈਂਦਾ ਹੈ ਉਹਦੇ ਜਿਸ ਚੀਜ਼ ਕਰਕੇ ਤੁਸੀਂ ਮਾਰਿਆ ਹੈ ਮੈਂ ਮੋਨਾ ਸੀ ਲੋ ਮੈਂ ਬੰਨ ਲਈ ਕਿੰਨੇ ਕੁ ਮਾਰੂੰਗੇ ਸੋ ਇਹ ਗੱਲਾਂ ਦਾ ਅਸਰ ਜੋ ਹੁੰਦਾ ਹੈ ਸਦੀਵੀ ਹੁੰਦਾ ਅੱਜ ਮੈਨੂੰ ਲਾਇਨ ਆਫ ਡੈਜ਼ਰਟ ਦਾ ਅਸਰ ਹੈ ਨਾ ਮੈਨੂੰ ਯਾਦ ਹੈ ਨਾ ਮੈਨੂੰ ਇਸੇ ਤਰ੍ਹਾਂ ਫਿਲਮਾਂ ਨਾਲ ਜੁੜੀਆਂ ਤੁਸੀਂ ਆਪਣੇ ਮੁੰਡੇ ਬੈਠੇ ਨੇ ਇਹਨਾਂ ਤੋਂ ਪੁੱਛ ਲਓ ਇਹਨਾਂ ਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਯਾਦ ਹੋਣਗੀਆਂ ਹਾਂ ਬਟ ਉਹ ਸਹੀ ਦਿਸ਼ਾ ਵੱਲ ਹੋਣ
ਡਿਸਟਰਕਟਿਵ ਨਾ ਹੋਣ, ਕੰਸਟਰਕਟਿਵ ਹੋਣ ਉਹ ਸਟੈਪ। ਜੇ ਤੁਸੀਂ ਇਹ ਵੀ ਕਹਿ ਰਹੇ ਹੋ ਤਾਂ ਤੁਸੀਂ ਇਹ ਉਹਨਾਂ ਲੋਕਾਂ ਨੂੰ ਕਹਿ ਰਹੇ ਹੋ ਜਿਨ੍ਹਾਂ ਨੇ ਉਹ ਹਰਕਤਾਂ ਕੀਤੀਆਂ ਸੀ। ਮੈਨੂੰ ਬੜੇ ਲੋਕਾਂ ਨੇ ਕਿਹਾ ਸੀ ਹਵਾਈਨ ਦਾ ਤੁਸੀਂ ਐਂਡਿੰਗ ਕੀ ਕਰੋਗੇ, ਖਤਰਨਾਕ ਐਂਡ ਕੀ ਕਰ ਸਕਦੇ ਹੋ ਇਸ ਮੂਵਮੈਂਟ ਦਾ। ਮੈਂ ਉਹਦਾ ਐਂਡ ਇਹੀ ਕੀਤਾ ਸੀ ਕਿ ਉਹਨਾਂ ਗਲਤੀਆਂ ਨੂੰ ਆਇਡੈਂਟੀਫਾਈ ਕਰੋ ਜਿਨ੍ਹਾਂ ਕਰਕੇ ਸਭ ਕੁਝ ਹੋਇਆ, ਤਾਂ ਜੋ ਇਹ ਹਵਾਵਾਂ ਦੁਬਾਰਾ ਨਾ ਚੱਲਣ। ਇੰਨੇ ਇੱਥੇ ਮੁੰਡੇ ਮਾਰੇ ਗਏ, ਤੁਸੀਂ ਕਿੰਨਾ ਕਤਲੇਆਮ ਕੀਤਾ ਕਿ ਇਹ ਐਂ ਸੀ, ਇਹ ਕਿਸੇ ਗੱਲ ਕਰਕੇ ਸੀ ਨਾ, ਉਹਨੂੰ ਉਹਦੇ ਬਾਰੇ ਗੱਲ ਤਾਂ ਕਰੋ, ਉਹਦਾ ਜ਼ਿਕਰ ਤਾਂ ਕਰੋ। ਹਵਾ ਮਾਰ ਗਿਆ ਜਾਂ ਪਾਣੀ? ਦੁੱਖ ਇਸ ਗੱਲ ਦਾ ਨਹੀਂ ਕਿ ਦਿੱਲੀ 'ਚ ਕਤਲੇਆਮ ਕੀਤਾ ਗਿਆ, ਉਹ ਤਾਂ ਹੈਗਾ ਹੀ ਸੀ। ਉਸ ਤੋਂ ਵੀ ਵੱਡਾ ਦੁੱਖ ਇਹ ਹੈ ਕਿ ਕਰਨ ਵਾਲੇ ਅੱਜ ਵੀ ਬਲੈਕ ਕੈਟ ਕਮਾਂਡੋ ਲੈ ਕੇ ਘੁੰਮਣ। ਤਾਂ ਅਸੀਂ ਕਮ ਸੇ ਕਮ ਚਾਹੇ ਐਂ ਬੋਲ ਕੇ, ਚਾਹੇ ਲਿਖ ਕੇ, ਜਾਂ ਫਿਰ ਫਿਲਮਾਂ ਰਾਹੀਂ ਇਹ ਮੈਸੇਜ ਦੇ ਤਾਂ ਸਕੀਏ। ਗੱਲ ਕਰਦੇ ਰਹਾਂਗੇ ਹਮੇਸ਼ਾ ਇਸ। ਨਹੀਂ, ਇਹ ਜ਼ਰੂਰੀ ਹੈ। ਕਾਰਨ ਕੀ ਹੈ ਕਿ ਜੇ ਅਸੀਂ ਖੁੱਲ ਕੇ 47 ਡਿਸਕਸ ਕੀਤਾ ਹੁੰਦਾ ਸ਼ਾਇਦ 84 ਨਾ ਹੁੰਦਾ। 84 ਤੇ ਜੇ ਅਸੀਂ ਪੂਰੀ ਤਰ੍ਹਾਂ ਨਾਲ ਗਲਤ ਬੰਦਿਆਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਸ਼ਾਇਦ ਗੁਜਰਾਤ ਨਾ ਹੁੰਦਾ, ਬਾਬਰੀ ਮਸਜਿਦ ਤੋਂ ਬਾਅਦ ਜੋ ਹੋਇਆ ਉਹ ਨਾ 92 ਨਾ ਹੁੰਦਾ, ਉਸ ਤੋਂ ਬਾਅਦ ਵੀ ਕਿੰਨੀ ਲਾਈਨ ਅੱਜ ਤੱਕ ਹੋ ਰਿਹਾ, ਉਹ ਸਾਰਾ ਕੁਝ ਰੁਕ ਜਾਂਦਾ। ਜਦੋਂ ਅਸੀਂ ਕ੍ਰਾਈਟੇਰੀਆ ਬਣਾ ਦਿੰਨੇ ਹਾਂ, ਮਾਪਦੰਡ ਬਣਾ ਦਿੰਨੇ ਹਾਂ ਕਿ ਇਹ ਕਰਨ ਤੋਂ ਬਾਅਦ ਤਾਂ ਮਿਨਿਸਟਰ ਬਣ ਸਕਦਾ ਬੰਦਾ, ਵੱਡਾ ਲੀਡਰ ਬਣ ਸਕਦਾ ਹੈ, ਤਾਂ ਫਿਰ ਅਸੀਂ ਕੀ ਚੰਗੇ ਦੀ ਉਮੀਦ ਕਰਾਂਗੇ। ਸੋ ਇਹ ਫਿਲਮਾਂ ਤੁਹਾਡੀ, ਮੇਰੀ, ਸਾਡੀ ਸਾਰਿਆਂ ਦੀ ਡਿਊਟੀ ਹੈ, ਇਕੱਲੀ ਡਿਊਟੀ ਪੋਲੀਟੀਸ਼ੀਅਨਾਂ ਦੀ ਜਾਂ ਬਿਊਰੋਕਰੈਟਸ ਦੀ ਨਹੀਂ। ਇਸ ਸਮਾਜ ਨੂੰ ਸੁਧਾਰਨ ਦੀ, ਇਸ ਸੂਬੇ ਨੂੰ, ਆਪਦੀ ਕੌਮ ਨੂੰ, ਆਪਦੇ ਦੇਸ਼ ਨੂੰ ਅੱਗੇ ਲਿਜਾਣ ਦੀ ਡਿਊਟੀ ਹਰ ਸ਼ੋਬੇ ਦੇ ਵਿੱਚ ਜੋ ਬੰਦਾ ਹੁੰਦਾ ਉਹਦੀ ਹੁੰਦੀ ਹੈ, ਔਰ ਉਹਨੂੰ ਨਿਭਾਉਣਾ ਵੀ ਚਾਹੀਦਾ। ਔਰ ਸਿਨੇਮਾ ਇੱਕ ਅਜਿਹੀ ਚੀਜ਼ ਹੈ ਕਿ ਤੁਸੀਂ ਇੰਟਰਟੇਨ ਕਰਦੇ 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 ਕੁਛ ਕਹਿ ਵੀ ਜਾਵੋ, ਕੁਛ ਕਹਿ ਵੀ ਜਾਵੋ ਜਿਹਨੂੰ ਕਿ ਲੋਕ ਯਾਦ ਰੱਖਣ, ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਸੋ ਆਈ ਟਰਾਈ ਮਾਈ ਬੈਸਟ ਇਨ ਕਿ ਮੈਂ ਕਰਦਾ ਰਵਾਂ। ਕਾਫਲਾ 'ਚ ਇਨਲੀਗਲ ਇਮੀਗ੍ਰੇਸ਼ਨ ਤੇ ਸੀ, ਹਾਣੀ 'ਚ ਇੱਕ ਪੁਰਾਣੇ ਪੰਜਾਬ ਦਾ ਕਲਚਰ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ ਉਹਦੇ ਤੇ ਸੀ। ਉਸ ਤੋਂ ਬਾਅਦ 2-3 ਚੀਜ਼ਾਂ ਫਿਲਮਾਂ ਜੋ ਵੀ ਬਣਾਈਆਂ, ਆਪਰਾ ਜੋ ਕਤਲੇਆਮ ਪੰਜਾਬ 'ਚ ਮੱਚਿਆ ਸੀ ਗਦਾਰ 'ਚ, ਉਹਦੇ ਬਾਰੇ ਸੀ। ਅੱਜ ਡੇਰਾਬਾਦ ਦੇ ਵਿੱਚ ਖਰਾਬ ਲੋਕ, ਆਹ ਤਾਂ ਬਾਅਦ 'ਚ ਹੋਇਆ ਸਿਰਸੇ ਵਾਲੇ ਨਾਲ ਜੋ ਹੋਇਆ। ਮੈਂ ਤਾਂ ਉਹਦੇ ਜਿਉਂਦੇ ਜਦੋਂ ਪੂਰੀ ਚੜ੍ਹਾਈ 'ਚ ਸੀ, ਮੈਂ ਤਾਂ ਉਦੋਂ ਕਿਹਾ ਸੀ ਇਹ ਗਲਤ ਹੈ। ਮਤਲਬ ਮੈਂ ਇੱਕ ਬੰਦੇ ਦਾ ਨਾਂ ਨਹੀਂ ਲਿਆ ਸੀ, ਮੈਂ ਕਿਹਾ ਸੀ ਕਿ ਇਹੋ ਜਿਹੇ ਬਾਬੇ ਜਿਹੜੇ ਗਲਤ ਬਾਬੇ ਨੇ, ਇੱਕ ਤਾਂ ਬਾਬਾ ਸ਼ਬਦ ਹੀ ਨਹੀਂ ਹੋਣਾ ਚਾਹੀਦਾ ਇਹਨਾਂ ਨਾਲ। ਬਾਬਾ ਇੱਕ ਬਹੁਤ ਰਿਸਪੈਕਟਡ ਸ਼ਬਦ ਹੈ ਕਿ ਜੋ ਵੀ ਲੋਕਾਂ ਨੂੰ ਭ੍ਰਮਤ ਕਰਕੇ ਆਪਦੇ ਆਪ ਨੂੰ ਵੱਡਾ ਕਰਦੇ ਨੇ ਜਾਂ ਆਪਦੀਆਂ ਕੋਠੀਆਂ ਬਣਾਉਂਦੇ ਨੇ, ਆਹ ਕਰਦੇ ਨੇ, ਉਹ ਗਲਤ ਹੈ। ਤਾਂ ਮੈਂ ਤਾਂ ਐਂਟਰਟੇਨ ਕਰਦਾ ਹੋਇਆ ਕੋਸ਼ਿਸ਼ ਕਰਦਾ ਰਹਿਣਾ ਇਹੋ ਜਿਹੀਆਂ ਚੀਜ਼ਾਂ ਦੀ ਕਿ ਆਪਦੇ ਵੱਲੋਂ ਇੱਕ ਮੈਸੇਜ ਵੀ ਦੇ ਜਾਓ, ਔਰ ਬਟ ਕਹੋ ਉਹਨੂੰ ਐਂਟਰਟੇਨਮੈਂਟ 'ਚ ਲਪੇਟ ਕੇ, ਡਾਕੂਮੈਂਟਰੀ ਨਾ ਬਣਾਉਣ ਬਹਿ ਜਾਓ ਕਿ ਹੱਸਦੇ ਖੇਡਦੇ ਰੋਮਾਂਸ ਕਰਦੇ ਜਾਂ ਡਰਾਮੈਟਿਕ ਹੁੰਦੇ ਲੋਕਾਂ ਨੂੰ ਸਵਾਦ ਦਿੰਦੇ ਵਿੱਚ ਉਹਨਾਂ ਨੂੰ ਇੱਕ ਗੱਲ ਇਹ ਵੀ ਦੇ ਜਾਓ। ਇਹ ਐਟ ਦੈਟ ਟਾਈਮ ਆਈ ਟਰਾਈ ਆਲਵੇਜ਼। ਅਮਿਤੋਜ ਜੀ, ਬਹੁਤ ਵੱਡਾ ਨਾਮ ਹੈ ਤੁਹਾਡੇ ਫਾਦਰ ਸਾਹਿਬ ਦਾ। ਕੀ ਤੁਹਾਡਾ ਜਿਹੜਾ ਇਸ ਦਿਸ਼ਾ ਵੱਲ ਨੂੰ ਆਉਣਾ, ਥੀਏਟਰ ਕਰਨਾ ਜਾਂ ਫਿਲਮਾਂ ਲਿਖਣੀਆਂ ਜਾਂ ਨਿਰਦੇਸ਼ਨ ਕਰਨਾ, ਕੀ ਆਪਾਂ ਕਹਿ ਲਈਏ ਕਿ ਇਹ ਵਿਰਾਸਤ 'ਚੋਂ ਮਿਲਿਆ ਤੁਹਾਨੂੰ? ਹਾਂ, ਕਿਉਂਕਿ ਮੇਰੇ ਐਟਮੋਸਫੀਅਰ ਸੀਗਾ ਮੇਰੇ ਘਰ। ਇਸ ਤਰ੍ਹਾਂ ਡੈਡੀ ਜੀ ਨੂੰ ਮਿਲਣ ਆਉਂਦੇ ਸੀ ਲੋਕ ਬਹੁਤ ਸਾਰੇ, ਜੋ ਕਲਾਕਾਰ ਹੀ ਹੁੰਦੇ ਸੀ ਜ਼ਿਆਦਾਤਰ। ਖੈਰ ਉਹ ਪੋਲੀਟੀਸ਼ੀਅਨ ਵੀ ਆਉਂਦੇ ਸੀ ਕਿਉਂਕਿ ਇਲਾਕੇ 'ਚ ਸਰਪੰਚ ਹੋਰ ਵੀ ਸਾਰੇ ਆਉਂਦੇ ਸੀ, ਬਟ ਕਲਾਕਾਰਾਂ ਦੀ ਭਰਮਾਰ ਜ਼ਿਆਦਾ ਸੀ। ਔਰ ਇੱਕ ਨਾ ਤੁਹਾਨੂੰ, ਜਿਵੇਂ ਮੇਰੇ ਇੱਕ ਦਿਨ ਮੇਰਾ ਨੈਫਿਊ ਮੈਨੂੰ ਪੁੱਛਣ ਲੱਗ ਗਿਆ ਮੈਂ ਕੀ ਕਰਾਂ ਚਾਚਾ ਜੀ, ਮੈਂ ਕਿਹਾ ਤੂੰ ਦੱਸ ਕੀ ਕਰੇਂਗਾ। ਅਸੀਂ ਨਾ ਦੱਸੀਏ ਬੱਚੇ ਨੂੰ ਤੂੰ ਆਹ ਬਣ, ਕਿਉਂਕਿ ਸਾਡੇ ਪੰਜਾਬ ਤੇ ਹਿੰਦੁਸਤਾਨ ਨੇ ਤਾਂ ਪਹਿਲੇ ਸਾਲ ਤਾਂ ਬੱਚਿਆਂ ਦੇ ਡਾਕਟਰ ਤੇ ਇੰਜੀਨੀਅਰ ਬਣਾਉਂਦਿਆਂ ਨਹੀਂ ਕੱਢਤੇ। ਨੌਨ ਮੈਡੀਕਲ ਲੈਣਾ, ਮੈਡੀਕਲ ਲੈਣਾ, ਉਸ ਤੋਂ ਉਹ ਵਿਚਾਰਾ ਕੁਝ ਹੋਰ ਕਰਨਾ ਚਾਹੁੰਦਾ ਹੁੰਦਾ ਸੀ। ਸੋ ਪਹਿਲਾਂ ਤਾਂ ਬੱਚੇ ਦੀ ਦੇਖੋ, ਵੈਸਟਰਨ ਵਰਲਡ ਨੇ ਉਦੋਂ ਤਰੱਕੀ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਬਣਨਾ ਕੀ ਚਾਹੁੰਦੇ ਨੇ। ਜਦੋਂ ਤੁਸੀਂ ਸਹੀ ਆਇਡੈਂਟੀਫਾਈ ਕਰ ਲੈਂਦੇ ਹੋ ਕਿ ਯਾਰ ਇਹ ਇਸ ਲਾਈਨ ਵਾਲੇ ਪਾਸੇ ਜਾਂਦਾ ਹੈ। ਆਈ ਆਲਵੇਜ਼ ਸੇ ਬੈਂਸ ਸਾਹਿਬ ਕਿ ਜਦੋਂ ਤੁਹਾਡਾ ਪ੍ਰੋਫੈਸ਼ਨ ਤੁਹਾਡਾ ਪੈਸ਼ਨ ਬਣ ਜੇ ਜਾਂ ਤੁਹਾਡੇ ਸ਼ੌਂਕ 'ਚੋਂ ਤੁਹਾਡਾ ਪ੍ਰੋਫੈਸ਼ਨ ਨਿਕਲ ਆਵੇ ਤਾਂ ਉਹ ਫਿਰ ਗੱਲ ਹੀ ਵੱਖਰੀ ਹੁੰਦੀ। ਜਿਵੇਂ ਅਸੀਂ ਕੁਛ ਲੋਕਾਂ ਬਾਰੇ ਕਹਿੰਦੇ ਕਿ ਯਾਰ ਇਹ ਤਾਂ ਬਣੇ ਹੀ ਇਸ ਕੰਮ ਲਈ ਸੀ। ਅੱਜ ਅਸੀਂ ਦਲੀਪ ਸਾਹਿਬ ਦੀ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਲੱਗਦਾ ਯਾਰ ਇਹ ਬੰਦਾ ਬਣੇ ਹੀ ਇਸ ਕੰਮ ਲਈ ਸੀ। ਜੋ ਇਹ ਚੀਜ਼ ਉਦੋਂ ਹੀ ਹੁੰਦੀ ਹੈ ਜਦੋਂ ਬੱਚਾ ਖੁਦ ਡਿਸਾਈਡ ਕਰੇ ਕਿ ਮੈਂ ਬਣਨਾ ਕੀ ਹੈ, ਨਾ ਕਿ ਅਸੀਂ ਡਿਸਾਈਡ ਕਰੀਏ। ਕਿਉਂਕਿ ਰੱਬ ਨੇ ਮੈਂ ਕਾਫਲਾ ਫਿਲਮ 'ਚ ਮੇਰੇ ਡਾਇਲੌਗ ਸੀ, ਰੱਬ ਨੇ ਹਰ ਇੱਕ ਨੂੰ ਕੋਈ ਨਾ ਕੋਈ ਹੁਨਰ ਦਿੱਤਾ ਹੈ, ਬਟ ਉਸ ਹੁਨਰ ਦੀ ਪਹਿਚਾਣ ਕਰਨਾ ਜ਼ਰੂਰੀ ਹੈ। ਹੋ ਸਕਦਾ ਉਹ ਸਪੋਰਟਸ 'ਚ ਜਾਣਾ ਚਾਹੁੰਦਾ ਹੋਵੇ,
ਪੋਲੀਟੀਸ਼ੀਅਨ ਬਣਨਾ ਚਾਹੁੰਦਾ ਹੋਵੇ, ਕੋਈ ਹੋਰ ਕਿੰਨੀਆਂ ਲਾਈਨਸ ਨੇ ਸਾਡੀਆਂ, ਕੰਸਟਰਕਸ਼ਨ 'ਚ ਜਾਣਾ ਚਾਹੁੰਦਾ ਹੋਵੇ। ਹਰ ਬੰਦੇ ਦਾ ਇੱਕ ਇੰਟਰਸਟ ਹੁੰਦਾ ਹੈ। ਸੋ ਉਹਦਾ ਉਹ ਇੰਟਰਸਟ ਪਹਿਚਾਨੋ ਜਾਂ ਉਹ ਖੁਦ ਪਹਿਚਾਨੇ, ਜਾਂ ਐਜ਼ ਏ ਮਾਂ-ਬਾਪ ਟੀਚਰ ਤੁਹਾਡਾ ਫਰਜ਼ ਹੈ, ਔਰ ਫਿਰ ਇਹਨੂੰ ਉੱਧਰ ਨੂੰ ਉਤਸ਼ਾਹਿਤ ਕਰੋ। ਮੇਰਾ ਪਹਿਲੇ ਦਿਨ ਤੋਂ ਹੀ ਇੰਟਰਸਟ ਇਹ ਸੀ। ਮੈਨੂੰ ਲੱਗਦਾ ਹੁੰਦਾ ਸੀ ਕਿ ਜੋ ਇਹ ਫਿਲਮ ਹੈ ਮੈਂ ਇਹਨੂੰ ਬੈਟਰ ਬਣਾ ਸਕਦਾ ਯਾਰ, ਮੈਨੂੰ ਨਹੀਂ ਪਤਾ ਕਿਵੇਂ, ਜਾਂ ਇਹ ਜੋ ਐਕਟ ਕਰ ਰਹੇ ਨੇ ਮੈਂ ਸ਼ਾਇਦ ਬੈਟਰ ਕਰ ਸਕਦਾ। ਮੈਨੂੰ ਇਹ ਲੱਗਦਾ ਹੁੰਦਾ ਸੀ। ਪਹਿਲੀ ਵਾਰ ਕਦੋਂ ਲੱਗਿਆ, ਮਤਲਬ ਸਕੂਲ ਟਾਈਮ ਤੇ ਲੱਗਿਆ ਜਾਂ ਕਾਲਜ ਲੱਗਿਆ ਕਿ ਮੈਂ ਆਹ ਕੰਮ ਕਰਨ? ਲੱਗੀ ਚੀਜ਼ ਦਾ ਤਾਂ ਲੱਗੀ ਵਾਲਿਆਂ ਨੂੰ ਵੀ ਪੁੱਛ ਲਓ, ਨਹੀਂ ਪਤਾ ਹੁੰਦਾ ਕਦੋਂ ਲੱਗੀ ਸੀ। ਇਹ ਫੀਲ ਹੁੰਦੀ ਹੈ ਤਾਂ ਹਨਾ, ਤੁਹਾਨੂੰ ਲੱਗਦਾ ਹੀ ਹੁੰਦਾ ਹੈ। ਮੈਨੂੰ ਕਾਲਜ 'ਚ ਵੀ ਹਮੇਸ਼ਾ ਲੱਗਦਾ ਹੀ ਹੁੰਦਾ ਸੀ, ਇਸ ਲਈ ਮੈਂ ਕਦੇ ਵੀ ਨਹੀਂ ਕੋਸ਼ਿਸ਼ ਕੀਤੀ ਸੀ ਕਿ ਮੈਂ ਡਾਕਟਰ ਬਣਨਾ ਹੈ, ਮੈਂ ਇੰਜੀਨੀਅਰ ਬਣਨਾ, ਮੈਂ ਸਪੋਰਟਸ ਵਾਲੇ ਪਾਸੇ ਜਾਣਾ। ਮੈਨੂੰ ਲੱਗਦਾ ਹੀ ਹੁੰਦਾ ਸੀ ਕਿ ਮੈਂ ਇੱਧਰ ਹੀ ਜਾਊਂਗਾ ਯਾਰ। ਉਹ ਐਗਜ਼ੈਕਟ ਤਾਂ ਨਹੀਂ ਮੈਂ ਪਿਨ ਪੁਆਇੰਟ ਕਰ ਦਿੰਦਾ ਸਕਦਾ ਕਿ ਮੈਂ 8ਵੀਂ ਸੀ, 9ਵੀਂ ਸੀ, 10ਵੀਂ ਸੀ ਜਾਂ ਕਿਹੜੀ ਕਲਾਸ ਸੀ। ਆਈ ਡੋਂਟ ਨੋ ਮੈਂ ਕਿਹੜੀ ਕਲਾਸ 'ਚ, ਬਟ ਮੇਰੇ ਜ਼ਿਹਨ 'ਚ ਇਹ ਗੱਲ ਸੀਗੀ ਕਿ ਮੈਂ ਇਸੇ ਲਾਈਨ 'ਚ ਜਾਣਾ ਹੈ। ਔਰ ਇਸ ਲਈ ਇਨ ਬਿਟਵੀਨ ਆਫ ਗ੍ਰੈਜੂਏਸ਼ਨ ਮੈਂ ਬੰਬੇ ਚਲਿਆ ਗਿਆ ਸੀਗਾ, ਔਰ ਆ ਕੇ ਐਗਜ਼ਾਮ ਦੇ ਕੇ ਫਿਰ ਉਹ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਬਟ ਮੈਨੂੰ ਉੱਥੇ ਜਾ ਕੇ ਵੀ ਇਹੀ ਲੱਗਦਾ, ਜਦ ਕਿ ਮੈਂ ਕੋਈ ਥੀਏਟਰ ਇੱਥੇ ਨਹੀਂ ਕਰਕੇ ਗਿਆ ਸੀ। ਮੈਂ ਉੱਥੇ ਜਿਵੇਂ ਜਾ ਕੇ ਥੀਏਟਰ ਸ਼ੁਰੂ ਕੀਤਾ, ਸਾਲ ਕੁ ਦੇ ਵਿੱਚ ਜਿੰਨੇ ਮੇਰੇ ਤੋਂ ਬਹੁਤ ਸੀਨੀਅਰ ਮੋਸਟ ਥੀਏਟਰ ਵਾਲੇ ਸੀ, ਮੈਂ ਉਹਨਾਂ ਦੇ ਬਰਾਬਰ ਆ ਗਿਆ ਸੀ। ਕਿਉਂਕਿ ਮੈਨੂੰ ਲੱਗਦਾ ਸੀ ਮੈਂ ਇਸੇ ਲਾਈਨ ਲਈ ਬਣਿਆ। ਅੱਜ ਵੀ ਮੈਨੂੰ ਲੱਗਦਾ ਕਿ ਯਾਰ ਜੋ ਇਹ ਬਣਾਇਆ ਜਾ ਰਿਹਾ ਇਸ ਤੋਂ ਬਿਹਤਰ ਬਣਾ ਸਕਦੇ ਕਿਵੇਂ। ਉਹ ਫਿਰ ਸੋਚੋ, ਉਹ ਖੈਰ ਉਹ ਤਾਂ ਲੱਗੇ ਰਹਿੰਦੇ ਆ ਤੁਸੀਂ। ਤਾਂ ਇਹ ਜ਼ਰੂਰੀ ਹੁੰਦਾ ਕਿ ਆਪਦੇ ਸ਼ੌਕ ਨੂੰ ਆਪਦਾ ਪ੍ਰੋਫੈਸ਼ਨ ਬਣਾਓ, ਫਿਰ ਹੀ ਤੁਹਾਨੂੰ ਆਪਦੇ ਕੰਮ ਨਾਲ ਇਸ਼ਕ ਹੋਊਗਾ। ਔਰ ਜਦੋਂ ਤੁਹਾਨੂੰ ਆਪਦੇ ਕੰਮ ਨਾਲ ਇਸ਼ਕ ਹੋ ਗਿਆ ਫਿਰ ਜਲਵਾ ਹੁੰਦਾ ਹੈ। ਕਿਸਾਨੀ ਸੰਘਰਸ਼ ਦੀ ਜੇ ਗੱਲ ਕਰੀਏ, ਤੁਸੀਂ ਕਈ ਵਾਰੀ ਬੱਬੂ ਮਾਨ ਬਾਈ ਜੀ ਵੀ, ਤੁਸੀਂ ਵੀ ਕਈ ਵਾਰੀ ਤੁਸੀਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਗਏ ਹੋ। ਔਰ ਮੈਂ ਦੇਖ ਰਿਹਾ ਸੀ ਕੱਲ ਪਰਸੋਂ ਵੀ ਤੁਸੀਂ ਗੁਲਪਨਾਗ ਨਾਲ ਤੁਹਾਡੀ ਇੱਕ ਇੰਟਰਵਿਊ ਆਈ ਸੀ, ਸਾਡੇ R19 ਨੇ ਵੀ ਚਲਾਈ ਹੈ, ਤੁਹਾਨੂੰ ਸ਼ਾਇਦ ਭੇਜੀ ਸੀ ਮੈਂ ਉਹ। ਤੇ ਤੁਸੀਂ ਹਮੇਸ਼ਾ ਇੱਕ ਤਤਪਰ ਰਹਿੰਦੇ ਹੋ, ਇੱਕ ਕਿਸਾਨ ਦਾ ਪੁੱਤ ਹੋਣ ਕਰਕੇ, ਇੱਕ ਪੰਜਾਬੀਅਤ ਤੁਹਾਡੀ ਦੀ ਗੱਲ ਹੈ। ਤੇ ਕਿਵੇਂ ਦੇਖਦੇ ਹੋ ਕਿਸਾਨੀ ਸੰਘਰਸ਼ ਨੂੰ ਅੱਜ ਦੇ ਦੌਰ 'ਚ? ਦੇਖੋ, ਮੈਨੂੰ ਲੱਗਦਾ ਹਰ ਬੰਦਾ ਜਦੋਂ ਹਰ ਮਸਲੇ ਨਾਲ ਥੋੜ੍ਹਾ ਬਹੁਤ ਤਾਲੁਕ ਰੱਖੂਗਾ ਨਾ, ਹਾਂ ਇਹ ਇੱਕ ਅਲੱਗ ਹੁੰਦਾ ਕਿਹੜਾ ਕਿੰਨਾ ਕੁ ਰੱਖਦਾ। ਪਰ ਜੇ ਉਹ ਤੁਹਾਡੀ ਮਿੱਟੀ ਦਾ, ਤੁਹਾਡੇ ਜ਼ਮੀਨ ਦਾ ਮਸਲਾ ਹੋਵੇ, ਜ਼ਮੀਨ ਤੋਂ ਮੇਰਾ ਮਤਲਬ ਹੈ ਜਿੱਥੇ ਤੁਸੀਂ ਰਹਿੰਦੇ ਹੋਵੋ, ਹਰ ਆਮੋ ਖਾਸ ਉਹਦੇ ਨਾਲ ਜੁੜਿਆ ਹੋਵੇ ਤਾਂ ਤੁਹਾਨੂੰ ਰਿਐਕਟ ਕਰਨਾ ਚਾਹੀਦਾ। ਮੈਂ ਇੱਕ ਵਾਰੀ ਬਹੁਤ ਪਹਿਲਾਂ ਦਲੀਪ ਸਾਹਿਬ ਨੂੰ ਪੁੱਛਿਆ ਸੀ, ਮੈਂ ਕਿਹਾ 47 ਐਡਾ ਵੱਡਾ ਕਤਲੇਆਮ ਹੋਇਆ, 10 ਲੱਖ ਲੋਕ ਮਾਰੇ ਗਏ, ਇੰਨਾ ਵੱਡੀ ਮਾਈਗ੍ਰੇਟ, ਮਤਲਬ ਇੱਧਰੋਂ ਉੱਧਰ ਗਏ ਲੋਕ, ਉੱਧਰੋਂ ਇੱਧਰ ਆਏ, ਫਿਲਮਾਂ ਕਿਉਂ ਨਹੀਂ ਬਣੀਆਂ ਉਦੋਂ? ਇਹ ਉਸ ਤੋਂ ਪਹਿਲਾਂ ਦੀ ਗੱਲ ਹੈ ਜੋ ਗਦਰ ਬਣੀ ਸੀ ਸੰਨੀ ਵਾਲੀ, ਜਾਂ ਹੋਰ ਫਿਲਮਾਂ ਬਣੀਆਂ। ਉਦੋਂ ਪਹਿਲਾਂ ਸਿਰਫ ਇੱਕ ਹੀ ਫਿਲਮ ਬਣੀ ਸੀ, ਗਰਮ ਹਵਾ, MS ਸਤਿਊ ਸਾਹਿਬ ਨੇ ਬਣਾਈ ਸੀ। ਆਂਦੇ ਅਮਿਤੋ ਅਸੀਂ ਡਰਦੇ ਰਹੇ ਕਲਾਕਾਰ। ਮੈਂ ਤਾਂ ਖੈਰ ਬਣਾਉਣ ਵਾਲਿਆਂ 'ਚ ਨਹੀਂ ਸੀ, ਮੈਂ ਤਾਂ ਐਕਟ ਵਾਲਿਆਂ 'ਚ ਸੀ। ਕਿਉਂਕਿ ਕਲਾਕਾਰ ਕਦੇ ਕਦੇ ਡਰ ਜਾਂਦਾ ਯਾਰ, ਉਹਨੂੰ ਕਾਰਨਰ ਕਰਨਾ ਬੜਾ ਸੌਖਾ ਹੁੰਦਾ ਹੈ। ਪਰ ਮੈਨੂੰ ਹਮੇਸ਼ਾ ਹੀ ਲੱਗਦਾ ਸੀ ਕਿ ਨਹੀਂ, ਅਸੀਂ ਹਾਲੀਵੁੱਡ ਵੱਲ ਵੇਖੀ, ਉਹਨਾਂ ਨੇ JFK ਬਣਾਈ, ਉਹਨਾਂ ਨੇ ਕਿਹਾ ਉਹਦੇ 'ਚ ਕਿ JFK ਕੈਨੇਡੀ ਨੂੰ ਮਾਰਨ 'ਚ ਵਾਈਟ ਹਾਊਸ ਜਾਂ CIA ਦਾ ਹੱਥ ਆ, ਉਹ ਆਪਦੀ ਫਿਲਮ 'ਚ ਕਹਿ ਰਹੇ ਨੇ। ਇਹ ਹੈ ਹੌਸਲਾ। ਇਸ ਲਈ ਮੈਂ ਸਬਜੈਕਟ ਵੀ ਇਹੋ ਜਿਹੇ ਚੁਣੇ। ਤਾਂ ਆਮ ਜ਼ਿੰਦਗੀ 'ਚ ਵੀ ਮੇਰੀ ਇਹ ਧਾਰਨਾ ਹੈ, ਜੇ ਮੈਨੂੰ ਕੋਈ ਚੀਜ਼ ਲੱਗਦੀ ਹੈ ਕਿ ਇਹਦੇ ਨਾਲ ਖੜਨਾ ਚਾਹੀਦਾ, ਫਿਰ ਖੜਨਾ ਚਾਹੀਦਾ, ਬਹੁਤ ਜ਼ਰੂਰੀ ਹੈ। ਸਾਡੀ ਇੱਕ ਗੁਰੂ ਸਾਹਿਬ ਦੀ ਬਹੁਤ ਵੱਡੀ ਫਿਲਾਸਫੀ ਸੀ ਜਿਹਨੇ ਇਸ ਪੂਰੇ ਇਲਾਕੇ ਦੀ ਤਕਦੀਰ ਬਦਲਤੀ। ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜੇ ਤੁਹਾਡੀ ਲਿਖੀ ਹੈ ਨਾ ਤਾਂ 7 ਕਮਰਿਆਂ 'ਚ ਵੜ ਜਾਓ, ਮਰਨਾ ਲਿਖਿਆ ਤਾਂ ਮਾਰੀ ਜਾਓਗੇ, ਤੇ ਜੇ ਨਹੀਂ ਹੈ ਤਾਂ ਫਿਰ ਭਲਾ ਹਾਥੀ ਨਾਲ ਲੜ ਪਓ। ਤਾਂ ਬਚਿੱਤਰ ਸਿੰਘ ਹਾਥੀ ਨਾਲ ਲੜ ਪਿਆ। ਉਸ ਤੋਂ ਬਾਅਦ ਸਾਡੇ ਖਿੱਤੇ ਨੇ ਰਿਐਕਟ ਕਰਨਾ ਸ਼ੁਰੂ ਕੀਤਾ, ਤੇ ਜੋ ਉੱਧਰੋਂ ਸਾਨੂੰ ਧਾੜ ਵੀ ਆਉਂਦੇ ਹੁੰਦੇ ਸੀ, ਕਾਬਲ ਜਾਂ ਇਰਾਨ ਜਾਂ ਕਿਤੋਂ ਵੀ, ਅਸੀਂ ਉਲਟਾ ਉਹਨਾਂ ਦੇ ਜਾ ਕੇ ਕਾਬਲ ਦੇ ਵਿੱਚ ਕੌਣ ਰਾਜਾ ਬਣੂਗਾ ਅਸੀਂ ਡਿਸਾਈਡ ਕਰਨ ਲੱਗ ਗਏ। ਇਸ ਇੱਕ ਫਿਲਾਸਫੀ ਨੇ ਸਾਰਾ ਕੁਝ ਬਦਲਤਾ। ਸੋ ਮੈਂ ਇਸ ਗੱਲ ਦਾ ਕਾਇਲ ਹਾਂ ਕਿ ਜੋ ਹੋਣਾ ਹੈ ਉਹ ਤਾਂ ਹੋਣਾ ਹੈ। ਆਪਦੇ ਕਰਮ ਤਾਂ ਚੰਗੇ ਰੱਖੋ। ਜੇ ਮੈਨੂੰ ਕੋਈ ਚੀਜ਼ ਗਲਤ ਲੱਗ ਰਹੀ ਤਾਂ ਮੈਂ ਕਹਾਂ ਇਹ ਗਲਤ ਹੈ। ਇਨਸਾਨੀਅਤ ਦਾ ਸਭ ਤੋਂ ਪਹਿਲਾ ਫਰਜ਼ ਇਹ ਹੁੰਦਾ ਹੈ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ। ਜੇ ਮੈਨੂੰ ਲੱਗ ਰਿਹਾ ਗਲਤ ਹੈ, ਮੈਂ ਇੱਥੇ ਕੁਰਸੀ ਤੇ ਬਹਿ ਕੇ ਸੋਚ ਰਿਹਾ ਗਲਤ ਹੈ, ਤਾਂ ਫਿਰ ਮੈਂ ਖੁੱਲ੍ਹ ਕੇ ਕੈਮਰੇ ਦੇ ਅੱਗੇ ਕਿਉਂ ਨਹੀਂ ਕਹਿੰਦਾ ਇਹ ਗਲਤ ਹੈ? ਹਾਂ, ਉਹਦੇ ਲਈ ਤਰਕ ਵਿਤਰਕ ਹੋ ਸਕਦੇ ਨੇ। ਇਹ ਤਾਂ ਤੁਸੀਂ ਡਿਪਲੋਮੈਟਿਕ ਨਹੀਂ ਹੋ, ਇਹ ਤੁਹਾਡੀਆਂ ਫਿਲਮਾਂ 'ਚ ਵੀ ਨਜ਼ਰ ਆਉਂਦਾ ਹੈ ਨਾ,
ਕਈ ਕਲਾਕਾਰ ਐਸੇ ਹੁੰਦੇ ਨੇ ਜਿਹੜੇ ਡਿਪਲੋਮੈਟਿਕ ਹੋ ਜਾਂਦੇ ਨੇ, ਸਰਕਾਰਾਂ ਦੇ ਹੱਕ ਵਿੱਚ ਵੀ ਜਾਂਦੇ ਨੇ, ਪਰ ਤੁਹਾਡੇ ਵਿੱਚ ਸਰਕਾਰ ਵੀ ਸਾਡੀ ਹੈ ਸਰ। ਕੋਈ ਗੱਲ ਸਰਕਾਰ ਸਹੀ ਕਰ ਰਹੀ ਹੈ ਤਾਂ ਕਹੋ ਸਰਕਾਰ ਸਹੀ ਕਰ ਰਹੀ ਹੈ, ਡਰਨਾ ਕਿਉਂ? ਅੱਜ ਜਿਹੜਾ ਤੁਸੀਂ ਡਿਪਲੋਮੈਟਿਕ ਲਫ਼ਜ਼ ਯੂਜ਼ ਕੀਤਾ ਨਾ, ਇਹ ਡਿਪਲੋਮੈਟ ਹੁੰਦੇ ਸੀ ਗਵਰਨਮੈਂਟ ਵੱਲੋਂ, ਅੱਜ ਵੀ ਹੁੰਦੇ ਆ ਯਾਰ, ਉਹ ਹੁੰਦੇ ਸੀ। ਅੱਜ ਕੱਲ੍ਹ ਸਾਰੀ ਦੁਨੀਆ ਹੀ ਬਣੀ ਫਿਰਦੀ ਹੈ। ਦੈਟਸ ਦੀ ਪ੍ਰੋਬਲਮ। ਸ਼ਾਇਦ ਇਹੀ ਪ੍ਰੋਬਲਮ ਤੁਹਾਨੂੰ ਵੀ ਹੋਊਗੀ ਕਿ ਹਰ ਮਸਲੇ 'ਚ ਈਵਨ ਇੱਥੇ 4 ਬੰਦੇ ਬਹਿ ਜਾਣ, ਉਸ 'ਚ ਵੀ ਡਿਪਲੋਮੈਟ ਹੋ ਜਾਂਦੇ ਨੇ ਕਿ ਮੈਂ ਆਹ ਗੱਲ ਬੋਲਣੀ, ਆਹ ਗੱਲ ਨਹੀਂ ਬੋਲਣੀ। ਉਹ ਯਾਰ ਸੱਚ ਨੂੰ ਸੱਚ ਕਹਿ ਦਿਓ, ਝੂਠ ਨੂੰ ਝੂਠ ਕਹਿ ਦਿਓ। ਹੋ ਸਕਦਾ ਫੌਰੀ ਤੌਰ ਤੇ ਤੁਹਾਨੂੰ ਉਹਦਾ ਨੁਕਸਾਨ ਹੋਵੇ, ਪਰ ਇਨ ਦੀ ਲੌਂਗ ਰਨ ਉਹਦਾ ਫਾਇਦਾ ਹੋਊਗਾ। ਔਰ ਫਾਇਦਾ ਹੀ ਥੋੜੀ ਵੇਖਿਆ ਜਾਂਦਾ ਹਰ ਗੱਲ 'ਚ। ਇਨਸਾਨੀਅਤ ਦੇ ਲੈਵਲ ਤੇ ਵੀ ਤੇ ਯਾਰ ਜੋ ਗੱਲ ਸਹੀ ਹੈ ਸਹੀ ਹੈ, ਕਿਉਂ ਨਹੀਂ ਕਹਿੰਦੇ ਕਿ ਉਹਨੂੰ ਖੁੱਲ੍ਹ ਕੇ? ਮੈਨੂੰ ਲੱਗਿਆ ਇਸ ਸੰਘਰਸ਼ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਯਾਰ ਇੰਨੇ ਲੋਕ, ਮੈਂ ਇੱਕੋ ਗੱਲ ਆਉਣਾ ਹੁੰਦਾ ਕਿ ਯਾਰ ਤੁਸੀਂ ਮੇਰਾ ਫਾਇਦਾ ਕਰਨਾ ਚਾਹ ਰਹੇ ਹੋ, ਆਈ ਐਗਰੀ, ਗਵਰਨਮੈਂਟ ਕਿਸਾਨਾਂ ਦਾ ਫਾਇਦਾ ਕਰਨਾ ਚਾਹ ਰਹੀ ਹੈ, ਕਰੋ। ਫਿਰ ਉਹਨਾਂ ਤੋਂ ਪੁੱਛ ਤਾਂ ਲਓ ਫਾਇਦਾ ਕਿਵੇਂ? ਤੁਸੀਂ ਮੇਰਾ ਫਾਇਦਾ ਕਰਨਾ ਚਾਹ ਰਹੇ ਹੋ, ਮੈਂ ਤੋਂ ਪੁੱਛ ਤਾਂ ਲਓ ਕਿਵੇਂ ਫਾਇਦਾ ਹੋਊਗਾ। ਉਹ ਉਹਨਾਂ ਤੋਂ ਪੁੱਛ ਲਓ, ਹੋਰ ਬਣਾ ਲਓ, ਨਵਾਂ ਬਣਾ ਲਓ, ਇਹਨੂੰ ਛੱਡ ਦਿਓ ਇਹਨਾਂ ਨੂੰ। ਤੁਸੀਂ ਆਣੇ ਹੋ, ਤੁਸੀਂ ਮੰਨੀ ਜਾਂਦੇ ਹੋ ਉਹਨਾਂ ਦੀਆਂ ਗੱਲਾਂ, ਤੇ ਫਿਰ ਮੰਨ ਕੇ ਨਵਾਂ ਹੀ ਬਣਾ ਲਓ। ਜ਼ਿੱਦ ਕਿਹੜੀ ਗੱਲ ਦੀ? ਸੋ ਇੱਕ ਛੋਟੀ ਜੀ ਗੱਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਫਾਇਦਾ ਨਹੀਂ ਕਰਨਾ ਚਾਹੁੰਦੇ, ਮੈਂ ਤਾਂ ਨਾ ਕਰੋ ਫਾਇਦਾ, ਬਹੁਤ ਅੱਛੀ ਗੱਲ, ਹੱਥ ਜੋੜ ਕੇ ਆਣੇ ਤੁਸੀਂ ਕਰ ਰਹੇ ਹੋ। ਸਾਡੀ ਜਿਹੜੀ 50-60 ਹਜ਼ਾਰ ਦੀ ਇੱਕ ਕਿੱਲੇ ਪਿੱਛੇ ਇਨਕਮ ਹੈ, ਇਹਨੂੰ ਵਧਾ ਕੇ 1.25 ਲੱਖ ਕਰੋ। ਕੌਣ ਇਹਨੂੰ ਬੁਰਾ ਕਹੂਗਾ? ਪਰ ਯਾਰ ਕਿਵੇਂ ਕਰੋਗੇ? ਇਹ ਜਿਹੜੇ ਬੰਦਿਆਂ ਨੇ ਸਾਰੀ ਜ਼ਿੰਦਗੀਆਂ ਗਾਲਤੀਆਂ ਇਸ ਕੰਮ 'ਚ, ਉਹਨਾਂ ਤੋਂ ਪੁੱਛ ਲਓ ਕਿਵੇਂ ਕੀਤਾ ਜਾ ਸਕਦਾ ਹੈ। ਕੀ ਇਹ ਐਗਰੀਕਲਚਰ ਬਾਰੇ ਤਾਂ ਬਾਕੀਆਂ ਤੋਂ ਪੁੱਛਣਗੇ, ਤੇ ਫਿਰ ਇੰਡਸਟਰੀਅਲ ਪਾਲਿਸੀ ਜਦੋਂ ਬਣਾਉਣਗੇ ਤਾਂ ਉਦੋਂ ਫਾਰਮਰ ਕਿਸਾਨਾਂ ਨੂੰ ਪੁੱਛਣਗੇ ਆ ਕੇ? ਨਹੀਂ ਨਾ। ਉਦੋਂ ਤੁਸੀਂ ਇੰਡਸਟਰੀਅਲਿਸਟਾਂ ਨੂੰ ਪੁੱਛਦੇ ਹੋ ਕਿ ਇੰਡਸਟਰੀਅਲ ਪਾਲਿਸੀ ਦੱਸੋ, ਆ ਬਣਾਈਏ, ਓਕੇ ਟੂ ਯੂ। ਤਾਂ ਸੇਮ ਜੇ ਕਿਸਾਨਾਂ ਬਾਰੇ ਤੁਸੀਂ ਕੋਈ ਬਿੱਲ ਲੈ ਕੇ ਆ ਰਹੇ ਸੀ, ਇਹਨਾਂ ਤੋਂ ਤਾਂ ਪੁੱਛ ਲੈਂਦੇ। ਫਿਲਮ ਇੰਡਸਟਰੀ ਬਾਰੇ ਤੁਸੀਂ ਬਣਾਉਣੀ ਹੈ ਗੱਲ, ਤੇ ਤੁਸੀਂ ਪੁੱਛ ਲਓ ਜਾ ਕੇ ਕਿਸੇ ਹੋਰ ਨੂੰ, ਸਾਨੂੰ ਪੁੱਛੋ ਹੀ ਨਾ, ਤਾਂ ਉਹ ਕੀ ਸਹੀ ਦੱਸੂਗਾ? ਤੁਹਾਡਾ ਕੰਮ ਤੁਹਾਨੂੰ ਆਉਂਦਾ ਹੈ ਨਾ, ਮੈਨੂੰ ਤਾਂ ਨਹੀਂ, ਜਾਂ ਕਿਸੇ ਹੋਰ ਨੂੰ ਤਾਂ ਨਹੀਂ। ਸੋ ਜਿਹੜਾ ਬੰਦਾ ਜਿਸ ਕੰਮ ਨੂੰ ਜਾਣਦਾ ਯਾਰ, ਉਹ ਤੋਂ ਉਹਦੀ ਰਾਏ ਲਓ। ਇਹਨਾਂ ਨੇ ਨਹੀਂ ਲਈ, ਹੁਣ ਉਹਨੂੰ ਮੰਨਣ ਨੂੰ ਤਿਆਰ ਨਹੀਂ, ਆਂਦੇ ਜੀ ਕਰੈਕਸ਼ਨਾਂ ਕਰ ਦਿਆਂਗੇ, ਨਵਾਂ ਨਹੀਂ ਬਣਾਵਾਂਗੇ। ਜ਼ਿੱਦ ਕਿਹੜੀ ਗੱਲ ਦੀ? ਸੋ ਆਪਦਾ ਫਰਜ਼ ਸਮਝ ਕੇ, ਮੈਂ ਨਹੀਂ ਸਮਝਦਾ ਇਹ ਜਥੇਬੰਦੀਆਂ ਦਾ ਅੰਦੋਲਨ ਹੈ, ਇਹ ਸਾਰਿਆਂ ਦਾ ਹੈ, ਲੋਕਾਂ ਦਾ ਹੈ। ਔਰ ਜਿਨ੍ਹਾਂ ਦਾ ਲੋਕਾਂ ਦਾ ਹੈ ਤਾਂ ਫਿਰ ਲੋਕਾਂ ਨੂੰ ਪਾਰਟਿਸਿਪੇਟ ਵੀ ਕਰਨਾ ਚਾਹੀਦਾ। ਤਰਕ ਨਾਲ ਗੱਲ ਕਰੋ। ਮੈਂ ਤਾਂ ਗਵਰਨਮੈਂਟ ਵਾਲਿਆਂ ਨੂੰ ਵੀ ਆਣਾ, ਇਹਨਾਂ ਨੂੰ ਵੀ ਆਣਾ ਹੁੰਦਾ ਕਿ ਐ ਨਾ ਕਹੋ ਜੋ ਸਾਡੇ ਨਾਲ ਸਹਿਮਤ ਆ ਉਹੀ ਆਵੇ, ਜੋ ਤੁਹਾਡੇ ਨਾਲ ਅਸਹਿਮਤ ਹੈ ਉਹਨੂੰ ਵੀ ਬੁਲਾਓ ਔਰ ਬਹਿ ਕੇ ਗੱਲ ਕਰੋ ਕਿ ਯਾਰ ਦੱਸ। ਕਿਉਂਕਿ ਮੈਂ ਕਾਇਲ ਹਾਂ ਇੱਕ ਚੀਜ਼ ਦਾ ਬੈਂਸ ਸਾਹਿਬ, ਕਿ ਜਾਂ ਤਾਂ ਸਮਝਾ ਦਿਓ ਜਾਂ ਸਮਝੋ, ਜ਼ਿੱਦ ਨਹੀਂ। ਸਾਡੇ ਇੱਥੇ ਟਾਕ ਸ਼ੋਅ ਹੁੰਦੇ ਨੇ ਚੈਨਲਾਂ ਤੇ, ਉਵੇਂ ਲੜਕੇ ਚਲੇ ਜਾਂਦੇ ਨੇ ਪਤੰਦਰ। ਮੈਨੂੰ ਉਹ ਸਮਝ ਨਹੀਂ ਆਉਂਦੀ ਕਿ ਅਸੀਂ ਅਗਰ 10 ਲੋਕ ਬੈਠੇ ਹਾਂ, ਤੁਸੀਂ ਆਪਦੇ ਤਰਕ ਦਿਓ, ਉਹਦੇ ਤਰਕ ਸੁਣੋ। ਮੈਂ ਗਰੰਟੀ ਨਾਲ ਤੁਹਾਨੂੰ ਆਣਾ ਹੈ, ਜਿਹੜੇ ਬੰਦੇ ਨਹੀਂ ਵੀ ਸਹਿਮਤ ਹੁੰਦੇ, ਪਤਾ ਉਹਨਾਂ ਨੂੰ ਵੀ ਹੁੰਦਾ ਕਿ ਯਾਰ ਹਾਂ ਇਹ ਗੱਲ ਤਾਂ ਸਹੀ ਹੈ, ਪਰ ਅਸੀਂ ਇੱਕ ਅਜੀਬ ਤਰ੍ਹਾਂ ਦੀ ਹੱਠ ਅੱਜ ਕੱਲ੍ਹ ਦੇ ਜ਼ਮਾਨੇ 'ਚ ਅਪਣਾ ਲਈ ਹੈ। ਚਾਹੇ ਉਹ ਸਰਕਾਰਾਂ ਹੋਣ, ਚਾਹੇ ਉਹ ਪ੍ਰਾਈਵੇਟ ਇੰਡੀਵਿਜੂਅਲਸ ਹੋਣ, ਚਾਹੇ ਸੰਸਥਾਵਾਂ ਹੋਣ, ਜਥੇਬੰਦੀਆਂ ਹੋਣ, ਜਾਂ ਕੋਈ ਵੀ ਹੋਵੇ, ਇੱਕ ਅਜੀਬ ਕਿਸਮ ਦੀ ਹੱਠ ਲੈ ਕੇ ਬਹਿ ਜਾਂਦੇ। ਨਹੀਂ ਸਾਡੀ, ਜਿਵੇਂ ਉਹ ਕੱਲ੍ਹ ਪਰਸੋਂ ਇੱਥੇ ਕੋਈ ਆਇਆ, ਬੜੀ ਅੱਛੀ ਗੱਲ ਕਰ ਰਿਹਾ ਸੀ। ਹਾਂ, ਉਹ ਆਂਦੇ ਲਈ ਵੀ ਜਦੋਂ ਅੰਗਰੇਜ਼ ਦਾ ਰਾਜ ਸੀ ਸਾਡੇ ਤੇ, ਤਾਂ ਇੱਕ ਕੋਈ ਬੰਦਾ ਸਰਵੇ ਕਰਨ ਆਇਆ, ਉਹ ਆਂਦਾ ਲੈ ਵੀ ਹਿੰਦੁਸਤਾਨ ਦੇ ਵਿੱਚ ਉਹਨਾਂ ਦਿਨਾਂ 'ਚ ਅਸੀਂ ਜੋ ਕਹਿੰਦੇ ਸੀ ਨਾ ਉਹ ਹੁੰਦਾ ਸੀ। ਕੋਈ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਦੀ ਗੱਲ ਹੈ। ਤਾਂ ਅਸੀਂ ਜਦੋਂ ਪੰਜਾਬ 'ਚ ਆਏ ਤੇ ਇੱਥੇ ਨਜ਼ਰੀਆ ਹੀ ਅੱਡ ਸੀ। ਉਹ ਆਂਦੇ ਨਾ ਤੁਸੀਂ ਨਾ ਕਹੋ, ਅਸੀਂ ਜੋ ਕਹਿੰਦੇ ਹਾਂ ਇਹਦੇ ਤੇ ਸਹਿਮਤ ਹੋਵੋ। ਸੋ ਜਦੋਂ ਅਸੀਂ ਇਸ ਤਰ੍ਹਾਂ ਦੀ ਸੋਚ ਲੈ ਕੇ ਚੱਲ ਪੈਂਦੇ ਹਾਂ ਨਾ ਕਿ ਨਹੀਂ ਇਸ ਮਸਲੇ ਬਾਰੇ ਮੈਂ ਹੀ ਜਾਣਦਾ, ਤੁਸੀਂ ਸਹਿਮਤ ਹੋਣਾ, ਨਹੀਂ ਇਹ ਨਹੀਂ, ਇਹ ਤਾਂ ਡਿਕਟੇਟਰਸ਼ਿਪ ਹੈ। ਨਾ ਮੈਂ ਕਹਾਂ, ਨਾ ਤੁਸੀਂ ਕਹੋ, ਨਾ ਕੋਈ ਸਰਕਾਰ ਕਵੇ, ਨਾ ਕੋਈ ਜਥੇਬੰਦੀ ਕਵੇ। ਆਹ ਮਸਲਾ ਹੈ ਜੀ, ਉਹਦੇ ਤੇ ਤਰਕ ਵਿਤਰਕ ਕਰੋ, ਖੁੱਲ੍ਹ ਕੇ ਕਰੋ, ਸਾਰਿਆਂ ਦੇ ਸਾਹਮਣੇ ਕਰੋ, ਔਰ ਜਿਹੜੀ ਗੱਲ ਸਹੀ ਹੈ ਉਹਨੂੰ ਮੰਨ ਜਾਓ। ਅੱਜ ਵੈਸਟਰਨ ਵਰਲਡ 'ਚ ਕੀ ਹੋ ਰਿਹਾ? ਹੈਲਦੀ ਡੈਮੋਕ੍ਰੇਸੀ ਅਸੀਂ ਕਿਹਨੂੰ ਆਨੇ ਆ? ਕਈ ਵਾਰੀ ਕੁਛ ਦੇਸ਼ਾਂ 'ਚ ਹੈ ਕਿ ਬਿੱਲ ਪਾਸ ਕਰਨ ਤੋਂ ਪਹਿਲਾਂ ਲੋਕਾਂ ਤੋਂ ਪੁੱਛਿਆ ਜਾਂਦਾ ਹੈ। ਕਈ ਵਾਰੀ ਕੁਛ ਲੋਕ, ਤਾਦਾਦ ਹੈ ਸ਼ਾਇਦ ਸਵਿਟਜ਼ਰਲੈਂਡ ਦੇ ਵਿੱਚ 10,000 ਜਾਂ 10 ਲੱਖ ਤੋਂ ਉੱਤੇ ਲੋਕ ਇਕੱਠੇ ਹੋ ਕੇ ਅਗਰ ਕਹਿ ਦੇਣ ਤਾਂ ਉਹਦਾ ਬਿੱਲ ਬਣਾ ਦਿੱਤਾ ਜਾਂਦਾ ਹੈ, ਔਰ ਬਣਾਉਣ ਤੋਂ ਪਹਿਲਾਂ ਵੀ ਪੁੱਛਿਆ ਜਾਂਦਾ ਹੈ। ਇਹ ਤਾਂ ਖੈਰ ਸਾਡੀ ਵੀ ਪ੍ਰੈਕਟਿਸ ਹੈਗੀ ਹੈ, ਹਾਂ, ਪਰ ਉਹ ਪ੍ਰੈਕਟਿਸ ਲਾਗੂ ਨਹੀਂ ਹੁੰਦੀ ਗੀ। ਉਹ ਆਪਦੀ ਵੈਬਸਾਈਟ ਤੇ ਪਾ ਦਿੰਦੇ ਨੇ, ਅਸੀਂ ਜਾ ਕੇ ਬੋਲਦੇ ਹੀ ਨਹੀਂ ਕੁਛ। ਸੋ ਉਹ ਚੀਜ਼ਾਂ ਨੂੰ ਅਮਲ 'ਚ ਲਿਆਉਣਾ ਚਾਹੀਦਾ ਹੈ। ਦੈਟਸ ਕਾਲਡ ਹੈਲਥੀ ਜਾਂ ਹੈਲਦੀ ਡੈਮੋਕ੍ਰੇਸੀ। ਨਹੀਂ
ਇੰਨਾ ਲੰਬਾ ਸੰਘਰਸ਼ ਦਾ ਜਾਣਾ 6 ਮਹੀਨੇ 9 ਮਹੀਨੇ ਹੋ ਚੱਲੇ ਤਕਰੀਬਨ। ਇਹ ਇੰਨਾ ਲੰਬਾ ਸੰਘਰਸ਼ ਦਾ ਜਾਣਾ ਮਤਲਬ ਕੀ ਕਾਰਨ ਕੀ ਹੋ ਸਕਦਾ ਕਿ ਕਿਸਾਨ ਜਥੇਬੰਦੀਆਂ ਨੇ, ਜਿਹੜੇ ਕਿਸਾਨ ਆਗੂ ਨੇ, ਤੁਸੀਂ ਕਿਉਂਕਿ ਬਹੁਤ ਨੇੜੇ ਵਿਚਰੇ ਹੋ ਉਹਨਾਂ ਦੇ ਵਿੱਚ, ਔਰ ਸਰਕਾਰ ਦਾ ਵੀ ਆਪਾਂ ਨੂੰ ਪਤਾ ਹੈ, ਕੀ ਮਤਲਬ ਕੀ ਆਪਣੇ ਬੰਦੇ ਜਿੱਦ ਨਹੀਂ ਛੱਡ ਰਹੇ? ਨਹੀਂ, ਗੱਲ ਕੀ ਹੋ ਗਈ ਹੈ ਕਿ ਗੱਲਾਂ ਮੰਨ ਲਈਆਂ ਗਈਆਂ ਨੇ, ਬਟ ਸ਼ਬਦਾਂ ਦੇ ਵਿੱਚ ਮਸਲਾ ਉਲਝਿਆ ਹੋਇਆ ਹੈ। ਜੇ ਤੁਸੀਂ ਕਹੋ ਕਦੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋਵੋਗੇ ਕਿ ਸਾਡੇ ਐਗਰੀਕਲਚਰ ਮਿਨਿਸਟਰ ਆਉਂਦੇ ਨੇ ਜਾਂ ਜਾਕੀ ਆਉਂਦੇ ਨੇ ਕਿ ਜੀ ਬਾਕੀ ਕਲੌਜ਼ਾਂ ਸਾਰੀਆਂ ਮਨਜ਼ੂਰ ਹੈ, ਤਰਮੀਮ ਮਤਲਬ ਉਹ 'ਚ ਸੋਧ ਕਰ ਦਿਆਂਗੇ ਪਰ ਰੱਦ ਨਹੀਂ ਹੋਣਗੇ। ਉਹ ਆਂਦੇ ਨੇ ਯਾਰ ਜਦ ਤੁਸੀਂ ਮੰਨ ਹੀ ਲਈਆਂ ਸਾਰੀਆਂ ਤੇ ਤਾਂ ਜਮਾਂ ਹੀ ਕੁਝ ਨਹੀਂ ਬਚਿਆ ਇਹਦੇ 'ਚ, ਤਾਂ ਆਪਾਂ ਨਵਾਂ ਹੀ ਬਣਾ ਲੈਂਦੇ ਹਾਂ। ਤਾਂ ਇੱਕ ਲਫ਼ਜ਼ ਹੈ ਰੱਦ ਮਤਲਬ ਰਿਪੀਲ, ਇੱਕ ਹੈ ਸਸਪੈਂਸ਼ਨ, ਇਹਦੇ ਤੇ ਉਲਝਾਈ ਬੈਠੇ ਨੇ। ਉਹਦੇ ਪਿੱਛੇ ਲੇਕਿਨ ਬਹੁਤ ਸਾਰੀਆਂ ਗੱਲਾਂ ਨੇ। ਇਹਨਾਂ ਦੇ ਲਈ ਵੀ ਜੇ ਮੈਂ ਤੁਸੀਂ ਹੁਣ ਇਹਦੇ 'ਚ ਕੁਝ ਕਰੈਕਸ਼ਨਸ ਕਰਤੀਆਂ, ਤਰਮੀਮ ਕਰਤੀਆਂ, ਤਾਂ ਬਾਅਦ 'ਚ ਵੀ ਤਾਂ ਕਰ ਸਕਦੇ ਹੋ। ਹੁਣ ਸਾਡੀਆਂ ਮੰਨ ਕੇ ਕਰਤੀਆਂ, ਬਾਅਦ 'ਚ ਆਪਦੇ ਹਿਸਾਬ ਨਾਲ ਕਰ ਦਿਓਗੇ, ਫਿਰ ਕੀ ਹੋਊਗਾ? ਕੀ ਅਸੀਂ ਫਿਰ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਬੈਠਾਂਗੇ ਇੱਥੇ? ਸੋ ਇਹ ਇਹਨਾਂ ਦਾ ਲੌਜੀਕਲ ਗੱਲ ਹੈ। ਉਹ ਆਂਦੇ ਨਹੀਂ ਜੀ ਬਣ ਗਿਆ ਇਹ ਤਾਂ ਰੱਦ ਕਿਉਂ ਨਹੀਂ ਹੋ ਸਕਦਾ? ਪਾਰਲੀਮੈਂਟ ਆਰਾਮ ਨਾਲ ਰੱਦ ਕਰ ਸਕਦੀ ਹੈ ਇਜਲਾਸ ਬੁਲਾ ਕੇ। ਸੁਰਜੀਤ ਕੁਮਾਰ ਜਿਆਣੀ ਭਾਜਪਾ ਦੇ ਆਗੂ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਇੱਕ ਗੱਲ ਸਾਡੀ ਇੰਟਰਵਿਊ 'ਚ ਕਹੀ ਸੀ ਕਿ ਤੁਸੀਂ 5 ਬੰਦੇ ਆਪਣੇ ਜਿਹੜੇ ਮੇਨ ਆ ਤੁਸੀਂ ਲੈ ਕੇ ਆ ਜਾਓ, ਅਸੀਂ ਕਾਨੂੰਨ ਵਿੱਚ ਅਮੈਂਡਮੈਂਟ ਕਰਨ ਨੂੰ ਤਿਆਰ ਆ। ਇਹ 5 ਬੰਦੇ ਜਾਣ ਨੂੰ ਹੀ ਤਿਆਰ ਨਹੀਂ ਜੀ। ਮੈਨੂੰ ਇਹ ਦੱਸੋ, ਅਮੈਂਡਮੈਂਟ ਦਾ ਤਾਂ ਮਸਲਾ ਹੀ ਨਹੀਂ। ਉਹ ਤਾਂ ਕਹੀ ਜਾਂਦੇ ਨੇ ਉਹਦੀ ਅਮੈਂਡਮੈਂਟ ਕਿਉਂ ਕਰਨੀਆਂ? ਤੁਸੀਂ ਅੱਜ ਅਮੈਂਡਮੈਂਟ ਕਰ ਦਿਓਗੇ ਤੇ 6 ਮਹੀਨਿਆਂ ਬਾਅਦ ਫਿਰ ਕਰ ਦਿਓਗੇ, ਅਸੀਂ ਕੀ ਕਰ ਲਾਂਗੇ? ਹੁਣ ਸਾਡੇ ਹਿਸਾਬ ਨਾਲ ਕਰਤੀਆਂ, ਫਿਰ ਤੁਸੀਂ ਇੰਡਸਟਰੀਲਿਸਟਾਂ ਦੇ ਹਿਸਾਬ ਨਾਲ ਕਰ ਦਿਓਗੇ। ਦੈਨ ਵਾਟ ਕੈਨ ਵੀ ਡੂ? ਇਹ ਇਹਨਾਂ ਦਾ ਤਰਕ ਹੈ। ਹੁਣ ਸੈਕਿੰਡ, ਮੈਨੂੰ ਆਹ ਗੱਲ ਸਮਝ ਨਹੀਂ ਆਉਂਦੀ, ਨਹੀਂ ਬੱਤੀ ਨਾ ਆਓ 5 ਆਓ, ਕਿਉਂ? ਬੱਤੀਆਂ ਨਾਲ ਐਲਰਜੀ ਹੈ। ਉਹ ਕਿਉਂ ਐਂ ਕਰਦੇ ਨੇ? ਉਹ ਆਂਦੇ ਯਾਰ ਕੱਲ ਨੂੰ ਸਾਡੇ 5 ਦੇ ਕੋਈ ਦੋਸ਼ ਨਾ ਲੱਗ ਜੇ। ਅਸੀਂ ਤਾਂ ਬੱਤੀਆਂ 33 ਜੋ ਬਾਕੀ ਸੰਯੁਕਤ ਮੋਰਚੇ ਵਾਲੇ ਵੀ ਨੇ, ਅਸੀਂ ਤਾਂ ਹਜੇ ਵੀ ਕਹਿ ਦਿੰਦੇ ਇਕੱਲੇ ਵੇਚੀ ਤਾਂ ਨਹੀਂ ਜਾਂਦੇ ਸਾਨੂੰ, ਕਿਉਂਕਿ ਬੰਦਾ ਹਰ ਕੋਈ ਡਰਦਾ ਹੈ ਯਾਰ ਕੱਲ ਨੂੰ ਮੂੰਹ ਕਾਲਾ ਨਾ ਹੋ ਜੇ ਇਸ ਕੰਮ 'ਚ। ਤਾਂ ਬੰਦਾ ਮੂੰਹ ਕਾਲੇ ਤੋਂ ਬਚਣ ਦਾ ਤਰੀਕਾ ਕੀ ਹੁੰਦਾ? ਜਦੋਂ ਜਨਤਕ ਵਿਰੋਧ ਹੁੰਦੇ, ਖੋਲ ਕੇ ਚੱਲੋ, ਦੱਸ ਕੇ ਚੱਲੋ। ਸੋ ਦੈਟਸ ਦੀ ਰੀਜ਼ਨ। ਹੁਣ ਕੀ ਹੁੰਦਾ ਨਾ, ਹਰ ਬੰਦਾ ਪੋਲਿਟਿਕਸ ਕਦੋਂ ਸ਼ੁਰੂ ਹੋ ਜਾਂਦੀ ਬੈਂਸ ਸਾਹਿਬ? ਜਦੋਂ ਤੁਸੀਂ ਉਸੇ ਗੱਲ ਨੂੰ ਟਵਿਸਟ ਕਰਕੇ ਬੋਲਣਾ ਸ਼ੁਰੂ ਕਰ ਦਿੰਦੇ। ਗੱਲ ਸਮਝਣ ਜਾਂ ਸਮਝਾਉਣ ਦੀ ਨਹੀਂ, ਓਪੀਨੀਅਨ ਮੇਕਿੰਗ ਦੀ ਆ ਗਈ ਕਿ ਅਸੀਂ ਇਸ ਤਰ੍ਹਾਂ ਨਾਲ ਬਣ ਕਰੀਏ ਕਿ ਦੇਸ਼ ਦਾ ਓਪੀਨੀਅਨ ਇਹ ਹੋ ਜੇ ਕਿ ਇਹ ਜ਼ਿੱਦੀ ਨੇ, ਇਹ ਐਂ ਬਿਹੇਵ ਕਰਨ ਕਿ ਇਹ ਜ਼ਿੱਦੀ ਨੇ, ਤੇ ਇਹਦਾ ਮਤਲਬ ਅਸੀਂ ਲੜਨ ਲੱਗ ਗਏ। ਇਹ ਕਿਉਂ ਕਰਨਾ? ਓਪੀਨੀਅਨ ਬਣਾਉਣ ਦੀ ਕੋਸ਼ਿਸ਼ ਕਿਉਂ ਹੋਵੇ? ਉਹਨਾਂ ਨੇ ਆਪਦੇ ਨੈਸ਼ਨਲ ਕੋਸ਼ਿਸ਼, ਜਿਹਨੂੰ ਅਸੀਂ ਗੋਦੀ ਮੀਡੀਆ ਕਹਿ ਦਿੰਦੇ, ਉਹ ਸ਼ੁਰੂ ਕਰ ਲਏ। ਇੱਧਰੋਂ ਤੁਹਾਡੇ ਵਰਗੇ ਚੈਨਲ ਆਏ ਸੀ, ਉਹਨਾਂ ਨੇ ਸ਼ੁਰੂ ਕਰ ਲਿਆ ਕਿ ਚਲੋ ਫਿਰ ਇਹਨਾਂ ਦੀ ਗੱਲ ਕਰਦੇ ਆ। ਇਹ ਲੜਾਈ ਹੈ। ਇਸ ਲੜਾਈ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਸੁਹਿਰਦਤਾ ਨਾਲ ਬੈਠਣ, ਬਟ ਨੀਅਤ ਸਾਫ਼ ਹੋਵੇ ਦੋਨੇ ਪਾਸਿਓਂ। ਕੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਹੁਣ ਇੱਕ ਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ 2022 ਦੇ ਵਿੱਚ, ਔਰ ਕਿਤੇ ਨਾ ਕਿਤੇ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂ ਜਿਹੜੇ ਨੇ ਉਹ ਹੁਣ ਸਿਆਸਤ ਕਰਨ ਲੱਗ ਪਏ ਨੇ? ਕਿਉਂਕਿ ਕੱਲ ਪਰਸੋਂ ਚੜੂਨੀ ਸਾਹਿਬ ਦਾ ਬਿਆਨ ਵੀ ਆਇਆ ਸੀ ਕਿ ਉਹਨਾਂ ਨੇ ਖੁੱਲ੍ਹ ਕੇ ਕਿਹਾ ਆਪਣੇ ਬਿਆਨ ਦੇ ਵਿੱਚ, ਚੜੂਨੀ ਸਾਹਿਬ ਨੇ, ਕਿ ਮੈਂ ਚਾਹੁੰਦਾ ਹਾਂ ਜਿੰਨੇ ਵੀ ਕਿਸਾਨ ਆਗੂ ਨੇ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਔਰ ਅਸੀਂ ਇੱਕ ਤੀਜੀ ਧਿਰ ਵਾਂਗੂ ਉੱਭਰ ਕੇ ਸਾਹਮਣੇ ਆਈਏ। ਦੇਖੋ, ਇਹ ਚੜੂਨੀ ਸਾਹਿਬ ਵਧੀਆ ਆਦਮੀ ਨੇ, ਬਟ ਇਹ ਚੜੂਨੀ ਸਾਹਿਬ ਦੀ ਉਹਨਾਂ ਨੇ ਸਾਰਿਆਂ ਨੇ ਕਿਹਾ ਉਹਨਾਂ ਦੀ ਨਿੱਜੀ ਰਾਏ ਹੈ। ਮੈਨੂੰ ਲੱਗਦਾ ਇਹ ਗੱਲਾਂ ਤੋਂ ਛੱਡ ਦੇਣਾ ਚਾਹੀਦਾ ਹੈ। ਉਹ ਜਿਹੜੇ ਪਰਸਨਲ ਜਾਂ ਜਿੰਨਾ ਕਾਫੀ ਸਮੂਹ ਨੂੰ ਕਿਹਾ ਜਾ ਰਿਹਾ ਉਹ ਰਿਐਕਟ ਕਰਨ ਉਸ ਗੱਲ ਤੇ। ਉਹ ਬੈਟਰ ਵੇ ਨਾਲ ਰਿਐਕਟ ਕਰ ਸਕਦੇ ਨੇ ਕਿ ਪੰਜਾਬ ਦੇ ਲੋਕ ਇਹਨੂੰ ਕਿਵੇਂ ਰਿਐਕਟ ਕਰਨਗੇ। ਸ਼ਾਇਦ ਇਸ ਗੱਲ ਨੂੰ ਜੇ ਹਰਿਆਣੇ 'ਚ ਹੁੰਦੇ ਤਾਂ ਉਹ ਹੋਰ ਤਰ੍ਹਾਂ ਨਾਲ ਰਿਐਕਟ ਕਰਨ, ਪੰਜਾਬ ਦੇ ਹੋਰ ਤਰ੍ਹਾਂ ਰਿਐਕਟ ਕਰਨ। ਬਟ ਇਹ ਕਿਸੇ ਵੀ ਪ੍ਰਾਈਵੇਟ ਇੰਡੀਵਿਜੂਅਲ ਦਾ ਹੱਕ ਹੈ ਉਸ ਨੂੰ ਕਹੀ ਗਈ ਹੋਈ ਕਿਸੇ ਵੀ ਗੱਲ ਨੂੰ ਰਿਐਕਟ ਕਰਨਾ। ਸੋ ਇਹਦੇ ਤੇ ਅਸੀਂ ਕਹੀਏ ਕਰੋ ਜਾਂ ਨਾ ਕਰੋ, ਇਹ ਉਹਨਾਂ ਦਾ ਫੈਸਲਾ ਹੈ। ਪਰ ਮੈਨੂੰ ਇੱਕ ਜ਼ਰੂਰ ਲੱਗਦਾ ਹੁੰਦਾ ਹੈ ਕਿ ਜੇ ਮੋਰਚਾ ਚੱਲ ਰਿਹਾ ਹੋਵੇ ਔਰ ਮੋਰਚੇ ਨੂੰ ਛੱਡ ਕੇ ਅਸੀਂ ਇੱਧਰ ਨੂੰ ਆ ਗਏ ਤਾਂ ਇਹ ਕੋਈ ਜ਼ਿਆਦਾ ਦਿਆਨਤਦਾਰੀ ਦੀ ਗੱਲ ਨਹੀਂ ਗੀ, ਕਿਉਂਕਿ ਅਸੀਂ ਜਿਸ ਮਸਲੇ ਨੂੰ ਜਾਂ ਜਿਸ ਕੰਮ ਨੂੰ ਆਰੰਭਿਆ ਹੈ ਉਹਨੂੰ ਵੀ ਨਜਿੱਠਣਾ ਹੈ। ਪਰ ਚੜੂਨੀ ਸਾਹਿਬ ਨੇ ਸ਼ਾਇਦ ਕਿਸੇ ਦੂਸਰੇ ਪੁਆਇੰਟ ਆਫ ਵਿਊ ਤੋਂ ਕਿਹਾ ਕਿ ਕਿਤੇ ਇਹ ਨਾ ਹੋਵੇ ਕਿ ਫਿਰ ਉਹੀ ਲੋਕ ਬਣ ਜਾਣ ਜਿਨ੍ਹਾਂ ਨੂੰ ਤੁਸੀਂ ਬਹੁਤ ਬੁਰਾ ਕਹਿ ਰਹੇ ਹੋ, ਤੇ ਫਿਰ ਤੁਹਾਨੂੰ ਫਿਰ ਬੁਰਾ ਕਹਿੰਦੇ ਰਹੋਗੇ, ਫਿਰ ਆਏ ਕਿਉਂ ਨਹੀਂ। ਸੋ ਇਹ ਜਿਵੇਂ ਜਿਵੇਂ ਸੰਘਰਸ਼ ਲੰਬੇ ਜਾਂਦੇ ਆ ਨਾ ਬੈਂਸ ਸਾਹਿਬ, ਉਹ 'ਚ ਬਹੁਤ ਸਾਰੀਆਂ ਤੰਦਾਂ ਨਿਕਲਦੀਆਂ ਨੇ, ਬਹੁਤ ਸਾਰੀਆਂ ਗੱਲਾਂ ਬਣਦੀਆਂ ਨੇ, ਔਰ ਕਈ ਵਾਰੀ ਸਰਕਾਰਾਂ ਵੀ ਇਸ ਪਾਸੇ ਸੋਚਣ ਲੱਗ ਜਾਂਦੀਆਂ ਨੇ ਕਿ ਐਂ ਉਲਝ ਜਾਣਗੇ, ਦੱਸੋ ਹੁਣ ਕੀ ਜਵਾਬ ਦੇਣਗੇ ਇਹਦਾ, ਜਾਂ ਇਹਨਾਂ ਦੀ ਸ਼ਾਇਦ ਕੋਈ ਮਹੱਤਵਕਾਂਕਸ਼ਾ ਜਾਗ ਪਈ।
ਲਾਲਸਾ ਜਾਗ ਪਏ ਜਾਂ ਇਹ ਫਸ ਜਾਣ ਵਗੈਰਾ ਵਗੈਰਾ ਵਗੈਰਾ। ਇਸੇ ਲਈ ਮੈਂ ਕਿਹਾ ਕਿ ਇਹਦਾ ਉੱਤਰ ਉਹਨਾਂ ਨੂੰ ਹੀ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਹ ਪ੍ਰਸ਼ਨ ਕੀਤਾ ਗਿਆ ਹੋਵੇ। ਪਰ ਮੈਂ ਆਪਦੀ ਰਾਏ ਦੇ ਸਕਦਾ, ਹੋ ਸਕਦਾ ਕਹਿ ਸਕਦਾ ਕਿ ਨਹੀਂ ਯਾਰ ਪਹਿਲਾਂ ਸੰਘਰਸ਼ ਦਾ ਮਸਲਾ ਨਿਬੇੜੋ, ਕਿਉਂਕਿ ਹਜੇ ਇਲੈਕਸ਼ਨ ਦੂਰ ਨੇ। ਉਸ ਜ਼ਮਾਨੇ ਚਲੇ ਗਏ ਜਦੋਂ ਪਾਰਟੀਆਂ ਸਟੈਬਲਿਸ਼ ਕਰਨ ਲਈ, ਆਪਦੇ ਮੁੱਦੇ ਸਟੈਬਲਿਸ਼ ਕਰਨ ਲਈ ਤੁਹਾਨੂੰ ਸਾਲਾਂ ਲੱਗ ਜਾਂਦੇ ਸੀ। ਅੱਜ ਕੱਲ੍ਹ ਤਾਂ ਤੁਹਾਡਾ ਯੁੱਗ ਹੈ, ਆ ਫੋਨਾਂ ਦਾ ਯੁੱਗ ਹੈ। ਇੱਕ ਕਹੀ ਹੋਈ ਗੱਲ 2 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਦੁਨੀਆ ਦੇ ਹਰ ਹਿੱਸੇ, 2 ਦਿਨ ਵੀ ਜ਼ਿਆਦਾ ਕਹਿ ਰਹੇ 2 ਘੰਟਿਆਂ 'ਚ ਪਹੁੰਚ ਜਾਂਦੀ ਹੈ। ਸੋ ਇਹ ਵੀ ਹੋ ਜੂ ਜੇ ਹੋਣਾ ਹੋਇਆ ਤਾਂ ਪਹਿਲਾਂ ਉਹ ਤਾਂ ਕਰ ਲਓ, ਪਹਿਲਾਂ ਉਹ ਤਾਂ ਕਰ ਲਈ, ਕਿਉਂਕਿ ਅਟੈਂਸ਼ਨ ਕਲੀਅਰ ਰਹਿਣੀ ਚਾਹੀਦੀ ਹੈ। ਮੈਂ ਬਹੁਤ ਵਾਰੀ ਇੱਕ ਗੱਲ ਇਹਨਾਂ ਨੂੰ ਕਹੀ ਵੀ ਹੈ ਤੇ ਮੈਂ ਮੰਨਦਾ ਵੀ ਹਾਂ ਕਿ ਅੰਦੋਲਨ ਦੇ ਵਿੱਚ ਪਾਉਣ ਜਾਈਏ, ਕੁਛ ਕੰਟਰੀਬਿਊਟ ਕਰਨ ਜਾਈਏ, ਉਹਦੇ 'ਚ ਕੁਛ ਕੱਢਣ ਨਾ ਜਾਈਏ, ਉੱਥੋਂ ਕੁਛ ਬਣਨ ਨਾ ਜਾਈਏ। ਇਹ ਬਹੁਤ ਜ਼ਰੂਰੀ ਹੈ, ਨੀਅਤ ਸਾਫ਼ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਲੋਕਾਂ ਤੇ ਉਂਗਲੀ ਉਠਾ ਰਹੇ ਹਾਂ ਜਿਹੜੇ ਚੁਣ ਕੇ ਗਏ ਨੇ ਲੱਖਾਂ ਵੋਟਾਂ ਨਾਲ। ਅਸੀਂ ਕਹਿ ਰਹੇ ਹਾਂ ਇਹ ਗਲਤ ਹੈ, ਤੇ ਖੁਦ ਹੀ ਉਹ ਬਣਨ ਦੀ ਲਾਲਸਾ ਅੰਦਰ ਰੱਖ ਕੇ ਜੇ ਕੰਮ ਕੁਛ ਕਰਾਂਗੇ ਤਾਂ ਇਹ ਗਲਤ ਹੋਊਗਾ, ਕਾਮਯਾਬ ਵੀ ਨਹੀਂ ਹੋਊਗਾ। ਨਹੀਂ, ਉਹ ਫਿਰ ਤਾਂ ਸਵਾਰਥ ਆ ਗਿਆ ਨਾ ਜੀ, ਫਿਰ ਤਾਂ ਸਵਾਰਥ ਆ ਗਿਆ ਕਿ ਅਸੀਂ ਕੁਝ ਬਣਨਾ ਚਾਹੁੰਦੇ ਸੀ ਇਸ ਲਈ ਕੀਤਾ। ਬਟ ਹਾਂ, ਹੁਣ ਸਾਰੀ ਗੱਲ ਹੀ ਇਸ ਪਾਸੇ ਨੂੰ ਜੋੜ ਦਿੱਤੀ ਜਾਵੇ, ਇਹ ਵੀ ਸਹੀ ਨਹੀਂਗਾ। ਇੱਕ ਹਾਲਾਤ ਬਣ ਗਏ, ਕਿਹਨੇ ਸੋਚਿਆ ਸੀ ਅੰਦੋਲਨ ਐਡਾ ਲੰਬਾ ਜਾਊਗਾ ਜਾਂ ਹੋਰ 6 ਮਹੀਨੇ ਚੱਲਦਾ ਰਿਹਾ, ਚਲੋ ਉਹ ਤਾਂ 24 ਤੱਕ ਵੀ ਚੱਲ ਸਕਦਾ ਹੈ। ਤਾਂ ਜੇ ਉਦੋਂ ਕੋਈ ਇਹੋ ਜਿਹੇ ਹਾਲਾਤ ਕ੍ਰੀਏਟ ਹੋ ਰਹੇ ਨੇ ਕਿ ਕੁਝ ਚੰਗੇ ਲੋਕ, ਅੱਜ ਪੰਜਾਬ ਦੇ ਲੋਕ ਅੰਦੋਲਤ ਨੇ ਕੁਝ ਚੰਗਾ ਲਿਆਉਣ ਲਈ, ਬਣਾਉਣ ਲਈ, ਤਾਂ ਉਸ ਨੂੰ ਵੀ ਸੋਚਿਆ ਜਾ ਸਕਦਾ। ਬਟ ਦੈਟਸ, ਫਿਰ ਮੈਂ ਕਹੂੰਗਾ ਇਟਸ ਅ ਵੈਰੀ ਡੇਂਜਰਸ, ਜਾਂ ਬਹੁਤ ਹੀ ਉਹ ਹੈ, ਇੱਕ ਅਜਿਹੀ ਰੱਸੀ ਹੈ ਜਿਹਦੇ ਇੱਧਰ ਵੀ ਡਿੱਗਿਆ ਜਾ ਸਕਦਾ, ਇੱਧਰ ਵੀ। ਸੋ ਨੀਅਤ ਸਾਫ਼ ਰਵੇ ਕਿ ਸਾਡਾ ਮਕਸਦ ਪਹਿਲਾਂ ਤਾਂ ਅੰਦੋਲਨ ਨੂੰ ਕਾਮਯਾਬ ਕਰਨਾ ਹੈ, ਇਹ ਸੈਕੰਡ ਪ੍ਰਾਇੋਰਟੀ ਹੈ। ਪਰ ਸੋਚਣਾ ਜ਼ਰੂਰ ਚਾਹੀਦਾ ਹੈ। ਮੈਂ ਨਹੀਂ ਕਹਿ ਰਿਹਾ ਜਥੇਬੰਦੀਆਂ ਸੋਚਣ, ਹਰ ਪੰਜਾਬ ਦਾ ਵਸਨੀਕ ਸੋਚੇ ਕਿ ਐਂ ਕੀ ਅਸੀਂ ਚੰਗੇ ਬੰਦੇ ਲੈ ਕੇ ਆਉਣੇ ਆ। ਪਤਾ ਕੀ ਹੈ ਬੈਂਸ ਸਾਹਿਬ, ਮੈਂ ਇੱਕ ਗੱਲ ਆਉਣਾ ਹੁੰਦਾ, ਅਸੀਂ ਕਹਿੰਦੇ ਆ ਆਹ ਲੀਡਰ ਮਾੜਾ, ਆਹ ਗਾਉਣ ਵਾਲਾ ਮਾੜਾ, ਆਹ ਫਿਲਮ ਬਣਾਉਣ ਵਾਲਾ ਮਾੜਾ, ਇਹ ਕਮ ਸੇ ਕਮ ਇਹ 3 ਚੀਜ਼ਾਂ ਪਬਲਿਕ ਨਾਲ ਜੁੜੀਆਂ ਨੇ। ਉਹ ਜ਼ਬਰਦਸਤੀ ਲੀਡਰ ਬਣ ਕੇ ਜਾਂ ਫਿਲਮ ਬਣਾ ਲਈ ਜਾਂ ਚਲਾ ਲਈ, ਤੁਸੀਂ ਉਹ ਕਰਨ ਵਾਲੇ ਇਹ ਲੋਕ ਨੇ, ਇਹਨਾਂ ਦੇ ਹੱਥ 'ਚ ਆ ਸਾਰਾ ਕੁਛ। ਤੁਸੀਂ ਚੰਗਾ ਚੁਣ ਲਓ, ਤੁਸੀਂ ਕਿਉਂ ਵੋਟਾਂ ਪਾਈਆਂ ਫਿਰ ਗਲਤ ਨੂੰ? ਚੰਗਾ ਚੁਣ ਲਓ। ਪਰ ਇੱਕ ਹੋਰ ਵੀ ਗੱਲ ਹੋ ਗਈ, ਅਸੀਂ ਕਈ ਵਾਰੀ ਨਾ ਕਿਸੇ ਨੂੰ ਮਾੜਾ ਕਹਿਣ 'ਚ ਬਹੁਤ ਜਲਦੀ ਕਰਦੇ ਹਾਂ, ਤੇ ਨਾਰੇ ਲਾਉਣ 'ਚ ਵੀ, ਚੰਗਾ ਕਹਿਣ 'ਚ ਵੀ ਬੜੀ ਜਲਦਬਾਜ਼ੀ ਕਰਦੇ ਹਾਂ। ਇਹ ਭੇਡਾਂ ਵਾਲਾ ਵਰਤਾਰਾ ਹੁੰਦਾ ਹੈ, ਇਸ ਤੋਂ ਬਚੋ। ਮੈਨੂੰ ਕਾਹਲੀ ਕੀ ਹੈ ਕਿ ਮੈਂ ਕਹਾਂ ਇਹ ਭਾਈ ਸਾਹਿਬ ਤਾਂ ਬਹੁਤ ਗ੍ਰੇਟ ਨੇ, ਤੇ ਬਾਅਦ 'ਚ ਕਹਾਂ ਨਹੀਂ ਇਹ ਭਾਈ ਸਾਹਿਬ ਤਾਂ ਜਮਾਂ ਹੀ ਬਕਵਾਸ ਹੀ ਨੇ। ਦੋਨਾਂ ਲਈ ਟਾਈਮ ਲਵਾਂ, ਸੋਚਾਂ ਸਮਝਾਂ, ਜਿੰਨਾ ਕਿ ਮੈਨੂੰ ਰੱਬ ਨੇ ਬਖਸ਼ਿਆ ਹੈ ਉਹਦੇ ਹਿਸਾਬ ਨਾਲ ਫਿਰ ਫੈਸਲਾ ਕਰਾਂ। ਪਹਿਲਾਂ ਐਨਾਲਾਈਜ਼ ਕਰੀਏ, ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਬਹੁਤ ਜਲਦੀ ਅਸੀਂ ਰਿਐਕਟ ਕਰਦੇ ਹਾਂ, ਇਹ ਨਾ ਸਮਝੀ ਦਾ ਪਹਿਲਾ ਸਟੈਪ ਹੁੰਦਾ ਹੈ, ਪਹਿਲਾ ਕਦਮ ਹੁੰਦਾ ਹੈ। ਕਾਹਲੀ ਨਾ ਕਰੋ। ਅੱਜ ਤੁਸੀਂ ਸੋਸ਼ਲ ਮੀਡੀਆ ਤੇ ਕਈ ਵਾਰੀ ਦੇਖਦੇ ਹੋ ਕੋਈ ਗਾਲਾਂ ਕੱਢੀ ਜਾਂਦਾ ਹੈ, ਕੋਈ ਕੁਛ ਕਰੀ ਜਾਂਦਾ ਹੈ, ਇਹ ਕੋਈ ਚੰਗਾ ਕੰਮ ਨਹੀਂ ਹੁੰਦਾ। ਕਈ ਵਾਰੀ ਫੌਰੀ ਤੌਰ ਤੇ ਆਪਾਂ ਕਿਸੇ ਨੂੰ ਕਹਿੰਦੇ ਹਾਂ ਟੇਕ ਟਾਈਮ ਰਿਐਕਟ ਕਰਨ ਤੋਂ ਪਹਿਲਾਂ। ਅਸੀਂ ਜਦੋਂ ਜਲਦੀ ਰਿਐਕਟ ਕਰਦੇ ਹਾਂ ਨਾ, ਉਹ ਬਹੁਤ ਗਲਤ ਹੋ ਜਾਂਦਾ ਸਮ ਟਾਈਮ। ਨੋ ਡਾਊਟ ਪਹਿਲਾ ਰਿਐਕਸ਼ਨ ਹੁੰਦਾ ਵੀ ਬੜਾ ਇਮਾਨਦਾਰ ਹੈ, ਬਟ ਉਹਨੂੰ ਸੋਚ ਲਓ ਯਾਰ, ਦੇ ਦਿਓ ਜੀ, ਉਹੀ ਦੇ ਦਿਓ ਜੀ। ਸੋ ਆਹ ਜਿਹੜੀਆਂ ਗੱਲਾਂ ਨੇ, ਇਹ ਇਹਨਾਂ ਦਾ ਇੱਕ ਡਾਇਰੈਕਸ਼ਨ ਨਹੀਂ ਗੀ, ਇਹਨਾਂ ਦੀਆਂ ਬੜੀਆਂ ਡਾਇਰੈਕਸ਼ਨਸ ਨੇ। ਸੋ ਉਹਨਾਂ ਸਾਰੀਆਂ ਬਾਰੇ ਸੋਚਣਾ ਪਊਗਾ ਕਿ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਇਹਨਾਂ ਨੂੰ ਉਲਝਾਇਆ ਜਾ ਰਿਹਾ ਹੈ, ਜਾਂ ਲਲਚਾਇਆ ਜਾ ਰਿਹਾ ਹੈ, ਜਾਂ ਫਸਾਇਆ ਜਾ ਰਿਹਾ ਹੈ, ਜਾਂ ਇਹ ਸਹੀ ਪਾਸੇ ਹੈ। ਕੋਈ ਵੀ ਚੀਜ਼ ਹੋ ਸਕਦੀ ਹੈ। ਸੋ ਇਹਨਾਂ ਦੀ ਡਿਊਟੀ ਹੈ, ਇਹਦੇ ਬਾਰੇ ਕੋਈ ਮੈਨੂੰ ਪੁੱਛੂ ਤਾਂ ਮੈਂ ਰਾਏ ਦੇ ਸਕਦਾ, ਬਟ ਜਿਨ੍ਹਾਂ ਨੂੰ ਅਸਲ ਕਿਹਾ ਗਿਆ ਕਿ ਐਂ ਕਰੋ, ਉਹ ਉਹਨਾਂ ਦਾ ਜਵਾਬ ਦੇਣਾ ਬਣਦਾ, ਸ਼ਾਇਦ ਉਹਨਾਂ ਨੇ ਦਿੱਤਾ ਵੀ ਹੈ। ਪਰ ਚੜੂਨੀ ਸਾਹਿਬ ਨੇ ਵੀ ਆਪਦੀ ਸੋਚ ਨਾਲ ਕਹੀ ਹੈ ਉਹ ਗੱਲ। ਮੈਂ ਸੋਚ ਸਕਦਾ ਕਿ ਦੋਨੇ ਪਾਸਿਓਂ ਇਮਾਨਦਾਰੀ ਨਾਲ ਹੀ ਕੁਐਸਚਨ ਔਰ ਆਨਸਰ ਹੋਣਗੇ, ਔਰ ਉੱਤੇ ਪਹਿਰਾ ਦਿੱਤਾ ਜਾਊਗਾ। ਅਮਿਤੋਜ ਜੀ, ਗੀਤ ਸੰਗੀਤ ਦੀ ਜੇ ਆਪਾਂ ਗੱਲ ਕਰੀਏ, ਤੁਸੀਂ ਇੱਕ ਚੰਗੇ ਲਿਖਾਰੀ ਹੋ, ਚੰਗੇ ਡਾਇਰੈਕਟਰ ਵੀ ਹੋ। ਇਹ ਕੀ ਅੱਜ ਦਾ ਦੌਰ ਇਹ ਪੈਦਾ ਹੋ ਗਿਆ ਹੈ ਕਿ ਲੋਕੀ ਸ਼ਬਦਾਂ ਨੂੰ ਤਰਜੀਹ ਨਹੀਂ ਦੇ ਰਹੇ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਦੀ ਮੈਂ ਗੱਲ ਕਰ ਰਿਹਾ, ਯੂਥ ਦੀ ਗੱਲ ਕਰ ਰਿਹਾ ਮੈਂ, ਸ਼ਬਦਾਂ ਨੂੰ ਤਰਜੀਹ ਨਹੀਂ ਦੇ ਰਹੇ। ਜਿਹੜਾ ਮਿਊਜ਼ਿਕ ਹੈ, ਡਮ ਆਪਾਂ ਕਹਿ ਲਈਏ, ਜਾਂ ਉਹ ਢੋਲ ਢਮੱਕੇ ਵਾਲਾ, ਸਿਰਫ ਉਹਨੂੰ ਹੀ ਤਰਜੀਹ ਕਿਉਂ ਦੇ ਰਹੇ? ਕਿਉਂ, ਮਤਲਬ ਇਹ ਜ਼ਮਾਨਾ ਕਿਉਂ ਪੈਦਾ ਹੋ ਗਿਆ ਜੀ?
ਐਜੂਕੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ ਭੈਣ ਸਾਹਿਬ। ਇੱਕ ਹੁੰਦੀ ਹੈ ਲਿਟਰੇਚਰ, ਲਿਟਰੇਚਰ, ਔਰ ਇੱਕ ਨਾਰਮਲ ਐਜੂਕੇਸ਼ਨ ਜਿਹੜੀ ਸਾਡੀ ਸਕੂਲ ਕਾਲਜਸ ਦੇ ਵਿੱਚ ਹੁੰਦੀ ਹੈ। ਚਲੋ ਉਹ ਤਾਂ ਐਜੂਕੇਸ਼ਨ ਜੋ ਚੱਲ ਹੀ ਰਹੀ। ਲਿਟਰੇਚਰ ਵਾਲੇ ਪਾਸੇ ਸਾਡਾ ਸ਼ੌਂਕ ਕਦੇ ਵੀ ਨਹੀਂ ਸੀ, ਸਾਡੇ ਪੰਜਾਬੀਆਂ ਦਾ ਸਪੈਸ਼ਲੀ। ਥੋੜ੍ਹੇ ਲੋਕ ਸੀਗੇ, ਤੁਸੀਂ ਕਿਤੇ ਪੜ੍ਹ ਲਿਆ, ਮੈਂ ਪੜ੍ਹ ਲਿਆ, ਜਾਂ ਹੋਰਾਂ ਨੇ ਪੜ੍ਹ ਲਿਆ। ਇਹ ਤੁਹਾਨੂੰ ਬਹੁਤ ਸਿਖਾਉਂਦਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸ਼ਬਦਾਂ ਦੀ ਕਦਰ ਕਰਨਾ ਹੀ ਸਿਖਾਉਂਦਾ ਹੈ, ਔਰ ਇਹ ਤੁਹਾਨੂੰ ਅਮੀਰ ਕਰਦਾ ਹੈ। ਚਲੋ ਇਹ ਨਹੀਂ ਸੀ, ਜਾਂ ਅੱਜ ਵੀ ਨਹੀਂ, ਨਾ ਦੇ ਬਰਾਬਰ ਹੀ ਹੈ। ਦੂਜਾ ਤਰੀਕਾ ਹੁੰਦਾ ਸੀ ਜਦੋਂ ਤੁਸੀਂ ਆਪ ਤੋਂ ਜ਼ਿਆਦਾ ਸਿਆਣੇ ਬੰਦਿਆਂ ਨਾਲ ਜਾਂ ਆਪਦੇ ਬਜ਼ੁਰਗਾਂ ਨਾਲ ਬਹਿੰਦੇ ਸੀ, ਵੋਕਲੀ ਇੱਕ ਵਾਰਤਾਲਾਪ ਚੋਂ ਸਿੱਖਦੇ ਸੀ। ਉਹ ਵੀ ਸਾਡੇ ਆ ਸੋਸ਼ਲ ਮੀਡੀਆ ਨੇ ਖੋਲਿਆ, ਹੁਣ ਇਕੱਲੇ ਇਹਨੂੰ ਚੱਕ ਕੇ ਤੁਰੇ ਫਿਰਦੇ ਨੇ। ਤਾਂ ਮੈਂ ਕਹੂੰਗਾ ਖੋਖਲਾਪਨ ਆ ਗਿਆ ਅੰਦਰ। ਨਾ ਤਾਂ ਤੁਹਾਨੂੰ ਲਿਟਰੇਚਰ ਦਾ ਪਤਾ ਹੈ, ਤੁਹਾਨੂੰ ਨਹੀਂ ਪਤਾ ਕਿਸੇ ਨੇ ਕੀ ਲਿਖਿਆ ਹੈ, ਨਾ ਤੁਸੀਂ ਆਪਦੇ ਵੱਡੇ ਤੋਂ ਕਿਸ ਤੋਂ ਸਿੱਖਿਆ ਹੈ। ਅੱਜ ਮੈਂ ਤੁਹਾਨੂੰ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਨਾਲ ਇਸਤੇਮਾਲ ਕਰਕੇ ਪੁੱਛ ਲਓ ਕੀ ਹੈ। ਸ਼ਿਵ ਕੁਮਾਰ ਦਾ ਬਹੁਤ ਸਾਰਾ ਕਲਾਮ ਹੈ, ਸੁਣਾ ਲਓ, ਕਹਿ ਦੇਣਗੇ ਇਹ ਕੀ ਹੈ। ਲੇਕਿਨ ਤਾਂ ਪਤਾ ਨਹੀਂ ਸ਼ਿਵ ਕੁਮਾਰ ਕੌਣ। ਕਮਾਲ ਦੀ ਗੱਲ ਹੈ। ਤੁਸੀਂ ਕਹੋਗੇ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਤੇ ਕਹਿਣਗੇ ਸ਼ਿਕਰਾ ਕੌਣ ਹੈ, ਕਿਤੇ ਫੁਕਰੇ ਦੇ ਨੇੜੇ ਤੇੜੇ ਤਾਂ ਨਹੀਂ। ਕਿ ਸ਼ਿਕਰਾ ਕਿਹਨੂੰ ਕਹਿੰਦੇ ਨੇ, ਬਾਜ ਨੂੰ ਕਹਿੰਦੇ ਨੇ, ਮਤਲਬ ਪਤਾ ਹੀ ਨਹੀਂ ਕੁਛ। ਮੈਂ ਇੱਕ ਬੰਦੇ ਦਾ ਨਾਂ ਲੈਣਾ, ਨਰੀ ਦਾ ਇੱਕ ਗਾਣਾ ਸੀ, ਡੂੰਘੇ ਡੁੱਬ ਗਏ ਜਿਗਰੀਆ ਯਾਰਾ ਪੱਤਨਾਂ ਤੇ ਭਾਲਦੀ ਫਿਲਾਂ। ਉਹਨਾਂ ਦੇ ਪੱਤਨ ਕੀ ਹੁੰਦੇ ਆ, ਸ਼ਬਦਾਂ ਦੀ ਸਮਝ ਨਹੀਂ ਹੈ। ਮੈਂ ਕਹਾਣੀ 'ਚ ਯੂਜ਼ ਕੀਤਾ, ਉਹਨਾਂ ਅੱਖੀਆਂ ਨੂੰ ਨੀਂਦ ਨਹੀਂ ਉਹ ਪੈਂਦੀ ਜਿਨ੍ਹਾਂ ਨੂੰ ਤਾਂਘ ਸੱਜਣਾ ਦੀ। ਇਹ ਕੋਈ ਬਹੁਤ, ਤੁਸੀਂ ਕਹਿ ਲਓ ਕਿ ਇੱਕ ਤਾਂਘ ਸਾਡਾ ਆਮ ਭਾਸ਼ਾ ਹੈ, ਆਮ ਪੱਤਨ ਵੀ ਆਮ ਹੀ ਸੀ, ਪਿੰਡਾਂ 'ਚ ਬੋਲੇ ਜਾਂਦੇ ਸੀਗੇ। ਜਦੋਂ ਅਸੀਂ ਸ਼ਿਕਸ਼ਿਤ ਨਹੀਂ ਹੁੰਦੇ, ਸਾਡੇ ਯੂਥ ਨੇ ਪਤਾ ਨਹੀਂ ਕਿਉਂ, ਜਾਂ ਤਾਂ ਉਹਨਾਂ ਦੇ ਮਾਂ-ਬਾਪ ਦੀ ਗਲਤੀ ਹੈ, ਟੀਚਰਾਂ ਦੀ ਗਲਤੀ, ਪੜ੍ਹਨਾ ਹੀ ਛੱਡਤਾ। ਹਲਕੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਫਿਰ ਤੁਸੀਂ ਨਾ ਤਾਂ ਤੁਹਾਨੂੰ ਵਰਲਡ ਇਕੋਨਮੀ ਦਾ ਪਤਾ ਹੈ, ਨਾ ਵਰਲਡ ਲਿਟਰੇਚਰ ਦਾ ਪਤਾ ਹੈ। ਮੈਂ ਨਾ ਸਪੋਰਟਸ ਦੀ ਵੀ ਗੱਲ, ਇੱਥੇ ਤਾਂ ਪਤੰਦਰ ਗੱਲਾਂ ਹੀ ਜਾਂ ਤਾਂ ਗੱਡੀ ਤੇ ਜਾਂ ਹਥਿਆਰ ਜਾਂ ਕੁਛ ਕਰਦੇ ਰਹਿੰਦੇ ਨੇ। ਇਹਦਾ ਬੜਾ ਨੁਕਸਾਨ ਹੋਇਆ। ਮੈਂ ਤਾਂ ਜਿੰਨੀ ਕੁ ਕੋਸ਼ਿਸ਼ ਕਰਦਾ, ਮੇਰੇ ਆਸੇ-ਪਾਸੇ ਮੇਰੇ ਅਸਿਸਟੈਂਟ ਹੋਣ ਜਾਂ ਮੇਰੇ ਨਾਲ ਜੋ ਵੀ ਆਉਂਦੇ ਨੇ, ਮੈਂ ਬੋਲਦਾ ਵੀ ਇਹਨਾਂ ਗੱਲਾਂ ਨੂੰ। ਸਾਨੂੰ ਵੀ ਇਹਨਾਂ ਗੱਲਾਂ ਦਾ ਸ਼ੌਂਕ ਹੁੰਦਾ ਸੀ, ਬਟ ਉਹਦੇ ਨਾਲ ਨਾਲ ਆ ਵੀ ਹੁੰਦਾ ਸੀ। ਹੁਣ ਕੰਮ ਉਲਟਾ ਹੋ ਗਿਆ। ਪਹਿਲਾਂ ਹੁੰਦੀ ਸੀ ਇਹ ਰੇਸ਼ੋ 90 ਤੇ 10 ਦੀ। 10 ਹੁੰਦੇ ਸੀ ਜੋ ਜਮਾਂ ਹੀ, ਸਾਡੇ ਵੇਲੇ ਵੀ ਹੁੰਦੇ ਸੀ ਜੋ ਹੁੰਦੇ ਸੀ ਬਸ ਯਾਰ ਇਹਨਾਂ ਇਹ ਤਾਂ ਲਿਸਟਡ ਨੇ। ਹੁਣ ਇਹ ਲਿਸਟਡ ਵਾਲੇ 90-95% ਬਣੇ ਪਏ ਨੇ, 10% ਨੇ ਜੋ ਵਿਚਾਰੇ ਹਜੇ ਵੀ ਕੋਸ਼ਿਸ਼ ਕਰਦੇ ਨੇ, ਸਮਝੀ ਬੈਠੇ ਜਾਂ ਸਾਂਭੀ ਬੈਠੇ ਨੇ ਕਹਿ ਲਓ। ਉਹ ਲਿਟਰੇਚਰ ਤੇ ਸਿੱਖਣ ਦਾ ਜਿਹੜਾ ਮਾਦਾ ਘਟਣ ਕਰਕੇ ਫਿਰ ਤੁਹਾਨੂੰ ਸ਼ਬਦਾਂ ਦੀ ਜਦੋਂ ਗਿਆਨ ਨਹੀਂ ਰਹਿੰਦਾ, ਤਾਂ ਫਿਰ ਤੁਸੀਂ ਹਮੇਸ਼ਾ ਉਹਦੀ ਜਿਹੜਾ ਲਿਟਰੇਰੀ ਪਾਸਾ ਉਹ ਘਟ ਜਾਂਦਾ ਹੈ। ਇਹ ਹਿੰਦੁਸਤਾਨ 'ਚ ਵੀ ਹੋਇਆ ਸੀ, ਬਟ ਜਿਵੇਂ ਉੱਥੇ ਅਸੀਂ ਟੈਕਨੀਕ ਨੇ ਬਹੁਤ ਤਰੱਕੀ ਕਰ ਲਈ। ਫਿਲਮਾਂ 'ਚ ਸੀ ਲਾਈਟਿੰਗ, ਟੇਕਿੰਗ, ਸਾਊਂਡ, ਐਵਰੀਥਿੰਗ ਇਜ਼ ਪਰਫੈਕਟ, ਲੇਕਿਨ ਕੰਟੈਂਟ ਥੱਲੇ ਆ ਗਿਆ ਸੀ। 90 ਦੇ ਸ਼ੁਰੂ ਦਾ ਸਿਨੇਮਾ ਲੈ ਲਓ, 80 ਦਾ ਸਿਨੇਮਾ ਲੈ ਲਓ, ਬਕਵਾਸ। ਫਿਰ ਉਹਨੇ ਦੁਬਾਰ ਤੋਂ ਪੈਰ ਸਿਰ ਹੋਇਆ। ਅੱਜ ਅਸੀਂ ਵੀ ਸ਼ਾਇਦ ਉਸ 90 ਦਾ ਜੋ ਹਿੰਦੀ ਫਿਲਮਾਂ ਦਾ ਦੌਰ ਸੀ ਉਹ 'ਚੋਂ ਗੁਜ਼ਰ ਰਹੇ ਹਾਂ। ਸਾਡੇ ਕੰਟੈਂਟ ਬਹੁਤ ਥੱਲੇ ਚਲੇ ਗਏ ਨੇ, ਸਾਡੇ ਹੀਰੋ ਬਦਲ ਗਏ ਨੇ। ਅੱਜ ਅਸੀਂ ਹੀਰੋ ਇਹ ਨਹੀਂ ਮੰਨਦੇ ਕਿ ਬੰਦਾ ਸੁਰ 'ਚ ਹੈ, ਇਹਦੀ ਆਵਾਜ਼ 'ਚ ਇੱਕ ਅਜੀਬ ਕਿਸਮ ਦੀ ਮਿਠਾਸ ਹੈ। ਅੱਜ ਅਸੀਂ ਵੇਖਦੇ ਹਾਂ ਕਿ ਯਾਰ ਇਹਦੇ ਗਾਣੇ ਕਿੰਨੇ ਸ਼ੇਰ ਹੋਏ ਆ ਇੰਨੇ, ਤਾਂ ਫਿਰ ਇਹਨੂੰ ਸੁਣ ਲਓ। ਉਹ ਰੱਜ ਕੇ ਬੇਸੁਰੇ ਬੰਦੇ ਸਾਡੇ ਅੱਜ ਕਮਾਲ ਦੇ ਵੱਡੇ ਸਿੰਗਰ ਨੇ। ਜਿਨ੍ਹਾਂ ਨੂੰ ਐਕਟਿੰਗ ਜਮਾ ਨਹੀਂ ਆਉਂਦੀ ਉਹ ਸਾਡੇ ਹੀਰੋ ਨੇ। ਜਿਨ੍ਹਾਂ ਨੇ ਪੋਲਿਟਿਕਸ 'ਚ ਨੇਰੀ ਲਿਆ ਤੀ, ਕੋਠੀਆਂ ਬਣਾਉਣ ਵਾਲੇ ਅਸੀਂ ਆਣੇ ਯਾਰ ਪੋਲੀਟੀਸ਼ੀਅਨ ਆ, ਸਾਡੇ ਹੀਰੋ ਬਦਲ ਗਏ। ਕਿਉਂਕਿ ਅਸੀਂ ਹਰ ਚੀਜ਼ ਨੂੰ ਸਫਲਤਾ ਨਾਲ ਜੋੜ ਲਿਆ, ਅਸੀਂ ਚੰਗੇ ਨਾਲ ਨਹੀਂ ਜੋੜਿਆ। ਦਿਸ਼ਾ ਬਦਲ ਗਈ। ਹਾਂ, ਪਹਿਲਾਂ ਸਾਡੇ ਹੀਰੋ ਹੁੰਦੇ ਸੀ ਭਗਤ ਸਿੰਘ, ਸਰਾਭਾ ਜਾਂ ਸੁਰ ਵਾਲੇ ਜਾਂ ਵਧੀਆ ਦਲੀਪ ਕੁਮਾਰ ਵਰਗੇ ਬੰਦੇ, ਹਨਾ। ਅੱਜ ਅਸੀਂ ਵੇਖਿਆ ਕਿ ਛੱਡ ਯਾਰ ਪਰੇ, ਚੱਲ ਕੌਣ ਰਿਹਾ, ਅਸੀਂ ਤਾਂ ਉਹਨੂੰ ਮੰਨਣਾ ਹੈ। ਤੇ ਬੱਚਿਆਂ ਨੂੰ ਜਦੋਂ ਇਹ ਚੀਜ਼ ਆ ਜਾਊਗੀ, ਹੁਣ ਜਿਵੇਂ ਤੁਸੀਂ ਕਹੋ ਕ੍ਰਿਕਟ ਹੈ ਆਪਣੇ ਪੰਜਾਬ 'ਚ ਬਹੁਤ, ਹਿੰਦੁਸਤਾਨ 'ਚ, ਤੁਸੀਂ ਇਹ ਨਹੀਂ ਵੇਖਦੇ ਕਿ ਉਹਦਾ ਫੁੱਟਵਰਕ ਕੀ ਹੈ, ਉਹ ਖੇਡਦਾ ਕਿੰਨਾ ਸੋਹਣਾ ਹੈ, ਫੇਰ ਹੀ ਉਹ ਵਧੀਆ ਪਲੇਅਰ ਬਣੂ। ਅਸੀਂ ਇਹ ਵੇਖਦੇ ਯਾਰ ਲੱਪੇਬਾਜ਼ੀ ਕਿਹੜਾ ਵਧੀਆ ਕਰ ਲੈਂਦਾ ਹੈ, ਛੱਕਾ ਚੌਕਾ ਕਿਹੜਾ ਬਾਜ, ਉਹੀ ਕਮਾਲ ਹੈ। ਇਹ ਥੋੜੇ ਸਮੇਂ ਲਈ ਚੀਜ਼ ਹੁੰਦੀ ਹੈ, ਇਹਨੂੰ ਗੈਲਰੀ ਪਲੇ ਕਹਿ ਲਓ ਜਾਂ ਇਹਨੂੰ ਕਹਿ ਲਓ ਫॉर ਏ ਟਾਈਮ। ਇਹ
ਕਲਾਸ ਹਮੇਸ਼ਾ ਬਣੀ ਰਹਿੰਦੀ ਹੈ ਔਰ ਚੱਲਦੀ ਹੈ, ਜਿਹਦੀਆਂ ਅਸੀਂ ਬਾਤਾਂ ਪਾਉਣੇ। ਅੱਜ ਵੀ ਅਸੀਂ ਦਲੀਪ ਸਾਹਿਬ ਦੀ ਗੱਲ ਕਿਉਂ ਕਰ ਰਹੇ ਹਾਂ, ਉਹਨਾਂ ਦੀ ਪਿਛਲੀ ਫਿਲਮ 1998 ਚ ਆਈ ਸੀ, 23 ਸਾਲ ਤੋਂ ਤਾਂ ਉਹਨਾਂ ਦੀ ਫਿਲਮ ਹੀ ਨਹੀਂ ਆਈ ਕੋਈ। 54 ਫਿਲਮਾਂ ਕੀਤੀਆਂ ਨੇ, ਅੱਜ ਵੀ ਰੈਲੇਵੈਂਟ ਨੇ। ਔਰ ਉਹਨਾਂ ਤੋਂ ਬਾਅਦ ਆਏ ਪਤਾ ਹੀ ਨਹੀਂ ਕਿੰਨੇ ਸੈਂਕੜੇ ਹੀਰੋ ਜਿਨ੍ਹਾਂ ਨੇ 200 ਫਿਲਮ ਕੀਤੀ, ਰੈਲੇਵੈਂਟ ਹੀ ਨਹੀਂ ਰਹੇ। ਸੋ ਕਲਾਸ ਹਮੇਸ਼ਾ ਰੈਲੇਵੈਂਟ ਰਹਿੰਦੀ ਹੈ ਔਰ ਉਹ ਰਹੂਗੀ। ਮੇਰੀ ਆਪਣੀ ਸਾਰੀ ਯੰਗ ਜਨਰੇਸ਼ਨ ਜਿਨ੍ਹਾਂ ਤੇ ਸਾਨੂੰ ਵੀ ਫਖਰ ਹੈ। ਮੈਨੂੰ ਆਹ ਅੰਦੋਲਨ 'ਚ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਸੀ, ਜਦੋਂ ਮੈਂ ਗਿਆ, ਮੈਂ ਵੇਖਿਆ, ਮੈਂ ਯਾਰ ਇਹ ਤਾਂ ਜਾਗਰਿਤ ਹੋ ਗਏ, ਇਹ ਤਾਂ ਲੱਗ ਗਏ, ਸਹੀ ਡਿਸਕਸ਼ਨਾਂ ਹੋਣ ਲੱਗ ਗਈਆਂ। ਮੈਨੂੰ ਉੱਥੇ ਆ ਗਏ, ਮੇਰੇ ਕੋਲੇ ਕਾਫੀ ਮੁੰਡੇ ਸੀ, ਮੈਨੂੰ ਕਹਿੰਦੇ ਬਾਈ ਜੀ ਤੁਸੀਂ ਕੀ ਸੋਚਦੇ? ਮੈਂ ਕਿਹਾ ਮੇਰਾ ਛੱਡੋ ਯਾਰ, ਮੈਂ ਤਾਂ ਸੋਚਦਾ ਤੁਹਾਨੂੰ ਪਤਾ ਹੀ ਹੈ, ਬੋਲ ਹੀ ਦਿੰਦਾ। ਤੁਸੀਂ ਕੀ ਸੋਚ ਰਹੇ ਹੋ? ਇਹ ਗੱਲ ਨੂੰ ਇੱਥੇ ਨਹੀਂ ਛੱਡਣਾ, ਇਹਨੂੰ ਨਾਲ ਲੈ ਕੇ ਜਾਣਾ ਪਿੰਡਾਂ 'ਚ। ਉਹ ਸਮਝ ਗਏ, ਕਿਉਂਕਿ ਮੈਂ ਬੋਲਿਆ ਵੀ ਸੀ ਪਹਿਲਾਂ। ਆਂਦੇ ਬੇਫਿਕਰ ਰਹੋ, ਹੁਣ ਜਾ ਕੇ ਸਰਪੰਚ ਨੂੰ ਵੀ ਪੁੱਛਾਂਗੇ ਗਰਾਂਟਾਂ ਕਿੱਧਰ ਗਈਆਂ, MLA ਨੂੰ ਵੀ ਪੁੱਛਾਂਗੇ, ਮਿਨਿਸਟਰ ਨੂੰ ਵੀ, ਚੀਫ ਮਿਨਿਸਟਰ ਨੂੰ ਵੀ, ਪ੍ਰਾਈਮ ਮਿਨਿਸਟਰ ਨੂੰ ਵੀ। ਇਹ ਹੁੰਦੀ ਹੈ ਤਰੱਕੀ, ਇਹ ਹੁੰਦੀ ਹੈ ਸੋਚ ਦਾ ਵੱਡਾ ਹੋਣਾ। ਔਰ ਕੱਲਾ ਉਹਨੂੰ ਹੀ ਨਹੀਂ, ਸਾਥੋਂ ਵੀ ਪੁੱਛੋ ਆਹ ਕੀ ਬਣਾਇਆ, ਬਕਵਾਸ। ਸਿੰਗਰ ਨੂੰ ਵੀ ਕਹੋ ਆ ਬੇਸੁਰਾ ਗਾਉਣਾ, ਆ ਕੀ ਹੈ, ਬਕਵਾਸ ਕੀ ਗਾਈ ਜਾਂਦਾ ਇਹ। ਇਸੇ ਤਰ੍ਹਾਂ ਹਰ ਸ਼ੋਬੇ ਵਾਲੇ, ਫਿਰ ਤੁਸੀਂ ਬਿਊਰੋਕਰੇਟਸ ਨੂੰ ਕੁਐਸਚਨ ਕਰੋਗੇ। ਤੁਹਾਨੂੰ ਇੱਥੇ ਪੁਲਿਸ ਵਾਲਾ ਜਾਂਦਾ ਰੋਕ ਲੈਂਦਾ, ਲਾਇਸੈਂਸ ਵਿਖਾ ਪੁੱਛੋ ਤੇਰੇ ਕੋਲ ਅਥਾਰਟੀ ਹੈ ਕਿ ਨਹੀਂ। ਮੈਂ ਤਾਂ ਨਹੀਂ ਮਾਸਕ ਲਾਇਆ, ਤੂੰ ਮਾਸਕ ਲਾ ਕੇ ਕਿਉਂ ਗੱਲ ਕਰ ਰਿਹਾ ਮੇਰੇ ਨਾਲ? ਪਰ ਇਹ ਲੌਜਿਕਸ, ਇਹ ਤਰਕ ਵਿਤਰਕ ਤੁਹਾਨੂੰ ਉਦੋਂ ਹੀ ਆਊਗਾ, ਪਹਿਲਾਂ ਆਪਦੇ ਆਪ ਨੂੰ ਤਾਂ ਕਾਇਮ ਕਰ ਲਓ। ਮੈਨੂੰ ਕਿਸੇ ਤੇ ਵੀ ਉਂਗਲ ਉਠਾਉਣ ਦਾ ਉਦੋਂ ਹੱਕ ਹੈ ਬੈਂਸ ਸਾਹਿਬ, ਜਦੋਂ ਮੈਂ ਆਪ ਉਸ ਗੱਲ ਨੂੰ ਸਹੀ ਕਰ ਲਾਂ। ਆਪ ਪਹਿਲਾਂ ਐਗਜ਼ਾਮਪਲ ਬਣੋ, ਫਿਰ ਦੂਜੇ ਨੂੰ ਕਹੋਗੇ। ਇਸ ਲਈ ਅਸੀਂ ਆਨੇ ਹੁੰਦੇ, ਸਾਡਾ ਚੀਫ ਐਗਜ਼ੀਕਿਊਟਿਵ ਚਾਹੇ ਦੇਸ਼ ਦਾ ਹੋਵੇ, ਸਟੇਟ ਦਾ ਹੋਵੇ, ਜਾਂ ਸਾਡੇ ਘਰ ਦਾ ਮੁਖੀ ਹੋਵੇ, ਉਹਨੂੰ ਸਹੀ ਹੋਣਾ ਚਾਹੀਦਾ, ਫਿਰ ਹੀ ਉਹ ਦੂਜਿਆਂ ਨੂੰ ਕਹਿ ਸਕਦਾ ਸਹੀ ਹੋਏ। ਦਿਸ ਇਜ਼ ਨੈਸੈਸਰੀ, ਜ਼ਰੂਰਤ ਹੈ ਇਸ ਗੱਲ ਦੀ, ਕਿਉਂਕਿ ਤੁਹਾਨੂੰ ਵੇਖ ਕੇ ਲੋਕ ਸਿੱਖਦੇ ਨੇ। ਹਮੇਸ਼ਾ ਪਾਣੀ ਥੱਲਿਓਂ ਤਾਂ ਉਹਨੂੰ ਨਹੀਂ ਜਾਂਦਾ, ਉੱਤੋਂ ਪਾਉਣੇ ਥਾਂ ਥੱਲੇ ਨੂੰ ਆਉਂਦਾ ਹੈ। ਪਹਿਲਾਂ ਉੱਪਰ ਹੈਡ ਸਹੀ ਹੋਣਾ ਚਾਹੀਦਾ, ਫਿਰ ਥੱਲੇ ਚੀਜ਼ਾਂ ਸਹੀ ਹੁੰਦੀਆਂ ਨੇ। ਸੋ ਇਹ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਜਨਰੇਸ਼ਨ ਸਾਡੀ ਬਦਲੂਗੀ, ਬਦਲ ਰਹੀ ਆ ਹੁਣ। ਕਈ ਮੁੰਡੇ ਤੁਹਾਨੂੰ ਇਹੋ ਜਿਹੇ ਮਿਲਦੇ ਨੇ, ਆਹ ਸਵਾਦ ਆ ਜਾਂਦਾ ਗੱਲ ਕਰਕੇ, ਉਹਨਾਂ ਦਾ ਵਿਜ਼ਨ ਸੁਣ ਕੇ। ਔਰ ਉਹ ਜੋ ਐਫਰਟ ਕਰਦੇ ਨੇ, ਬਾਹਰ ਜਾ ਕੇ ਵੇਖੋ ਕਿਆ ਮਿਹਨਤ ਕਰਦੇ ਨੇ ਸਾਡੇ ਮੁੰਡੇ। ਹੁਣ ਜਾ ਕੇ ਉਹ ਮਿਹਨਤ ਇੱਥੇ ਕਿਉਂ ਨਹੀਂ? ਮੈਨੂੰ ਕਿਸੇ ਨੇ ਪੁੱਛਿਆ ਕੀ ਕਾਰਨ ਹੈ, ਮੈਂ ਕਿਹਾ ਯਾਰ ਇਹਦੀ ਇੱਕੋ ਗੱਲ 'ਚ ਮੈਂ ਜਵਾਬ ਦੇਵਾਂਗਾ ਕਿ ਉੱਥੇ ਜਾ ਕੇ ਅਸੀਂ ਕੁਝ ਵੀ ਕਰਦੇ ਹਾਂ ਤੇ ਇੱਥੇ ਕੁਝ ਵੀ ਨਹੀਂ ਕਰਦੇ। ਦਿਸ ਇਜ਼ ਦੀ ਪ੍ਰੋਬਲਮ। ਇਸ ਚੀਜ਼ ਨੂੰ ਪਾਸੇ ਕੱਢੀਏ। ਮੈਂ ਅੱਜ ਵੀ ਤੁਹਾਨੂੰ ਆਣਾ ਹੈ ਕਿ ਇਹ ਮਿੱਟੀ, ਇਹ ਦੇਸ਼, ਇਹ ਪੌਣ ਪਾਣੀ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਇਹੋ ਜਿਹਾ। ਮੈਂ ਸਾਰੀ ਦੁਨੀਆ ਘੁੰਮੀ ਹੈ। ਆਇਬ ਜੀ ਜ਼ਮੀਨ ਜਿਹੜੀ ਉਹ ਤੁਸੀਂ ਸ਼ੁਰੂ ਕਰ ਲਓ, ਪਿਸ਼ਾਵਰ ਤੋਂ ਬਾਅਦ ਲੈ ਕੇ ਇੱਥੇ ਆ UP ਬਿਹਾਰ ਤੱਕ, ਇੰਨੀ ਵਧੀਆ ਜ਼ਮੀਨ ਕਿਤੇ ਨਹੀਂ ਗੀ। ਨੈਚੁਰਲ ਪਾਣੀ ਹਿਮਾਲਿਆ ਕਰਕੇ ਜੋ ਆਉਂਦਾ ਹੈ, ਇਹ ਇਸੇ ਕਰਕੇ ਤਾਂ ਦੁਨੀਆ ਇੱਧਰ ਆਈ ਸੀ। ਹੁਣ ਅਸੀਂ ਛੱਡ ਕੇ ਦੂਜੇ ਪਾਸੇ ਤੁਰੇ ਜਾਂਦੇ ਹਾਂ। ਇਹ ਵੀ ਇੱਕ ਵੱਖਰਾ ਸਵਾਲ ਹੈ। ਜਿਹੜੀ ਅੱਜ ਦੀ ਪੰਜਾਬ ਦੀ ਨੌਜਵਾਨੀ ਹੈ, ਕੁੜੀਆਂ ਮੁੰਡੇ ਨੇ, 90% ਉਹਨਾਂ ਨੇ ਬਾਹਰ ਦਾ ਰੁੱਖ ਕਿਉਂ ਕਰ ਲਿਆ ਜੀ? ਦਿਸ ਇਜ਼ ਦ ਰੀਜ਼ਨ। ਤੁਸੀਂ ਮੰਨ ਲਓ ਮੈਂ ਕਿਹਾ ਸਿਸਟਮ ਮਾੜਾ ਹੈ ਜੀ, ਇੱਥੇ ਕੀ ਕਰੀਏ? ਮੈਨੂੰ ਹਰ ਕੋਈ ਆਂਦਾ ਜੀ ਇੱਥੇ ਰਹਿ ਕੇ ਕੀ ਕਰੀਏ ਅਸੀਂ। ਮੈਂ ਕਿਹਾ ਉੱਥੇ ਜਾ ਕੀ ਕਰਦੇ ਹੋ? ਉਹ ਇੱਥੇ ਕਰ ਲਓ। ਆਂਦੇ ਇੱਥੇ ਕਦਰ ਨਹੀਂ। ਕਦਰ ਕਿਹਨੇ ਬਣਾਉਣੀ ਹੈ? ਸਾਡੇ ਬਿਊਰੋਕਰੇਟਸ ਮਾਰੇ, ਪੋਲੀਟੀਸ਼ੀਅਨ ਮਾਰੇ, ਇਹ ਚੁਣੇ ਕਿਹਨੇ? ਤੁਸੀਂ ਤੇ ਗੱਲ ਤਾਂ ਫਿਰ ਤੁਹਾਡੇ ਤੇ ਹੀ ਆ ਗਈ। ਭੱਜ ਰਹੇ ਹੋ ਨਾ। ਉਹ ਸਾਡੀ ਕੌਮ ਭੱਜਦੀ ਥੋੜੀ ਹੁੰਦੀ ਯਾਰ, ਇਸ ਕਿੱਤੇ ਦੇ ਲੋਕ ਭੱਜਦੇ ਥੋੜੀ ਹੁੰਦੇ ਆ, ਖੜਦੇ ਹੁੰਦੇ ਆ ਅੜ ਕੇ। ਖੜੋ, ਜੇ ਤੁਹਾਨੂੰ ਇਹ ਖਰਾਬ ਬਣਾ ਰਿਹਾ ਬਦਲ ਦਿਓ। ਇਹ ਕਿੰਨੇ ਲੱਖਾਂ ਚ ਬਾਹਰ ਜਾ ਰਹੇ ਹੈ। 29,000 ਕਰੋੜ ਪਿਛਲੇ ਸਾਲ ਦਾ ਫਿਗਰ ਸੀ। ਅਸੀਂ ਹਰ ਮਹੀਨੇ ਦੀ ਫੀਸ ਦੇ ਰਹੇ ਹਾਂ ਬਾਹਰ। ਉਹ ਇੰਨਾ ਪੈਸਾ ਇੱਥੋਂ ਬਾਹਰ ਜਾ ਰਿਹਾ, ਇੱਥੇ ਇਸਤੇਮਾਲ ਕਰ ਲਓ। ਕਿੰਨਾ ਇੱਕ ਮੁੰਡਾ ਮੈਨੂੰ ਲੱਗਦਾ 20-25 ਲੱਖ ਲਾ ਕੇ ਬਾਹਰ ਜਾਂਦਾ ਹੈ। 20-25 ਲੱਖ ਨਾਲ ਇੱਥੇ ਬਿਜ਼ਨਸ ਨਹੀਂ ਹੋ ਸਕਦਾ? ਹੁਣ ਤੁਸੀਂ ਉਹਨੇ ਨਹੀਂ, ਇੱਥੇ ਤਾਂ ਤੁਸੀਂ ਬਹਿ ਜਾਂਦੇ ਹੋ। ਦੱਸੋ ਮੈਨੂੰ, ਉੱਥੇ ਜਾ ਕੇ ਆਪ ਪਾਲਦੇ ਹੋ ਔਰ ਕਰ ਵੀ ਲੈਂਦੇ ਹੋ। ਐਫਰਟ ਕਰੋ। ਜੇ ਤੁਹਾਨੂੰ ਕੋਈ ਸਿਸਟਮ ਨਹੀਂ ਕਰਨ ਦੇ ਰਿਹਾ, ਤੁਹਾਨੂੰ ਪੋਲੀਟੀਸ਼ੀਅਨ ਕੋਈ ਨਹੀਂ ਕਰਨ ਦੇ ਰਿਹਾ, ਬਦਲੋ। ਫਿਰ ਅਸੀਂ ਆਨੇ ਉੱਥੇ ਡਾਲਰ ਬਹੁਤ ਅੱਪ ਗਿਆ, ਰੁਪਈਆ ਬਹੁਤ ਥੱਲੇ ਹੈ, ਕੀ ਕਰਾਂਗੇ? ਇਹ ਕਿਉਂ ਗਿਆ? ਸਾਡੀ ਇਕਨੋਮੀ ਕਰਕੇ। ਇਕਨੋਮੀ ਕਿਹਨੇ ਖਰਾਬ ਕੀਤੀ? ਇਹਨਾਂ ਨੇ। ਫਿਰ ਗੱਲ ਉੱਥੇ ਆ ਗਈ, ਬਦਲੋ। ਇੱਥੇ ਤਾਂ ਅਸੀਂ ਉਦੋਂ ਵੋਟ ਪਾਉਣ ਮੌਕੇ ਕਿਤੇ ਸਾਡਾ ਫੁੱਫੜ ਆ ਗਿਆ, ਕਿਤੇ ਸਾਡਾ ਚਾਚਾ ਆ ਗਿਆ, ਕਿਤੇ ਸਾਡਾ ਥਾਣੇਦਾਰ ਦਾ ਕੰਮ ਆ ਗਿਆ, ਤਹਿਸੀਲਦਾਰ ਦਾ ਕੰਮ ਆ ਗਿਆ, ਯਾਰ ਦੋਸਤ ਆ ਗਿਆ, ਵੋਟ ਪਾਤੀ। ਸਹੀ ਤਾਂ ਪਾਓ, ਔਰ ਬਲਕਿ 4 ਲੋਕਾਂ ਨੂੰ ਹੋਰ ਕਹੋ ਆਓ ਪਾਈਏ। ਸਿਸਟਮ ਬਦਲੋ। ਤੁਸੀਂ ਮੈਨੂੰ ਕਹਿੰਦੇ ਹੋ ਫਿਲਮ ਚੰਗੀ ਨਹੀਂ ਬਣਾਈ, ਵੇਖੀਆਂ ਕਿਹਨੇ ਖਰਾਬ ਫਿਲਮਾਂ? ਮੈਂ ਤਾਂ ਬਣਾਉਂਗਾ ਹੀ ਫਿਰ ਉਹ ਜੀ। ਚੰਗੀ ਵੇਖੋ। ਮੈਨੂੰ ਹਵਾਈ ਵੇਲੇ ਆਂਦੇ ਜੀ ਦੱਸੋ ਅਸੀਂ ਕੀ ਕਰੀਏ ਲੋਕਾਂ ਵੱਲੋਂ।
ਮੈਂ ਕਿਹਾ ਤੁਸੀਂ ਚਲਾਤੀ ਬਹੁਤ ਅੱਛਾ ਕੰਮ ਆ, ਬਸ ਇੱਕ ਕੰਮ ਕਰਿਓ ਜੇ DVD ਖਰੀਦਣੀ ਹੈ ਓਰੀਜਨਲ ਖਰੀਦੋ। ਮੈਨੂੰ ਇੱਥੇ ਆ ਕੇ ਪਤਾ ਲੱਗਿਆ ਹੈ ਕਿ ਤੁਸੀਂ ਇੱਕ ਦੁਕਾਨ ਤੇ ਜਾ ਕੇ ਕਹਿੰਦੇ ਕਿਉਂ ਕਿ ਪਾਇਰੇਟ ਕਾਪੀ ਦਿਓ ਸਾਨੂੰ, ਕਿਉਂਕਿ ਉਹ ਸਸਤੀ ਮਿਲਦੀ ਹੈ, 2-3 ਫਿਲਮਾਂ ਆ ਜਾਂਦੀਆਂ। ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਬਾਲੀਆਂ ਹੀ ਆਉਣ ਲੱਗ ਗਈਆਂ ਇੱਕ ਚਿੱਪ ਜੀ 'ਚ। ਤੇ ਗੋਰੇ ਜਦੋਂ ਆਉਂਦੇ ਨੇ ਉਹ ਆਂਦੇ ਪਾਇਰੇਟ ਕਾਪੀ ਪਈ ਹੋਵੇ, ਫੋਨ ਕਰਕੇ ਪੁਲਿਸ ਨੂੰ ਛਾਪਾ ਮਰਵਾਉਂਦੇ ਨੇ ਉੱਥੇ। ਇਹ ਹੈ ਕਿਰਦਾਰ ਦਾ ਫਰਕ। ਦੂਜੇ ਵੱਲ ਉਂਗਲ ਕਰਨੀ ਬਹੁਤ ਸੌਖੀ ਹੈ ਬੈਂਸ ਸਾਹਿਬ, ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰ ਲਓ। ਬੜਾ ਆਮ ਹੋ ਗਿਆ, ਅਸੀਂ ਉਹਨੂੰ ਰਾਏ ਦੇ ਜਾਂਦੇ ਬਾਈ ਜੀ ਐਂ ਕਰਿਆ ਕਰ ਬਹੁਤ ਸਹੀ ਹੋ ਜਾਊ, ਪਹਿਲਾਂ ਆਪਦੇ ਤੇ ਤਾਂ ਅਮਲ ਚ ਲੈ ਆ। ਆਪ ਦੇਖੋ ਸੁਧਾਰ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਹੁੰਦਾ ਹੈ? ਆਪਦੇ ਆਪ ਤੋਂ। ਮੈਂ ਸੁਧਰ ਜਾ, ਫਿਰ ਅਗਲਾ ਪਾਸਾ ਆਪੇ ਸੁਧਰਨਾ ਸ਼ੁਰੂ ਹੋ ਜਾਊਗਾ। ਕਿਉਂਕਿ ਜਦੋਂ ਮੈਂ ਸੁਧਰ ਗਿਆ, ਮੈਂ ਆਪਦੇ ਬੱਚਿਆਂ ਨੂੰ ਵੀ ਸੁਧਾਰੂੰਗਾ, ਆਪਦੇ ਯਾਰਾਂ ਦੋਸਤਾਂ ਨੂੰ ਵੀ ਸੁਧਾਰੂੰਗਾ, ਇਹ ਗੱਲ ਚੱਲ ਪਊਗੀ। ਅਸਲ 'ਚ ਅਸੀਂ ਦੂਜੇ ਨੂੰ ਸੁਧਾਰਨ ਦੇ ਚੱਕਰ 'ਚ ਹਾਂ। ਜਿਵੇਂ ਕਿਸਾਨ ਅੰਦੋਲਨ ਦਾ ਮਤਲਬ ਹੈ ਨਾ, ਜਦੋਂ ਮੈਨੂੰ ਪਹਿਲੀ ਵਾਰੀ ਗੱਲ ਹੋਈ ਕਿਸੇ ਨਾਲ, ਮੈਨੂੰ ਆਂਦੇ ਜੀ ਬੜੇ ਬੰਬੇ ਤੋਂ ਸੀ ਬੰਦੇ, ਮੈਨੂੰ ਆਂਦੇ ਤੁਹਾਡੇ, ਮੈਂ ਕਿਹਾ ਯਾਰ ਤੁਸੀਂ ਇੱਕ ਤਾਂ ਸਮਝਾਓ ਨਹੀਂ, ਸਮਝੋ। ਸਾਡੀ ਪ੍ਰੋਬਲਮ ਕੀ ਹੈ? ਅਸੀਂ ਦੂਜੇ ਨੂੰ ਸੁਧਾਰਨਾ ਚਾਹੁੰਦੇ, ਆਪ ਨਹੀਂ ਸੁਧਰਨਾ ਚਾਹੁੰਦੇ। ਦੂਜੇ ਨੂੰ ਸਮਝਾਉਣਾ ਚਾਹੁੰਦੇ, ਆਪ ਨਹੀਂ ਸਮਝਣਾ ਚਾਹੁੰਦੇ। ਜਿਸ ਦਿਨ ਅਸੀਂ ਇਹਦਾ ਉਲਟਾ ਕਰਕੇ ਚੱਲ ਪਏ, ਸਭ ਕੁਝ ਸਹੀ ਹੋ ਜਾਊਗਾ। ਅੱਜ ਅਬਰੋਡ ਜਾਂਦੇ ਹਾਂ ਅਸੀਂ, ਆਨੇ ਬੰਦਾ ਬਹੁਤ ਵਧੀਆ ਹੈ। ਮੈਂ ਤੁਹਾਨੂੰ ਵੈਸੀ ਗੱਲ ਕਰਦਾ, ਜ਼ਿਆਦਾਤਰ ਪਰਸੈਂਟੇਜ ਆ ਉੱਥੇ ਕਿ ਇੱਕ ਬੰਦੇ ਦਾ ਕਿਤੇ ਇੱਕ ਜਗ੍ਹਾ ਅਫੇਅਰ ਹੈ, ਉਹ ਬੜੀਆਂ ਸ਼ਾਦੀਆਂ ਬੜੇ ਅਫੇਅਰ ਕਰਦੇ ਨੇ, ਬਟ ਕਿਤੇ ਵੀ ਤੁਸੀਂ ਉਹਨਾਂ 'ਚ, ਮੈਂ ਹਾਲਤੀ ਕਿੰਨੇ ਬੰਦਿਆਂ ਨੂੰ ਮਿਲਿਆ ਉਹਨਾਂ ਦੀ ਐਟ ਏ ਟਾਈਮ 2-2 ਅਫੇਅਰ ਨਹੀਂ ਕਿਤੇ ਵੀ। ਤੇ ਇੱਥੇ ਸਾਡੇ ਕਿਸੇ ਬੰਦੇ ਨੂੰ ਮੌਕਾ ਮਿਲੇ ਸਹੀ ਭਲਾ 20 ਕਰਾ ਦਿਓ, ਤਿਆਰ ਬੈਠਾ ਹੈ। ਇਹ ਹੈ ਸਾਡੀ ਗਿਰਾਵਟ ਕਿਰਦਾਰ ਦੀ। ਸਾਡਾ ਕਿਰਦਾਰ ਗਿਰ ਗਿਆ। ਜਦੋਂ ਅਸੀਂ 5 ਤੋਂ 10% ਸੀ, ਜਦੋਂ ਲਾਹੌਰ ਤੇ ਕਬਜ਼ਾ ਕਰਕੇ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਸੀ। ਕਿਉਂ? ਕਿਉਂਕਿ ਕਿਰਦਾਰ ਬਹੁਤ ਉੱਚਾ ਸੀ। ਅੱਜ ਕਿਰਦਾਰ ਬਹੁਤ ਛੋਟਾ ਹੈ। ਇਸੇ ਲਈ ਅਸੀਂ ਕਿੰਨੇ ਸੰਘਰਸ਼ ਲੜੇ, ਉਹਦਾ ਨਤੀਜਾ ਨਹੀਂ ਚੰਗਾ ਕੱਢ ਪਾਏ। ਲੜੇ ਬੜੇ ਤਨ ਮਨ ਨਾਲ, ਪਰ ਕੋਈ ਨਾ ਕੋਈ ਲਾਲ ਸਿੰਘ, ਤੇਜਾ ਸਿੰਘ ਪੈਦਾ ਹੋ ਗਿਆ, ਸੰਘਰਸ਼ ਖਰਾਬ। ਇਹ ਸਾਡੇ ਕਿਰਦਾਰ ਦੀ ਗਿਰਾਵਟ ਹੈ। ਕਿਰਦਾਰ ਨੂੰ ਉੱਚਾ ਕਰਨ ਲਈ ਐਜੂਕੇਸ਼ਨ, ਲਿਟਰੇਚਰ, ਆਪਦੇ ਵੱਡਿਆਂ ਦੀਆਂ ਗੱਲਾਂ, ਚੰਗੇ ਜ਼ਹੀਨ ਮੁਤਬਰ ਬੰਦਿਆਂ ਨਾਲ ਡਿਸਕਸ਼ਨਾਂ, ਔਰ ਆਪਣੇ ਆਪ ਨੂੰ ਅੱਛਾ ਕਰਨ ਦੀ ਤੀਵਰਤਾ, ਜਿਸ ਦਿਨ ਉਹ ਕਰ ਲਿਆ, ਸਭ ਕੁਝ ਬਦਲ ਜੂ। ਤੁਹਾਡੀ ਚਰਚਾ ਸੱਥਾਂ ਦੀ ਬਦਲ ਜੇ, ਯੰਗਸਟਰਾਂ ਦੀ ਚੈਟ ਦਾ ਵੇ ਬਦਲ ਜੇ। ਚੈਟ ਦੇ ਵਿੱਚ ਜੋ ਇਹ ਕਰਦੇ ਨੇ ਉਹ ਨਾ ਕਰਨ, ਕੁਝ ਹੋਰ ਡਿਸਕਸ ਕਰਨ। ਮੈਂ ਇਹ ਚੀਜ਼ ਜਦੋਂ ਪੂਰਾ ਜਵਾਨੀ ਤੇ ਸੀ ਸੰਘਰਸ਼, ਉੱਥੇ ਵੇਖੀ ਸੀ। ਉੱਥੇ ਗੱਲਾਂ ਹੀ ਕੁਝ ਹੋਰ ਹੁੰਦੀਆਂ ਸੀ। ਐਂਡ ਆਈ ਐਮ ਮੋਰ ਦੈਨ ਹੈਪੀ। ਮੈਨੂੰ ਇਹ ਸੰਘਰਸ਼ ਚੰਗਾ ਹੀ ਤਾਂ ਲੱਗਿਆ ਸੀ। ਮੈਂ ਕਿਹਾ ਯਾਰ ਇਹ ਬਦਲਣੇ ਸ਼ੁਰੂ ਹੋ ਗਏ, ਸੋਚ ਬਦਲਣੀ ਸ਼ੁਰੂ ਹੋ ਗਈ। ਚੰਗੀ ਫਿਲਮ ਦੇਖੋ, ਚੰਗਾ ਲਿਟਰੇਚਰ ਪੜ੍ਹੋ, ਚੰਗੇ ਗਾਣੇ ਸੁਣੋ, ਹੀਰੋ ਬਦਲੋ। ਹੀਰੋ ਕੋਠੀਆਂ ਨਾਲ ਨਹੀਂ ਹੁੰਦਾ। ਕੋਠੀਆਂ ਵੱਡਾ ਬੰਦਾ ਬਾਹਰੋਂ ਨਹੀਂ ਹੁੰਦਾ, ਅੰਦਰੋਂ ਹੁੰਦਾ ਹੈ। ਕੋਠੀਆਂ ਨਾਲ ਨਹੀਂ, ਸੋਚ ਨਾਲ ਵੱਡਾ ਹੁੰਦਾ ਹੈ। ਇਹ ਜ਼ਰੂਰੀ ਹੈ। ਬ੍ਰਾਂਡ ਤੁਸੀਂ ਹੁੰਨੇ ਹੋ, ਬੰਦਾ ਬ੍ਰਾਂਡ ਹੁੰਦਾ ਹੈ। ਬ੍ਰਾਂਡ ਬੰਦੇ ਨੂੰ ਵੱਡਾ ਨਹੀਂ ਕਰਦੇ, ਬੰਦਾ ਬ੍ਰਾਂਡ ਨੂੰ ਵੱਡਾ ਕਰਦਾ ਹੈ। ਬੇਸਿਕ ਗੱਲਾਂ ਨੇ। ਗੱਲਬਾਤ ਜਾਰੀ ਹੈ। ਅਸੀਂ ਗੱਲਬਾਤ ਕਰ ਰਹੇ ਹਾਂ ਅਮਿਤੋਜ ਮਾਨ ਜੀ ਦੇ ਨਾਲ, ਔਰ ਤੁਸੀਂ ਦੇਖ ਰਹੇ ਹੋ R19 ਐਂਟਰਟੇਨਮੈਂਟ। ਅਮਿਤੋਜ ਜੀ, ਅੱਜ ਪੰਜਾਬ ਦੇ ਜਿਹੜੇ ਜ਼ਿਆਦਾਤਰ ਜਿਹੜੇ ਸਿੰਗਰ ਨੇ ਉਹ ਅਦਾਕਾਰ ਬਣ ਗਏ ਨੇ। ਰਵਾਇਤੀ ਜਿਹੜੇ ਅਦਾਕਾਰ ਨੇ ਉਹ ਪਿੱਛੇ ਚਲੇ ਗਏ ਨੇ। ਇਹਦਾ ਕੀ ਕਾਰਨ ਹੈ ਜੀ? ਦੇਖੋ, ਮਾਰਕੀਟ ਹੈ ਨਾ ਇੱਕ ਸਾਡੇ ਬੜਾ ਵੱਡਾ ਮਸਲਾ, ਸਾਨੂੰ ਜਿਹਦੇ ਨਾਲ ਜੂਝਣਾ ਪੈਂਦਾ, ਉਹਨੂੰ ਕਹਿੰਦੇ ਆ ਮਾਰਕੀਟ। ਜਿਵੇਂ ਹਿੰਦੀ 'ਚ ਵੀ ਸੀ ਪਹਿਲਾਂ ਕਿ ਯਾਰ ਆਹ ਹੀਰੋ ਨੂੰ ਲੈਣਾ ਹੈ, ਚਾਹੇ ਉਹਨੂੰ ਐਕਟਿੰਗ ਆਉਂਦੀ ਹੋਵੇ ਚਾਹੇ ਨਾ ਆਉਂਦੀ ਹੋਵੇ, ਉਹ ਚੱਲਦਾ ਹੈ। ਔਰ ਇਹ ਉਦਾਹਰਨਾਂ ਤੁਹਾਡੇ ਸਾਹਮਣੇ ਨੇ ਬੜੀਆਂ। ਉਹ ਵਿਚਾਰਿਆਂ ਦਾ, ਉਹ ਬਿਲਕੁਲ ਅੱਛੇ ਐਕਟਰ ਨਹੀਂ ਹੁੰਦੇ ਸੀ, ਬਟ ਫਿਰ ਵੀ ਉਹਨਾਂ ਨੂੰ ਕਰੋੜਾਂ ਰੁਪਏ ਦਿੱਤੇ ਜਾਂਦੇ ਸੀ, ਔਰ ਉਹ ਹੀਰੋ ਸੀਗੇ, ਅੱਜ ਵੀ ਹੈਗੇ ਨੇ। ਪੰਜਾਬੀ 'ਚ ਵੀ ਕੀ ਹੋਇਆ ਕਿ ਜਿਹੜਾ ਬਣਾਉਣ ਵਾਲਾ ਹੁੰਦਾ ਹੈ ਨਾ ਬੈਂਸ ਸਾਹਿਬ, ਉਹਦੀ ਮਜਬੂਰੀ ਵੀ ਹੁੰਦੀ ਹੈ। ਤੁਸੀਂ ਕਰੋੜਾਂ ਰੁਪਏ ਲਾਉਣੇ ਹੋ, ਤੁਸੀਂ ਥੋੜ੍ਹੇ ਜਿਹੇ ਅੰਦਰੋਂ ਇਨਸਿਕਿਉਰ ਹੋ ਜਾਂਦੇ ਹੋ। ਤੁਹਾਨੂੰ ਲੱਗਦਾ ਮਸ਼ਹੂਰ ਬੰਦਾ ਲਈਏ, ਤਾਂ ਮਸ਼ਹੂਰ ਇੱਥੇ ਕੌਣ ਨੇ? ਸਿੰਗਰ। ਕਿਉਂਕਿ ਸਾਡੇ ਜਿਹੜੀ ਸਿੰਗਿੰਗ ਹੈ ਨਾ, ਅਖਾੜਾ ਕਲਚਰ ਹੈ। ਅਖਾੜਾ ਕਲਚਰ ਨੇ ਬਾਕੀ ਵੰਨਗੀਆਂ ਦੱਬ ਲੀਆਂ ਨੇ, ਚਾਹੇ ਉਹ ਥੀਏਟਰ ਹੋਵੇ, ਪੇਂਟਿੰਗ ਹੋਵੇ, ਲਿਟਰੇਚਰ, ਸਾਰਾ ਕੁਝ ਦੱਬ ਲਿਆ। ਅਖਾੜਾ ਕਲਚਰ ਸਭ ਤੋਂ ਵੱਡਾ ਹੈ। ਔਰ ਅਖਾੜੇ ਨੂੰ ਨਿਭਾਉਣ ਵਾਲਾ ਕੌਣ ਹੈ? ਸਿੰਗਰ। ਤਾਂ ਸਿੰਗਰ ਬਹੁਤ ਮਸ਼ਹੂਰ ਹੋ ਗਿਆ। ਇਹਨਾਂ ਮੁੰਡਿਆਂ ਤੇ ਸਿੰਗਰ ਅਸਰ ਕਰਦੇ ਨੇ। ਜਦੋਂ ਲਿਖਿਆ ਜਾਂਦਾ ਕਿ ਫਲਾਨੀ ਫਿਲਮ 'ਚ ਫਲਾਨਾ ਹੀਰੋ ਹੈ, ਇਹ ਵੇਖਣ ਜਾਂਦੇ ਨੇ। ਸੋ ਸ਼ੁਰੂ ਦੇ ਵਿੱਚ ਇਹ ਹੋਇਆ
ਚਾਹੇ ਉਹ ਹਰਭਜਨ ਨੂੰ ਜੋੜ ਕੇ ਜਾਂ ਗੁਰਦਾਸ ਮਾਨ ਨੂੰ ਜੋੜ ਕੇ। ਉਹ ਕਿਸ ਤਰ੍ਹਾਂ ਦੇ ਐਕਟਰ ਨੇ ਉਹਨੂੰ ਆਪਾਂ ਛੱਡਦੇ ਹਾਂ ਪਾਸੇ, ਪਰ ਇਹ ਹੋਇਆ ਤਾਂ ਫਿਰ ਅੱਗੇ ਉਹ ਰੀਤ ਚੱਲ ਪਈ। ਸੋ ਉਸ ਚਲਦੀ ਹੋਈ ਰੀਤ ਨੂੰ ਬ੍ਰੇਕ ਕਰਨਾ ਵੀ ਕੋਈ ਸੌਖਾ ਨਹੀਂ ਹੁੰਦਾ, ਬੜਾ ਮੁਸ਼ਕਲ ਹੁੰਦਾ ਹੈ। ਸੋ ਦਿਸ ਇਜ਼ ਦੀ ਰੀਜ਼ਨ ਕਿ ਉਹ ਚੱਲ ਪਿਆ। ਅਸਲ 'ਚ ਤਾਂ ਹਰ ਕੁਛ ਇੱਥੋਂ ਸ਼ੁਰੂ ਹੁੰਦਾ ਹੈ, ਪਰ ਇਹ ਵੀ ਹੈ ਕਿ ਸਾਰਾ ਦੋਸ਼ ਜਾਂ ਕ੍ਰੈਡਿਟ ਇਹਨਾਂ ਨੂੰ ਦੇ ਦਿਓ, ਉਹ ਵੀ ਗਲਤ ਹੈ। ਤੇ ਫਿਰ ਕਰਨ ਵਾਲਾ ਕੀ ਹੋਇਆ ਜੇ ਇਹੀ ਕਰੇ? ਸੋ ਮੁਰਗੀ ਪਹਿਲਾਂ ਜਾਂ ਅੰਡਾ ਪਹਿਲਾਂ, ਇਹ ਇੱਕ ਮਸਲਾ ਦਾ ਰਿਹਾ। ਇਹ ਤਾਂ ਨਹੀਂ ਕਿਤੇ ਗਾਇਕੀ ਦੇ ਵਿੱਚ ਪੈਸਾ ਘੱਟ ਹੈ ਔਰ ਅਦਾਕਾਰੀ ਫਿਲਮਾਂ ਦੇ ਵਿੱਚ ਪੈਸਾ ਜ਼ਿਆਦਾ ਹੈ? ਨਹੀਂ, ਗਾਇਕ ਫਿਲਮ ਐਂਟਰਟੇਨਮੈਂਟ ਦੀ ਤੁਸੀਂ ਕਹਿ ਲਓ ਮਾਂ ਹੈ, ਇੱਕ ਵੱਡਾ ਵ੍ਰਿਕਸ਼ ਹੈ, ਉਹਦੀਆਂ ਅੱਡੋ ਅੱਡ ਟਹਿਣੀਆਂ ਨੇ। ਕੋਈ ਪੇਂਟਰ ਹੈ, ਕੋਈ ਸਿੰਗਿੰਗ ਹੈ, ਕੋਈ ਫਲਾਨਾ ਹੈ, ਕੋਈ ਫਲਾਨਾ ਹੈ, ਬਟ ਇਹ ਸਾਰਾ ਕੁਝ ਜੁੜ ਜਾਂਦਾ ਹੈ ਫਿਲਮ ਦੇ ਵਿੱਚ ਆ ਕੇ। ਪਲੇਬੈਕ ਸਿੰਗਰ ਆ ਗਏ, ਐਕਟਰ ਵਾਲੇ ਆ ਗਏ, ਐਡੀਟਰ ਵੀ ਆ ਗਿਆ, ਡਾਇਰੈਕਟਰ ਵੀ ਆ ਗਿਆ, ਰਾਈਟਰ ਸਕ੍ਰਿਪਟ ਰਾਈਟਰ ਵੀ ਆ ਗਿਆ, ਲਿਰਿਕਸ ਰਾਈਟਰ ਵੀ ਆ, ਸਾਰਾ ਕੁਝ ਆ। ਸੋ ਫਿਲਮ ਸਾਰੇ ਕਾਸੇ ਨੂੰ ਜੋੜ ਕੇ ਬਣਦੀ ਹੈ। ਸੋ ਫਿਲਮ ਇਜ਼ ਦੀ ਮਦਰ ਆਫ, ਕੀ ਕਹਿਣਾ ਚਾਹੀਦਾ, ਆਰਟ। ਸੋ ਉਹਦੇ 'ਚ ਤਾਂ ਸਭ ਕੋਈ ਆਉਣਾ ਚਾਹੁੰਦਾ, ਸਿੰਗਰ ਵੀ ਚਾਹੁੰਦਾ ਮੈਨੂੰ ਪਲੇਟਫਾਰਮ ਵੱਡਾ ਮਿਲੇ। ਜਿਵੇਂ ਅਸੀਂ ਪੰਜਾਬੀ ਕਰਕੇ ਕਹਿੰਦੇ ਅਸੀਂ ਹੁਣ ਹਿੰਦੀ 'ਚ ਜਾਈਏ, ਹਿੰਦੀ ਵਾਲੇ ਕਹਿੰਦੇ ਅਸੀਂ ਹਾਲੀਵੁੱਡ 'ਚ ਜਾਈਏ, ਵਰਲਡ ਸਾਡੀ ਪਹਿਚਾਣ ਬਣੇ। ਉਸੇ ਤਰ੍ਹਾਂ ਸ਼ੋਬਿਆਂ 'ਚ ਵੀ ਬੰਦਾ ਚਾਹੁੰਦਾ ਹੁੰਦਾ ਮੇਰੀ ਤਰੱਕੀ ਹੁੰਦੀ ਜਾਵੇ। ਜੇ ਮੈਂ ਸਿਰਫ ਸਿੰਗਿੰਗ ਕਰਦਾ ਤਾਂ ਮੈਂ ਫਿਲਮ 'ਚ ਜਾ ਕੇ ਐਕਟਰ ਵੀ ਬਣ ਜਾ। ਐਕਟਰ ਦੀ ਹਮੇਸ਼ਾ ਹੀ ਖੁਆਇਸ਼ ਹੁੰਦੀ ਮੈਂ ਡਾਇਰੈਕਟਰ ਬਣ ਜਾ। ਕਮਾਲ ਦੀ ਵਿਡੰਬਨਾ ਹੈ, ਹਰ ਬੰਦਾ ਦੁਨੀਆ ਦਾ ਐਕਟਰ ਬਣਨਾ ਚਾਹੁੰਦਾ ਹੈ ਤੇ ਸਾਰੇ ਐਕਟਰ ਡਾਇਰੈਕਟਰ ਬਣਨਾ ਚਾਹੁੰਦੇ ਨੇ, ਕਿਉਂਕਿ ਉਹਨੂੰ ਉਸ ਫਿਲਮ ਲਾਈਨ 'ਚ ਜਾ ਕੇ ਪਤਾ ਲੱਗ ਜਾਂਦਾ ਯਾਰ ਅਸਲ ਕੈਪਟਨ ਆਫ ਦੀ ਸ਼ਿਪ ਤਾਂ ਡਾਇਰੈਕਟਰ ਹੈ। ਜਿਹਦੀ ਮਰਜ਼ੀ ਨਾਲ ਲਾਈਟਿੰਗ ਹੁੰਦੀ ਹੈ, ਜਿਹਦੀ ਮਰਜ਼ੀ ਨਾਲ ਸਕ੍ਰਿਪਟ ਲਿਖੀ ਜਾਂਦੀ ਹੈ, ਜਿਹਦੀ ਮਰਜ਼ੀ ਨਾਲ ਐਡੀਟਿੰਗ ਹੁੰਦੀ ਹੈ, ਜਿਹਦੀ ਮਰਜ਼ੀ ਨਾਲ ਹੀ ਐਕਟਿੰਗ ਵੀ ਹੁੰਦੀ ਹੈ। ਦੈਟਸ ਦੀ ਰੀਜ਼ਨ ਕਿ ਵੀ ਕਾਲ ਕਿ ਡਾਇਰੈਕਟਰ ਇਜ਼ ਦੀ ਕੈਪਟਨ ਆਫ ਦੀ ਸ਼ਿਪ। ਹਾਂ, ਥੀਏਟਰ 'ਚ ਐ ਨਹੀਂ ਹੁੰਦਾ, ਥੀਏਟਰ 'ਚ ਵੀ ਡਾਇਰੈਕਟਰ ਹੁੰਦਾ ਹੈ, ਪਰ ਥੀਏਟਰ ਇੱਕ ਵਾਰੀ ਸ਼ੁਰੂ ਹੋ ਗਿਆ ਤਾਂ 2.5 ਘੰਟੇ ਦਾ ਸ਼ੋਅ ਖਤਮ ਹੁੰਦਾ ਹੈ। ਫਿਲਮ 'ਚ ਐ ਨਹੀਂ ਹੁੰਦਾ, ਫਿਲਮ 'ਚ ਇੱਕ ਸ਼ਾਟ ਨੂੰ 20 ਵਾਰੀ ਵੀ ਲਿਆ ਜਾ ਸਕਦਾ ਹੈ ਔਰ ਉਹ ਉਦੋਂ ਹੀ ਫਾਈਨਲ ਹੋਊਗਾ ਜਦੋਂ ਡਾਇਰੈਕਟਰ ਉਹਨੂੰ ਓਕੇ ਕਹੂਗਾ। ਸੋ ਹਰ ਬੰਦੇ ਦਾ ਕਲਾ ਦੇ ਵਿੱਚ ਵੀ ਤਰੱਕੀ ਕਰਨ ਦਾ ਇੱਕ ਹੱਕ ਹੈ। ਜਿਵੇਂ ਐਮਐਲਏ ਦਾ ਮਿਨਿਸਟਰ ਬਣ ਜਾ, ਮਿਨਿਸਟਰਾਂ ਦਾ ਚੀਫ ਮਿਨਿਸਟਰ ਬਣ ਜਾ, ਚੀਫ ਮਿਨਿਸਟਰ ਫਿਰ ਕਿਤੇ ਪ੍ਰਧਾਨ ਮੰਤਰੀ ਬਣਨ ਨੂੰ ਸੋਚਣ ਲੱਗ ਪੈਂਦਾ। ਸੋ ਦਿਸ ਇਜ਼ ਇੱਕ ਨਾਰਮਲ ਕਾਮਨ ਚੀਜ਼ ਕਿ ਬੰਦਾ ਆਪ ਤੋਂ ਅੱਗੇ ਵਧਣਾ ਚਾਹੁੰਦਾ ਹੈ। 2 ਸਾਲ ਹੋ ਗਏ ਕੋਵਿਡ ਚੱਲ ਰਿਹਾ ਹੈ। ਮੈਨੂੰ ਜਿੱਥੇ ਤੱਕ ਲੱਗਦਾ ਹੈ ਕਲਾਕਾਰਾਂ ਦੇ ਉੱਪਰ ਜਾਂ ਸਿੰਗਰਾਂ ਦੇ ਉੱਪਰ ਸਭ ਤੋਂ ਵੱਡੀ ਮਾਰ ਪਈ ਹੈ, ਜਾਂ ਮਜੀਸ਼ੀਅਨਾਂ ਦੇ ਉੱਪਰ ਆਪਾਂ ਕਹਿ ਦਈਏ ਜ਼ਿਆਦਾ ਮਾਰ ਮਜੀਸ਼ੀਅਨਾਂ ਤੇ ਕਲਾਕਾਰਾਂ ਤੇ, ਕੋਈ ਇਕੱਠ ਨਹੀਂ ਹੋਣ ਦੇ ਰਹੀ ਸਰਕਾਰ। ਬਹੁਤ ਸਾਰੇ ਮੇਰੇ ਦੋਸਤ ਕਲਾਕਾਰ ਨੇ, ਸਿੰਗਰ ਵੀ ਮੇਰੇ ਬਹੁਤ ਸਾਰੇ ਦੋਸਤ ਨੇ, ਅਕਸਰ ਮੇਰੀ ਫੋਨ 'ਤੇ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ। ਔਰ ਮੈਂ ਕਾਫੀ ਮਸ਼ਹੂਰ ਜਿਹੜੇ ਸਿੰਗਰ ਵੀ ਨੇ ਉਹ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਕੋਵਿਡ ਨੇ ਸਾਡਾ ਮਤਲਬ ਸਾਡੀ ਗੱਡੀਆਂ ਤੱਕ ਵਿਕਾ ਦਿੱਤੀਆਂ। ਤੇ ਤੁਸੀਂ ਇਸ ਲਹਿਰ ਜਿਹੜੀ ਕੋਵਿਡ ਲਹਿਰ ਹੈ ਔਰ ਜਿਹੜੀ ਆਪਣੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਕਲਾਕਾਰਾਂ ਬਾਰੇ ਜਾਂ ਕੁਝ ਮਾਲੀ ਸਹਾਇਤਾ ਵੀ ਨਹੀਂ ਦਿੱਤੀ, ਉਹਦੇ ਬਾਰੇ ਕੀ ਸੋਚਦੇ ਹੋ? ਸਰਕਾਰ ਦੀ ਜਿੱਥੋਂ ਤੱਕ ਗੱਲ ਕਰਾਂਗੇ ਉਹਨੇ ਤੁਹਾਨੂੰ ਕਿਹੜਾ ਦਿੱਤਾ ਕੁਛ, ਕਿਸੇ ਨੂੰ ਵੀ ਨਹੀਂ ਦਿੱਤਾ ਕੁਛ। ਸਰਕਾਰਾਂ ਤਾਂ ਫਿਰ ਉਵੇਂ ਹੀ ਚੱਲਦੀਆਂ ਨੇ। ਇਹ ਤਾਂ ਹਾਂ ਬਾਹਰਲੇ ਕੁਛ ਮੁਲਕਾਂ 'ਚ ਹੈਗਾ ਸਾਰਿਆਂ ਨੂੰ ਦਿੱਤਾ, ਸ਼ਾਇਦ ਇੱਥੇ ਦੇਣਾ ਮੁਮਕਿਨ ਵੀ ਨਹੀਂਗਾ। ਸਰਕਾਰ ਨੇ ਤਾਂ ਇਹੋ ਜਿਹਾ ਕੁਛ ਕਰਨਾ ਹੁੰਦਾ। ਸਰਕਾਰ ਤੇ ਆਪਾਂ ਬਾਹਲਾ ਬਣਾ ਪਾਈਏ, ਆਪਾਂ ਆਪ ਵੀ ਕਰਨਾ ਪਊਗਾ ਕੁਛ। ਹਾਂ, ਫਿਲਮ ਲਾਈਨ ਨੂੰ ਸਿੰਗਰਾਂ ਤੋਂ ਵੀ ਜ਼ਿਆਦਾ ਫਿਲਮਸ ਨੂੰ ਨੁਕਸਾਨ ਪਹੁੰਚਾਇਆ। ਸਿੰਗਰਸ ਕਮ ਸੇ ਕਮ ਗਾਣਾ ਕਰਕੇ ਆਪਦਾ ਪ੍ਰਾਈਵੇਟਲੀ ਕਿਤੇ ਵੀ ਸ਼ੂਟ ਕਰਕੇ ਵੀ ਇਵਨ ਜਾਂ ਰਿਕਾਰਡ ਕਰਕੇ ਵੀ ਪਾ ਤਾਂ ਸਕਦੇ ਨੇ ਔਰ ਉਹ ਇੱਕ ਡਿਜੀਟਲ ਰੈਵਨਿਊ ਫਿਰ ਵੀ ਆ ਜਾਂਦਾ। ਖੈਰ ਉਹਨਾਂ ਦਾ ਹਾਲ ਬੁਰਾ, ਵਿਚਾਰਿਆਂ ਦੇ ਸ਼ੋਅ ਬੰਦ ਹੋ ਗਏ, ਅਖਾੜੇ ਬੰਦ ਹੋ ਗਏ, ਜਿੱਥੋਂ ਉਹਨਾਂ ਦਾ ਮੇਨ ਇਨਕਮ ਦਾ ਸੋਰਸ ਸੀਗਾ। ਫਿਲਮਸ ਤਾਂ ਟੋਟਲੀ ਡੈਡ ਹੋ ਗਈਆਂ। ਥੋੜ੍ਹਾ ਜਿਹਾ ਲੋਕ ਆਉਂਦੇ ਨੇ ਆ OTT ਪਲੇਟਫਾਰਮ ਹੈਗਾ, ਬਟ OTT ਪਲੇਟਫਾਰਮ 'ਤੇ ਵੀ ਸਾਰੀਆਂ ਫਿਲਮਾਂ ਜੋ ਬਣ ਚੁੱਕੀਆਂ ਥੋੜ੍ਹੀ ਜਾ ਸਕਦੀਆਂ। ਤੁਸੀਂ ਹਿੰਦੀ ਦੇ ਵਿੱਚ ਤਾਂ 100 200 ਕਰੋੜ ਦਾ ਬਜਟ ਹੈ, ਪੰਜਾਬੀ ਚਲੋ 10-12 ਕਰੋੜ 'ਤੇ ਆ ਜਾਓ ਜਾਂ 7-8 ਕਰੋੜ 'ਤੇ ਆ ਜਾਓ। ਇਹ ਪੈਸਾ ਕਦੋਂ ਦਾ ਲੱਗਿਆ ਪਿਆ ਉੱਤੇ, ਇੰਟਰਸਟ ਰੇਟ ਦੇਖੋ ਕਿਸ ਲੈਵਲ 'ਤੇ ਗਿਆ। ਐਕਟਰਾਂ ਦੇ ਹੁਣ ਨਵੀਆਂ ਸ਼ੂਟਿੰਗਸ ਬਹੁਤ ਘੱਟ ਹੋ ਰਹੀਆਂ ਨੇ, ਉਹ ਵਿਚਾਰੇ ਕਿੱਥੋਂ ਆਪਦਾ ਰੋਜ਼ਮर्रा ਦੀ ਜ਼ਿੰਦਗੀ ਜਿਉਣ। ਔਰ ਸਾਡੀ ਲਾਈਨ ਇੱਕ ਅਜਿਹੀ ਲਾਈਨ ਹੈ ਜੋ ਨੈਸੈਸਿਟੀ ਨਹੀਂ ਗੀ, ਚੋਇਸ ਹੈ। ਰੋਟੀ ਜਾਂ ਹੋਰ ਪੈਟਰੋਲ ਹਰ ਚੀਜ਼ ਜ਼ਰੂਰੀ ਹੈ, ਉਹ ਬਿਜ਼ਨਸ ਤਾਂ ਚੱਲ ਹੀ ਜਾਂਦੇ ਨੇ। ਇਹ ਤਾਂ ਚੋਇਸ ਹੈ। ਜਿਸ ਦਿਨ ਇਹ ਜਮਾ ਖਤਮ ਹੋ ਗਿਆ, ਮਾਸਕ ਉਤਰ ਗਏ, ਉਸ ਤੋਂ ਬਾਅਦ ਸਿਨੇਮੇ ਚੱਲਣਗੇ। ਅੱਜ ਸਿਨੇਮੇ 50% ਚਲਾ ਹੀ ਬੈਠੇ ਨੇ, ਪਰ ਜਾਂਦਾ ਕੌਣ ਹੈ? ਕੋਈ ਬੰਦਾ ਫਿਲਮ ਵੇਖਣ ਲਈ ਰਿਸਕ ਥੋੜੀ ਲਊਗਾ। ਔਰ ਜਾਂ ਤਾਂ ਫੇਰ ਹੋਵੇ ਕਿ ਫਿਲਮ ਹੋਰ ਕਿਤੇ ਵੇਖੀ ਹੀ ਨਹੀਂ ਜਾ ਸਕਦੀ। ਅੱਜ ਕੱਲ੍ਹ TV ਤੇ ਤੁਹਾਡੇ ਪਤਾ ਹੀ ਨਹੀਂ ਕਿੰਨੀਆਂ ਫਿਲਮਾਂ ਅਵੇਲੇਬਲ ਨੇ।
ਤਾਂ ਤੁਸੀਂ ਸਿਨੇਮੇ 'ਚ ਕਿਉਂ ਜਾਓਗੇ? ਔਰ ਨਾ ਹੀ ਕੋਈ ਵੱਡੀ ਫਿਲਮ ਰਿਲੀਜ਼ ਕਰ ਰਿਹਾ, ਛੋਟੀ ਫਿਲਮ ਕੀ ਵੱਡੀ ਕੋਈ ਵੀ ਨਹੀਂ ਕਰ ਰਿਹਾ। ਅਗਲਾ ਦਾ ਯਾਰ ਮੈਂ ਰਿਲੀਜ਼ ਕਰੂੰਗਾ ਮਰ ਜੂਗੀ, ਇੰਨੇ ਕਰੋੜਾਂ ਲੱਗੇ ਖਰਾਬ ਹੋ ਜਾਣਗੇ। ਤਾਂ ਸਾਡੀ ਫਿਲਮ ਇੰਡਸਟਰੀ ਤਾਂ ਜਮਾਂ ਹੀ ਤਹਿਸ ਨਹਿਸ ਕਰਤੀ ਇਹਨਾਂ ਨੇ। ਔਰ ਸਭ ਤੋਂ ਬਾਅਦ 'ਚ ਰਿਵਾਈਵ ਹੋਣੀ ਹੈ ਇਹ, ਜਦੋਂ ਜਮਾਂ ਸਾਰਾ ਕੁਝ ਨਾਰਮਲ ਹੋ ਗਿਆ। ਦੇਖੋ ਫਿਲਮ ਵੇਖਣ ਬੰਦਾ ਉਦੋਂ ਜਾਂਦਾ ਜਦੋਂ ਉਹ ਬਹੁਤ ਰਿਲੈਕਸ ਹੁੰਦਾ ਹੈ, ਉਹਨੂੰ ਕੋਈ ਖਾਸ ਟੈਨਸ਼ਨਾਂ ਨਹੀਂ ਹੁੰਦੀਆਂ ਗੀਆਂ, ਫਿਰ ਹੋ ਜਾਂਦਾ ਹੈ। ਤੇ ਕੋਵਿਡ ਆਪਣੇ ਆਪ 'ਚ ਬਹੁਤ ਵੱਡੀ ਟੈਨਸ਼ਨ ਹੈ, ਖਤਮ ਹੋਊ ਟੋਟਲ ਫਿਰ ਜਾਣਗੇ ਕਿਤੇ। ਤਾਂ ਆਈ ਹੋਪ ਹੋ ਜੇ, ਛੇਤੀ ਹੋ ਜੇ। ਪਰ ਇਹ ਨਹੀਂ ਸੋਚਿਆ ਸੀ ਜ਼ਿੰਦਗੀ ਕਿਤੇ ਐਂ ਵੀ ਹੋ ਸਕਦੀ, ਦੁਨੀਆ ਕਦੇ ਐਂ ਵੀ ਬਣ ਸਕਦੀ ਹੈ। ਸ਼ਾਇਦ ਉੱਪਰ ਵਾਲੇ ਨੇ ਦੱਸਤਾ ਕਿ ਮੈਂ ਨਾ ਤਰੱਕੀ ਦਾ ਰੌਲਾ ਪਾਈ ਜਾ, ਇੰਨਾ ਕੁ ਮਸਲਾ ਨਹੀਂ ਹੱਲ ਹੁੰਦਾ ਤੇਰੇ ਕੋਲੋਂ। ਸੋ ਮੇ ਵੀ ਚਲੋ ਉਹਦੀ ਕੁਦਰਤ ਦੀ ਮਰਜ਼ੀ, ਕਦੋਂ ਹੋਊਗਾ ਵੇਖਦੇ ਹਾਂ। ਤੁਹਾਡੇ ਆਉਣ ਵਾਲੇ ਕਿਹੜੇ ਹੁਣ ਪ੍ਰੋਜੈਕਟ ਨੇ ਜਿਹਨਾਂ ਤੇ ਤੁਸੀਂ ਕੰਮ ਕਰ? ਬਣਾ ਚੁੱਕੇ ਹਾਂ ਜੀ ਸੁੱਚਾ ਸੂਰਮਾ। ਇੱਕ ਵਾਰੀ ਕੋਵਿਡ ਦੇ ਮਸਲੇ ਹੱਲ ਹੋਣ ਫਿਰ ਦੇਖਦੇ ਹਾਂ ਉਹ ਰਿਲੀਜ਼ ਦਾ ਮਸਲਾ। ਇੱਕ ਹੋਰ ਸ਼ੂਟ ਕਰਨ ਜਾ ਰਹੇ ਹਾਂ ਹੁਣੇ। ਬੱਬੂ ਮਾਨ ਬਾਈ ਦਾ ਕੋਈ ਨਵਾਂ ਪ੍ਰੋਜੈਕਟ ਤੁਸੀਂ ਕਰ ਰਹੇ ਹੋ? ਬੱਬੂ ਸੁੱਚੇ 'ਚ ਬੱਬੂ ਹੀ ਸੁੱਚਾ ਹੈ, ਔਰ ਅਗਲੀ ਫਿਲਮ 'ਚ ਵੀ ਬੱਬੂ ਮੇਰੇ ਨਾਲ ਹੈ। ਹਾਂ ਇੱਕ ਚੀਜ਼ ਨਵੀਂ ਸ਼ੁਰੂ ਜ਼ਰੂਰ ਹੋਈ ਹੈ, ਮੈਨੂੰ ਤਾਂ ਮਿਲੀ ਕਿ ਕਈ ਵਾਰੀ ਜਿਹੜੀਆਂ ਤਨਹਾਈਆਂ ਹੁੰਦੀਆਂ ਨਾ ਉਹ ਤੁਹਾਨੂੰ ਸਿਖਾਉਂਦੀਆਂ ਬਹੁਤ ਹੈ। ਕੋਵਿਡ ਦੇ ਵਿੱਚ ਤੁਸੀਂ ਲਿਖ ਬਹੁਤ ਅੱਛਾ ਸਕਦੇ ਹੋ, ਆਪਣੇ ਆਪ ਨਾਲ ਜਾਣ ਪਹਿਚਾਣ ਬੜੀ ਅੱਛੀ ਕਰ ਸਕਦੇ ਹੋ। ਸੋ ਉਹ ਕ੍ਰੀਏਟਿਵ ਕੰਮ ਬਹੁਤ ਵਧੀਆ ਹੋ ਸਕਦੇ ਨੇ, ਔਰ ਆਈ ਹੋਪ ਬੜੇ ਲੋਕਾਂ ਨੇ ਕੀਤੇ ਹੋਣਗੇ, ਮੈਂ ਤਾਂ ਕੀਤੇ ਹੈ। ਔਰ ਤੁਸੀਂ ਉਹ ਤੁਹਾਨੂੰ ਅਮੀਰ ਵੀ ਕਰ ਜਾਂਦੀ ਚੀਜ਼, ਤੁਸੀਂ ਪੜ੍ਹ ਬੜਾ ਅੱਛਾ ਸਕਦੇ ਹੋ। ਆ ਜਿਹੜਾ ਆਪਾਂ ਮੁੰਡਿਆਂ ਨੂੰ ਯੰਗਸਟਰਾਂ ਨੂੰ ਕਹਿ ਰਹੇ ਜਾਂ ਬਾਕੀਆਂ ਨੂੰ ਵੀ, ਤਾਂ ਜਦੋਂ ਤੁਸੀਂ ਘਰੇ ਬੈਠੇ ਦੇ ਨੂੰ ਪੜ੍ਹ ਲਓ। ਬਟ ਆ ਸੋਸ਼ਲ ਮੀਡੀਆ ਖਹਿੜਾ ਛੱਡੂ ਤਾਂ ਸ਼ਾਇਦ ਪੜ੍ਹਿਆ ਹੋਊਗਾ, ਇਹਦੇ 'ਚ ਵੀ ਬਹੁਤ ਕੁਛ ਹੈ। ਪਰ ਜੇ ਉਹ ਪੜ੍ਹੀਏ ਤਾਂ ਕੱਢ ਕੇ, ਕਿਉਂਕਿ ਇੱਕ ਟਾਈਮ ਤੇ ਜਦੋਂ ਅਸੀਂ ਰਿਸਰਚ ਕਰਨੀ ਹੁੰਦੀ ਸੀ ਤਾਂ ਬੜਾ ਕੁਝ ਪੜ੍ਹਨਾ ਪੈਂਦਾ ਸੀ। ਅੱਜ ਕੱਲ੍ਹ ਤੁਸੀਂ ਰਿਸਰਚ ਕਰਨੀ ਹੋ ਗੂਗਲ ਤੇ ਜਾਓ, ਕਿਸੇ ਤੇ ਮਾਰੋ, ਪੜਕਦੇ ਨੇ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ। ਸੋ ਇਹ ਇੱਕ ਫਾਇਦੇ ਦੀ ਚੀਜ਼ ਹੈਗੀ ਹੈ ਜੇ। ਔਰ ਸੈਕਿੰਡ ਕੁਝ ਚੀਜ਼ਾਂ ਨਵੀਆਂ ਪ੍ਰੈਕਟਿਸ ਸ਼ੁਰੂ ਹੋ ਗਈ ਹੈ, ਜੋ ਚੀਜ਼ਾਂ ਮਿਲ ਕੇ ਹੁੰਦੀਆਂ ਸੀ ਅੱਜ ਕੱਲ੍ਹ ਤੁਸੀਂ ਉਹ ਵੀਡੀਓਜ਼, ਜ਼ੂਮ, ਸੋ ਮੈਨੀ ਟੈਕਨੀਕਲ ਥਿੰਗਸ ਜਿਹਦੇ ਨਾਲ ਤੁਸੀਂ ਕਮਿਊਨੀਕੇਸ਼ਨ ਦੂਰ ਬਹਿ ਕੇ ਵੀ ਕਰ ਸਕਦੇ ਹੋ। ਤਾਂ ਉਹ ਇੱਕ ਦੋ ਚੰਗੀਆਂ ਚੀਜ਼ਾਂ ਵੀ ਮਿਲ ਗਈਆਂ ਨੇ। ਹਮੇਸ਼ਾ ਹੀ ਜਦੋਂ ਕੋਈ ਮਾੜੀ ਚੀਜ਼ ਹੁੰਦੀ ਉਹ ਦੋ ਤਿੰਨ ਚੰਗੀਆਂ ਵੀ ਦੇ ਜਾਂਦੀ ਹੈ। ਪਰ ਇਹ ਤੋਂ ਜਿੰਨੀ ਛੇਤੀ ਖਹਿੜਾ ਛੁੱਟੇ, ਜ਼ਿੰਦਗੀ ਫਿਰ ਤੋਂ ਨੋਰਮਲ ਹੋਵੇ, ਔਰ ਫਿਰ ਤੋਂ ਉਹ ਚੀਜ਼ਾਂ ਜੋ ਬੰਦ ਹੋ ਗਈਆਂ ਨੇ ਰਵਾਂ ਹੋਣ, ਤਾਂ ਅੱਛੀ ਗੱਲ ਹੈ। ਯੂਥ ਨੂੰ ਅੰਤ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਤੁਸੀਂ ਇੱਕ ਆਦਰਸ਼ ਹੋ ਯੂਥ ਵਾਸਤੇ, ਕੀ ਸੁਨੇਹਾ ਦੇਣਾ ਚਾਹੋਗੇ? ਆਪਾਂ ਪਹਿਲਾਂ ਹੀ ਕਾਫੀ ਵਿਚਾਰਿਆਂ ਨਾਲ ਧੱਕਾ ਕਰ ਗਏ, ਕਾਫੀ ਕੁਛ ਕਹਿ ਗਏ ਇਹਨਾਂ ਨੂੰ। ਥੋਥੋਂ ਉਮੀਦਾਂ ਭਰਾਵਾ, ਤਾਂ ਹੀ ਤੁਹਾਨੂੰ ਕਹਿ ਰਹੇ ਹਾਂ। ਕਿਆ ਉਹਨੂੰ ਜਾਂਦਾ ਜਿਹਦੇ ਤੇ ਹੱਕ ਹੁੰਦਾ ਹੈ, ਤੁਹਾਡੇ ਤੇ ਸਾਡਾ ਹੱਕ ਹੈ। ਤੁਹਾਡੇ ਨਾਲ ਹੀ ਦੇਸ਼ਾਂ ਦੀਆਂ ਤੇ ਕੌਮਾਂ ਦੀਆਂ ਤਕਦੀਰਾਂ ਬਦਲਦੀਆਂ ਨੇ, ਔਰ ਤੁਸੀਂ ਆਉਣਾ ਬਾਅਦ 'ਚ ਇਸ ਜ਼ਿੰਦਗੀ ਨੂੰ ਅੱਗੇ ਜਿਉਣਾ ਹੈ। ਬਜ਼ੁਰਗ ਵਿਚਾਰੇ ਤਾਂ ਜਲਦੀ ਚਲੇ ਜਾਣਗੇ, ਥੋਥੋਂ ਅਸੀਂ ਵੀ ਪਹਿਲਾਂ ਚਲੇ ਜਾਵਾਂਗੇ। ਸੋ ਤੁਹਾਡਾ ਸਹੀ ਹੋਣਾ ਬਹੁਤ ਜ਼ਰੂਰੀ। ਤੁਸੀਂ ਸਾਡੀ ਤਾਕਤ ਹੋ। ਯੂਥ ਜਿਹੜਾ ਹੁੰਦਾ ਨਾ, ਕਿਸੇ ਵੀ ਕੌਮ ਦਾ ਬਾਹੂਬਲ ਹੁੰਦਾ ਹੈ, ਮੁੱਛ ਹੁੰਦੀ ਹੈ। ਤਾਂ ਜੇ ਉਹ ਦੋਨਾਂ 'ਚ ਗੜਬੜ ਹੋ ਜੇ ਤਾਂ ਬੰਦੇ ਦਾ ਰੰਗ ਰੂਪ ਬਦਲ ਜਾਂਦਾ ਹੈ, ਕੁਛ ਨਹੀਂ ਕਰ ਪਾਉਂਦਾ। ਸੋ ਸਾਡਾ ਐਸਟ ਸਾਡਾ ਯੂਥ ਹੈ, ਉਹ ਜਿੰਨਾ ਸਹੀ ਹੋਊਗਾ ਅਸੀਂ ਤਾਕਤਵਰ ਹੁੰਦੇ ਜਾਵਾਂਗੇ। ਅਸੀਂ ਹੈਗੇ ਹਾਂ। ਤੁਹਾਡੇ 'ਚੋਂ ਗੱਲ ਉਹ ਕਾਨ ਮੈਂ ਨਜ਼ਰ ਵੇਖਿਆ ਕਿਸਾਨੀ ਵੇਲੇ, ਉਹਨੂੰ ਬਣਾਏ ਰੱਖੋ, ਔਰ ਉਹ 'ਚ ਬੜੋਤਰੀ ਕਰੋ, ਆਪਦੀ ਪਸੰਦ ਨੂੰ ਬਿਹਤਰ ਕਰੋ। ਕਿਉਂਕਿ ਜਦੋਂ ਬੰਦੇ ਦੀ ਪਸੰਦ ਬਿਹਤਰ ਹੁੰਦੀ ਹੈ ਤਾਂ ਬੰਦਾ ਖੁਦ ਬਿਹਤਰ ਹੁੰਦਾ ਹੈ। ਉਹ ਪਸੰਦ ਤੁਹਾਡੀ ਕਿਸੇ ਵੀ ਸ਼ੋਬੇ 'ਚ ਹੋਵੇ, ਪੋਲਿਟਿਕਸ 'ਚ ਹੋਵੇ, ਫਿਲਮ 'ਚ ਹੋਵੇ, ਸਿੰਗਿੰਗ 'ਚ ਹੋਵੇ, ਕਿਸੇ ਵੀ ਚੀਜ਼ 'ਚ ਹੋਵੇ, ਉਹ ਪਸੰਦ ਬਿਹਤਰ ਕਰ ਲਓ। ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਸਿੱਖ ਲਓ, ਸਭ ਕੁਝ ਬਿਹਤਰ ਹੋ ਜਾਊਗਾ। ਸੁਧਾਰ ਕਿਸੇ ਹੋਰ ਤੋਂ ਨਹੀਂ, ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ। ਸੋ ਪਲੀਜ਼ ਆਪਣੇ ਆਪ ਨੂੰ ਸੁਧਾਰ ਲਓ, ਸਭ ਕੁਝ ਸੁਧਰ ਜਾਊਗਾ। ਦੱਸ ਅਮਿਤੋਜ ਜੀ, ਤੁਸੀਂ R19 ਨੂੰ ਬਹੁਤ ਸਾਰਾ ਸਮਾਂ ਦਿੱਤਾ, ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਕੀਤੀਆਂ। ਸਾਡੀ ਸਾਰੀ ਟੀਮ ਤੁਹਾਡਾ ਬਹੁਤ ਧੰਨਵਾਦ ਕਰਦੀ ਹੈ ਜੀ। ਸਤਿ ਸ਼੍ਰੀ ਅਕਾਲ।